ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਸੰਗਤਾਂ ਦਾ ਸਵਾਗਤ ਕਰਦੇ ਹਾਂ। ਅੱਜ ਫੇਰ ਗੁਰਮਤ ਸਵਾਲ ਜਵਾਬ ਲੈ ਕੇ ਆਪ ਜੀ ਦੇ ਰੂਬਰੂ ਹੋਏ ਆ ਜੀ। ਪਿਛਲੀ ਵੀਕ ਕੁਝ ਸਵਾਲ ਰਹਿ ਗਏ ਸੀ ਸੰਗਤਾਂ ਦੇ, ਉਹ ਆਪਾਂ ਪਹਿਲਾਂ ਉਹਨਾਂ ਦੀ ਸਾਂਝ ਪਾ ਲਾਂਗੇ। ਉਸ ਤੋਂ ਬਾਅਦ ਦੇ ਵਿੱਚ ਇੱਕ ਬੇਨਤੀ ਜ਼ਰੂਰ ਆਪ ਜੀ ਤੱਕ ਕਰਦੇ ਜਾਈਏ ਕਿ ਆਪ ਜੀ ਵਿੱਚ ਫੋਨ ਨਾ ਕਰਨਾ, ਕਿਉਂਕਿ ਫੋਨ ਕਰਨ ਦੇ ਨਾਲ ਫਿਰ ਪ੍ਰੋਗਰਾਮ ਡਿਸਟਰਬ ਹੋ ਜਾਂਦਾ ਵਿੱਚੋਂ, ਕਿਉਂਕਿ ਅਸੀਂ ਆਪਣੇ ਆਪਣੇ ਸਾਰੇ ਫੋਨਾਂ ਤੋਂ ਹੀ ਆਪ ਜੀ ਨਾਲ ਜੁੜ ਰਹੇ ਹਾਂ ਘਰਾਂ 'ਚ ਬੈਠ ਕੇ ਇਸ ਲੋਕਡਾਊਨ ਦੇ ਟਾਈਮ ਦੇ ਉੱਪਰ। ਜਦੋਂ ਗੁਰਦੁਆਰਾ ਸਾਹਿਬ ਹੁੰਦੇ ਆ ਆਪਾਂ ਪ੍ਰੋਗਰਾਮ ਕਰਦੇ, ਉਦੋਂ ਕੁਛ ਕਹਾਣੀ ਹੋਰ ਹੁੰਦੀ ਆ। ਤੋ ਕਿਰਪਾ ਕਰਕੇ ਆਪ ਜੀ ਵਟਸਐਪ ਕਰ ਸਕਦੇ ਆ ਇਸ ਨੰਬਰ ਤੇ ਜਿਹੜਾ ਸਕਰੀਨ ਤੇ ਆ ਰਿਹਾ ਨੰਬਰ, ਜਾਂ ਤੁਸੀਂ ਟੈਕਸਟ ਮੈਸੇਜ ਭੇਜ ਸਕਦੇ ਆ। ਸੋ ਆਪਾਂ ਉਹ ਜ਼ਰੂਰ ਆਪ ਜੀ ਦੇ ਸਵਾਲ ਪੈਨਲ ਤੱਕ ਰੱਖਾਂਗੇ। ਪੈਨਲ ਦੇ ਵਿੱਚ ਪਿਛਲੀ ਵੀਕ ਦੀ ਤਰ੍ਹਾਂ ਭਾਈ ਜੋਗਿੰਦਰ ਸਿੰਘ ਜੀ, ਡਾਕਟਰ ਦਲਜੀਤ ਸਿੰਘ ਜੀ ਤੇ ਰਜਿੰਦਰ ਸਿੰਘ ਜੀ ਪੁਰੇਵਾਲ ਪੈਨਲ ਦੇ ਨਾਲ ਫਤਿਹ ਦੀ ਸਾਂਝ ਪਾਉਂਦੇ ਆ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਜੋਗਿੰਦਰ ਸਿੰਘ ਜੀ, ਪਹਿਲਾ ਸਵਾਲ ਆਪਾਂ, ਕਿਉਂਕਿ ਆਪਾਂ ਜ਼ਿਆਦਾ ਟਾਈਮ ਨਾ ਲਈਏ, ਆਪਾਂ ਸ਼ੁਰੂ ਕਰਦੇ ਹਾਂ ਜੀ। ਸਵਾਲ ਪਿਛਲੀ ਵੀਕ ਦਾ ਜਿਹੜਾ ਪਹਿਲਾ ਰਹਿ ਗਿਆ ਸੀਗਾ, ਬਹੁਤ ਇੰਟਰਸਟਿੰਗ ਸਵਾਲ ਆ ਭਾਈ ਜੋਗਿੰਦਰ ਸਿੰਘ ਜੀ। ਕਹਿੰਦੇ ਬਈ ਮਾਈ ਕਲੋਜ਼ ਫਰੈਂਡ ਨਾਓ ਫੋਲੋਇੰਗ ਨਿਰੰਕਾਰੀ, ਹਾਊ ਸ਼ੁਡ ਆਈ ਰਿਐਕਟ ਨਾਓ? ਕਿ ਕੋਈ ਉਹਦਾ ਸੱਜਣ ਮਿੱਤਰ ਪੁਰਾਣਾ ਹੋਣਾ ਤੇ ਰੀਸੈਂਟਲੀ ਉਹ ਨਿਰੰਕਾਰੀਆਂ ਨੂੰ ਫੋਲੋ ਕਰਨ ਲੱਗ ਪਿਆ, ਤੇ ਆਪਣੀ ਕਾਫੀ ਜਿੱਦਾਂ ਕਹਿ ਲਈਏ ਮਤਭੇਦ ਹੈਗੇ ਆ, ਚਾਹੇ ਉਹ ਇਤਿਹਾਸਿਕ ਤੌਰ ਤੇ ਵੀ 1978 ਦੇ ਵੀ ਹੈ ਜਾਂ ਹੋ ਰਿਹਾ, ਤੇ ਉਹ ਫਿਰ ਹੁਣ ਕਹਿੰਦਾ ਕਿ ਮੈਨੂੰ ਕੀ ਰਿਐਕਟ ਕਰਨਾ ਚਾਹੀਦਾ ਆ, ਵੀ ਜਾਂ ਫਰੈਂਡਸ਼ਿਪ ਛੱਡਣੀ ਜਾਂ ਉਹਨੂੰ ਰੀਅਲਾਈਜ਼ ਕਰਾਉਣਾ, ਉਹ ਕਿੱਦਾਂ ਦਾ ਇੱਕ ਸਿੱਖ ਦਾ ਰਿਐਕਟ ਕਿੱਦਾਂ ਦਾ ਹੋਣਾ ਚਾਹੀਦਾ ਜੀ? ਪਹਿਲੀ ਗੱਲ ਤਾਂ ਇਹ ਹੈ ਕਿ ਉਹ ਆਪਣੇ ਮਨ ਅੰਦਰ ਇੰਨਾ ਕਲੇਸ਼ ਨਾ ਲਿਆਵੇ ਕਿ ਹਰ ਇੱਕ ਬੰਦੇ ਨੂੰ ਖੋਲਿਆ ਜਿੱਧਰ ਪਾਸੇ ਜਾਣ ਦੀ। ਦੋਸਤੀ ਨਾਤੇ ਉਹਦਾ ਇਹ ਫਰਜ਼ ਬਣਦਾ ਕਿ ਪਹਿਲਾਂ ਉਹ ਆਪ ਖੋਜ ਕਰੇ ਕਿ ਨਿਰੰਕਾਰੀਆਂ ਦਾ ਪਿਛੋਕੜ ਕੀ ਆ, ਉਹਨਾਂ ਦਾ ਇਤਿਹਾਸ ਕੀ ਆ, ਉਹਨਾਂ ਦੀ ਦੇਣ ਕੀ ਆ ਪੰਥ ਨੂੰ, ਉਹਨੇ ਨੁਕਸਾਨ ਕੀ ਕੀਤਾ ਪੰਥ ਦਾ, ਤੇ ਸਿੱਖੀ ਤੋਂ ਕਿਵੇਂ ਖਾਰਜ ਹੋ ਚੁੱਕੇ ਆ। ਇਹ ਖੋਜ ਕਰਕੇ ਆਪਣੇ ਪਹਿਲਾਂ ਮਨ ਨੂੰ ਗਿਆਨ ਦੇਵੇ, ਫਿਰ ਆਪਣੇ ਦੋਸਤ ਨੂੰ ਪਿਆਰ ਨਾਲ ਸਮਝਾਉਣ ਦੀ ਕੋਸ਼ਿਸ਼ ਕਰੇ ਕਿ ਇਹਨਾਂ ਬੰਦਿਆਂ ਦਾ ਆਹ ਪਿਛੋਕੜ ਆ, ਡਰਾਮਾ ਜ਼ਿਆਦਾ ਆ, ਪਖੰਡ ਜ਼ਿਆਦਾ ਆ, ਅਸਲੀਅਤ ਹੈ ਨਹੀਂ ਉਹ। ਜਿਹੜਾ ਬਾਕੀ ਜਿਹੜੇ ਪਖੰਡੀ ਆ ਉਹਨਾਂ ਇਹ ਵੀ ਆ, ਪਰ ਲੇਕਿਨ ਇੰਨਾ ਨਾ ਹੋਵੇ ਕਿ ਆਪਣੇ ਮਨ ਵਿੱਚ ਉਹ ਇੰਨਾ ਕਲੇਸ਼ ਲੈ ਆਵੇ ਤੇ ਜਿਹੜਾ ਉਹ ਆਪ ਕੁਝ ਖੱਟੇ ਉਹ ਵੀ ਗਵਾ ਲਵੇ। ਸੋ ਇਸ ਲਈ ਕੋਸ਼ਿਸ਼ ਕਰ ਸਕਦਾ ਪਿਆਰ ਸਹਿਤ ਉਹਨੂੰ ਮਨਾਉਣ ਦੀ, ਜਾਂ ਉਹਨੂੰ ਪਤਿਆਉਣ ਦੀ, ਜਾਂ ਉਹਨੂੰ ਸਮਝਾਉਣ ਦੀ। ਪਰ ਲੇਕਿਨ ਜੇ ਉਹ ਫਿਰ ਵੀ ਉਹ ਤੁਲਿਆ ਆਪਣਾ ਨੁਕਸਾਨ ਕਰਨ ਤੇ, ਤਾਂ ਫਿਰ ਬਿਹਤਰ ਇਹ ਆ ਕਿ ਜੇ ਇਹਦੇ ਸਮਝਾਉਣ ਦੇ ਬਾਵਜੂਦ ਨਹੀਂ ਸਮਝਦਾ, ਤੇ ਫਿਰ ਇਹਨੂੰ ਆਪਣੀ ਜਿਹੜੀ ਉਹ ਦੋਸਤੀ ਸੋਚਣੀ ਪਊਗੀ ਕਿ ਉਹ ਹੋ ਸਕਦਾ ਵੀ ਨੁਕਸਾਨ ਕਰ ਦੇਵੇ ਟਾਈਮ ਪਾ ਕੇ, ਇਹਨੂੰ ਸਮਝਾਉਣਾ ਪਵੇ ਕਿ ਮੇਰੇ ਮਗਰ ਆ ਜਾ, ਮੇਰੇ ਮਗਰ ਲੱਗ ਜਾ। ਸੋ ਪਹਿਲਾਂ ਕੋਸ਼ਿਸ਼ ਕਰੇ ਆਪਣੇ ਮਨ ਨੂੰ ਗਿਆਨ ਦੇਣ ਦੀ, ਇਹਨਾਂ ਦਾ ਪਿਛੋਕੜ ਨਿਰਾਨੀਆਂ ਦਾ ਕੀ ਆ, ਇਹਨੀ ਪੰਥ ਕਿੰਨਾ ਨੁਕਸਾਨ ਕੀਤਾ ਤੇ ਕੀ ਕਰ ਰਹੇ ਆ, ਤੇ ਇਹਨਾਂ ਦਾ ਡਰਾਮਾ ਕੀ ਆ, ਇਹਨਾਂ ਦਾ ਪਖੰਡ ਕੀ ਆ। ਤੇ ਜੇ ਫਿਰ ਵੀ ਇਹਦੇ ਬਾਵਜੂਦ ਉਹ ਨਾ ਮੰਨੇ ਦੋਸਤ, ਤੇ ਫਿਰ ਬਿਹਤਰ ਮੇਰੇ ਖਿਆਲ ਇਹੀ ਆ ਕਿ ਉਹ ਆਪਣਾ ਰਸਤਾ ਚੁਣ ਲਵੇ, ਕਿਉਂਕਿ ਇਸ ਦੁਨੀਆ ਵਿੱਚ ਹਰ ਇੱਕ ਨੂੰ ਖੋਲਿਆ ਚੰਗੇ ਜਾਂ ਮਾੜੇ ਪਾਸੇ ਜਾਣ ਦੀ। ਹਾਂਜੀ, ਠੀਕ ਹੈ ਜੀ। ਮੈਂ ਥੋੜਾ ਜਿਹਾ ਮੈਂ ਡਾਕਟਰ ਸਾਹਿਬ ਆਪ ਜੀ ਤੱਕ ਆਉਣਾ ਜੀ, ਮੈਂ ਥੋੜਾ ਜਿਹਾ ਐਡ ਕਰਕੇ ਫਿਰ ਆਪ ਜੀ ਉੱਥੇ ਜਾਇਓ। ਮੈਂ ਸੋਚਦਾ ਸੀਗਾ ਭਾਈ ਜੋਗਿੰਦਰ ਸਿੰਘ ਜੀ ਬਈ ਦੋ ਫਰੈਂਡ ਆ, ਜੇ ਮੈਂ ਆ ਜਾਂ ਮੇਰਾ ਮਿੱਤਰ ਆ, ਜੇ ਉਹਨੇ ਦੇਖਿਆ ਕਿ ਮੈਂ ਅੰਮ੍ਰਿਤਧਾਰੀ ਹੋ ਕੇ ਵੀ ਮੇਰੇ ਅੰਦਰ ਅੱਗ ਲੱਗੀ ਆ, ਕਿ ਇਹਨੂੰ ਤਾਂ ਸ਼ਾਂਤੀ ਹੈ ਨਹੀਂ, ਇਹਦਾ ਨਿਤਨੇਮ ਵੀ ਪੂਰਾ ਨਹੀਂ, ਇਹਦੇ ਘਰ 'ਚ ਵੀ ਕਲੇਸ਼ ਆ, ਇਹਨੂੰ ਬੋਲਦਾ ਵੀ ਤੱਤਾ ਆ, ਇਹਦੇ 'ਚ ਤਾਂ ਕੋਈ ਸਿੱਖੀ ਵਾਲੇ ਗੁਣ ਹੀ ਨਹੀਂ ਆ, ਤੇ ਉਹਨੇ ਕੋਈ ਏਦਾਂ ਦਾ ਬਾਬਾ ਲੱਭਿਆ ਜਿਹੜਾ ਉਹਨੂੰ ਦੇ ਰਿਹਾ ਆ ਕੁਛ। ਹੋ ਸਕਦਾ ਕਿ ਉਹਨੂੰ ਕੋਈ ਕਦਰਾਂ ਕੀਮਤਾਂ ਸੰਸਾਰਿਕ ਤੌਰ ਦੇ ਉੱਪਰ ਏਦਾਂ ਦੀਆਂ ਮਿਲ ਜਾਣ ਕਿ ਉਹ ਉਹਦੇ ਨਾਲੋਂ ਬੈਟਰ ਹੋਵੇ। ਤੇ ਮੇਰੇ ਖਿਆਲ ਦੇ ਨਾਲ ਇੱਕ ਗੁਰਸਿੱਖ ਦੋਸਤ ਨੂੰ ਪਹਿਲਾਂ ਉਹਦੀ ਜ਼ਿੰਦਗੀ 'ਚ ਝਾਤ ਮਾਰਨ ਦੇ ਨਾਲੋਂ ਆਪਣੀ ਜ਼ਿੰਦਗੀ 'ਚ ਵੀ ਦੇਖਣਾ ਪੈਣਾ ਆ ਵੀ ਕਿਤੇ ਆਪਾਂ ਏਦਾਂ ਤਾਂ ਨਹੀਂ ਕਿ ਮੈਂ ਹੀ ਸਿੱਖੀ ਤੋਂ ਬਹੁਤ ਦੂਰ ਆ, ਕਿ ਇਹਨੂੰ ਗੁਰੂ ਦੀ ਸਮੈਲ ਹੀ ਨਹੀਂ ਆ ਰਹੀ ਮੇਰੇ ਵਿੱਚੋਂ ਗੁਰਬਾਣੀ ਦੀ ਸਮੈਲ ਨਹੀਂ ਆ ਰਹੀ। ਸੋ ਆਪਾਂ ਨੂੰ ਇਹ ਵੀ ਤਾਂ ਆਪਣੇ ਜ਼ਿੰਦਗੀ ਨੂੰ ਵੀ ਮੇਨਟੇਨ ਕਰਨਾ ਪੈਣਾ। ਜੇ ਆਪਾਂ ਫੋਕੀਆਂ ਉਹਨੂੰ ਸਿਰਫ ਉਦਾਂ ਹੀ ਗੱਲਾਂ ਕਰੀ ਗਏ ਵੀ ਨਹੀਂ ਤੂੰ ਸਿੱਖੀ ਛੱਡਣ ਲੱਗਾ ਆ, ਤੈਨੂੰ ਇਹ ਨਹੀਂ ਪਤਾ ਸਿੱਖਾਂ ਨੇ ਆਹ ਕੀਤਾ, ਗੁਰੂਆਂ ਨੇ ਆਹ ਕੀਤਾ, ਤੇ ਉਹ ਕਹੂਗਾ ਤੇਰੇ 'ਚ ਤਾਂ ਕੁਝ ਵੀ ਨਹੀਂ ਆਇਆ, ਤੇ ਮੇਰੇ ਵੱਲ ਦੇਖ, ਮੈਨੂੰ ਸਕੂਨ ਆ, ਮੈਨੂੰ ਸ਼ਾਂਤੀ ਆ। ਸੋ ਆਪਣੇ ਆਪ ਨੂੰ ਮੇਨਟੇਨ ਬੈਲੈਂਸ ਜਿਹੜਾ ਆ, ਮੈਂ ਉਹ ਸੋਚਦਾ ਸੀ ਕਿ ਡਾਕਟਰ ਸਾਹਿਬ ਆਪ ਜੀ ਇਸ ਬੈਲੈਂਸ ਦੀ ਗੱਲ ਕਰਦੇ ਹੋ ਵੀ ਆਪਾਂ ਬੈਲੈਂਸ ਕਿੱਦਾਂ ਕਰਨਾ। ਤੁਹਾਡਾ ਇੱਕ ਬਹੁਤ ਵਧੀਆ ਪੁਆਇੰਟ ਤੇ ਰੱਖਿਆ ਕਿ ਬਿਲਕੁਲ ਸਾਡੀ ਜਿਹੜੀ ਹਾਲਾਤ ਬਣ ਚੁੱਕੀ ਆ ਉਹ ਇਹੀ ਆ ਕਿ ਅਸੀਂ ਖੁਦ ਵੀ ਆਦ ਸ਼ਾਂਤ ਨਹੀਂ ਹਾਂ, ਕਿ ਸਾਨੂੰ ਗੁਰਬਾਣੀ ਦੀ ਸਮਝ ਬਹੁਤ ਥੋੜੀ ਆ, ਅਭਿਆਸ ਬਹੁਤ ਘੱਟ ਆ, ਗੁਰਬਾਣੀ ਵਿੱਚ ਜੁੜਨਾ ਬਹੁਤ ਸਾਡਾ ਘਟ ਗਿਆ, ਤੇ ਬਾਹਰਲਾ ਜਿਹੜਾ ਭੇਖ ਜ਼ਿਆਦਾ ਆ। ਇਸ ਲਈ ਇਹ ਵੀ ਤੁਹਾਡਾ ਜਿਹੜਾ ਪੁਆਇੰਟ ਬਹੁਤ ਚੰਗਾ ਤੁਸੀਂ ਰੱਖਿਆ ਕਿ ਵਾਕਿਆ ਹੀ ਹਰ ਇੱਕ ਗੁਰਸਿੱਖ ਵੀਰ ਭੈਣਾਂ ਨੂੰ
ਆਪਣੇ ਅੰਦਰ ਝਾਤੀ ਮਾਰਨੀ ਪੈਣੀ ਆ ਕਿ ਮੈਂ ਅੰਦਰੋਂ ਕਿੰਨਾ ਸੰਤੁਸ਼ਟ ਆ, ਕਿੰਨਾ ਸ਼ਾਂਤ ਆ, ਮੈਨੂੰ ਕਿੰਨਾ ਧੀਰਜ ਆ, ਮੈਨੂੰ ਕਿੰਨੇ ਅੰਦਰ ਮੇਰੇ ਦਇਆ ਆ, ਕਿੰਨਾ ਮੈਂ ਕਿਸੇ ਦਾ ਦੁੱਖ ਮਹਿਸੂਸ ਕਰਦਾ ਆ, ਤੇ ਕਿੰਨਾ ਕੁ ਮੈਨੂੰ ਆਪਣੇ ਗੁਰੂ ਤੇ ਵਿਸ਼ਵਾਸ ਆ ਕਿ ਮੇਰਾ ਗੁਰੂ ਪੂਰਾ ਆ। ਸੋ ਇਹ ਤਾਂ ਵਾਕਿਆ ਤੁਹਾਡੀ ਗੱਲ ਸਹੀ ਆ ਕਿ ਹਰ ਇੱਕ ਗੁਰਸਿੱਖ ਨੂੰ ਇਹ ਝਾਤੀ ਮਾਰਨੀ ਚਾਹੀਦੀ ਆ। ਪਰ ਲੇਕਿਨ ਨਾਲ ਇਹ ਵੀ ਆ ਕਿ ਜਿਹੜੇ ਪਖੰਡੀ ਲੋਕ ਹੁੰਦੇ ਆ ਉਹ ਜ਼ਿਆਦਾ ਸ਼ਾਂਤੀ ਮਾਹੌਲ ਬਣਾਉਂਦੇ ਆ ਠਗਣ ਲਈ। ਜੀ ਬਿਲਕੁਲ। ਉਹ ਜ਼ਿਆਦਾ ਮਿੱਠੀਆਂ ਗੱਲਾਂ ਕਰਦੇ ਆ ਲੋਕਾਂ ਨੂੰ ਠਗਣ ਲਈ। ਉਹ ਜ਼ਿਆਦਾ ਪ੍ਰੈਜ਼ੈਂਟ ਕਰਦੇ ਕਿ ਸਾਡੇ ਤਾਂ ਬਹੁਤ ਹੀ ਇੱਥੇ 10 ਵਾਰ ਖੁੱਲੇ ਹੋ ਆ, ਇੱਥੇ ਸਭ ਕੁਝ ਅਨਹਦ ਸ਼ਬਦ ਬਚਦੇ ਆ, ਸਭ ਕੁਝ ਆ। ਉਸ ਵਕਤ ਉਹ ਠਗਣ ਵਾਲੀ ਜਿਹੜੀ ਦੁਕਾਨਾਂ ਨੇ ਇਹ ਬਹੁਤ ਜ਼ਿਆਦਾ ਕਹਿ ਲਓ ਪ੍ਰੋਫੈਸ਼ਨਲ ਬਣੀ ਹੁੰਦੀ ਆ। ਸੋ ਇਸ ਲਈ ਜਿਹੜੇ ਆਮ ਬੰਦੇ ਆ, ਜਿਹੜੇ ਆਮ ਭੋਲੇ ਬੰਦੇ ਆ, ਉਹ ਸ਼੍ਰੀ ਠਗੇ ਜਾਂਦੇ ਕਹਿੰਦੇ ਹਾਂ ਇੱਥੇ ਬਹੁਤ ਆਨੰਦ ਆ ਰਿਹਾ, ਇੱਥੇ ਤਾਂ ਬਹੁਤ ਉੱਚੀ ਅਵਸਥਾ ਵਿੱਚ ਬੰਦੇ ਬੈਠੇ ਆ। ਸੋ ਇਹ ਤੋਂ ਵੀ ਸਾਵਧਾਨ ਹੋਣਾ ਪੈਣਾ ਕਿ ਜੇ ਤੁਹਾਨੂੰ ਨਹੀਂ ਅੰਦਰੋਂ ਕੋਈ ਚੀਜ਼ ਪ੍ਰਾਪਤ ਹੋਈ, ਇਹਦਾ ਮਤਲਬ ਇਹ ਨਹੀਂ ਉਹਨਾਂ ਨੂੰ ਪ੍ਰਾਪਤ ਹੋਈ ਹੋਊ ਆ। ਇਹਦਾ ਮਤਲਬ ਇਹ ਹੈ ਕਿ ਇਹ ਦਾਤ ਗੁਰੂ ਦੇ ਹੱਥ ਆ, ਉਹ ਹੀ ਦੇ ਸਕਦਾ। ਪਰ ਇਹ ਜ਼ਰੂਰ ਹੋਣਾ ਚਾਹੀਦਾ ਕਿ ਤੁਹਾਨੂੰ ਤੇ ਸ਼ਰਧਾ, ਵਿਸ਼ਵਾਸ, ਭਰੋਸਾ ਹੋਣਾ ਚਾਹੀਦਾ ਗੁਰੂ ਸਾਹਿਬ ਪ੍ਰਥਾਏ, ਸਿੱਖੀ ਪ੍ਰਥਾਏ ਕਿ ਹਾਂ ਜੇ ਕੋਈ ਧਰਮ ਹੈ ਮੇਰੇ ਲਈ ਅੱਜ ਦੇ ਸਮੇਂ ਵਿੱਚ ਤੇ ਉਹ ਸਿੱਖੀ ਆ। ਤੇ ਜੇ ਸਿੱਖੀ ਦੇ ਵਿੱਚ ਉਹਨਾਂ ਮਹਾਨ ਸੂਰ ਯੋਧਿਆਂ ਨੇ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ ਸਿੱਖ ਛੱਡਣ ਦੇ ਬਜਾਏ, ਉਹਨਾਂ ਨੂੰ ਖੁੱਲ੍ਹ ਕੇ ਸਿੱਖੀ ਛੱਡ ਦੇਣ ਤੇ ਸੁੱਖ ਮਾਣ ਲੈਣ। ਸਾਹਿਬਜ਼ਾਦਿਆਂ ਨੇ ਨਹੀਂ ਉਹ ਗੱਲ ਮੰਨੀ, ਗੁਰਸਿੱਖਾਂ ਨੇ ਗੱਲ ਨਹੀਂ ਮੰਨੀ ਤੇ ਮੌਤ ਕਬੂਲ ਕਰ ਲਈ। ਇਹੋ ਜਿਹਾ ਧਰਮ ਮੰਨਣੇ ਬਹੁਤ ਕਠਿਨ ਆ ਦੁਨੀਆ ਦੇ ਵਿੱਚ। ਤੇ ਇਸ ਧਰਮ ਦੇ ਇਹ ਵੀ ਇੱਕ ਬਹੁਤ ਖੂਬੀ ਆ, ਇਹਨਾਂ ਕਿਸੇ ਪਰ ਜ਼ੁਲਮ ਨਹੀਂ ਕੀਤਾ। ਜੇ ਰਾਜ ਵੀ ਆਇਆ ਤੇ ਰਾਜ ਵਿੱਚ ਇਹਨਾਂ ਨੇ ਸਾਰਿਆਂ ਨੂੰ ਨਿਆਂ ਦਿੱਤਾ ਪਾਏ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਗੱਲ ਕਰ ਲਓ, ਜਿਹੜਾ ਕਿ ਦੁਨੀਆ ਨੇ ਕਈਆਂ ਨੇ ਕਿਹਾ ਕਿ ਉਹ ਸਭ ਤੋਂ ਵਧੀਆ ਰਾਜ ਸੀਗਾ ਦੁਨੀਆ ਦੇ ਇਤਿਹਾਸ ਵਿੱਚ। ਸੋ ਇਸ ਲਈ ਸਿੱਖਾਂ ਨੇ ਜਿਹੜਾ ਰਿਕਾਰਡ ਬੰਨ ਕੀਤਾ ਉਹ ਸਾਰਿਆਂ ਦੇ ਸਾਹਮਣੇ ਆ। ਹਰ ਇੱਕ ਗੁਰਸਿੱਖ ਨੂੰ ਕੋਸ਼ਿਸ਼ ਕਰਨੀ ਚਾਹੀਦੀ ਆ ਅਰਦਾਸ ਰਾਹੀਂ, ਅਭਿਆਸ ਰਾਹੀਂ ਕਿ ਉਹ ਆਪਣੇ ਅੰਦਰੋਂ ਉਹ ਜਿਹੜੀ ਹੈਗੀ ਆ ਕਹਿ ਲਓ ਸਹਿਜ ਉਹਨੂੰ ਲੱਭੇ, ਉਹਨੂੰ ਪ੍ਰਾਪਤ ਕਰੇ। ਹਾਂ ਸਾਡੇ ਵੱਲ ਦੇਖ ਕੇ ਦੂਜੇ ਨੂੰ ਹੋਣਾ ਚਾਹੀਦਾ ਕਿ ਵਾਕਿਆ ਇਸ ਬੰਦੇ ਕੋਲ ਕੋਈ ਚੀਜ਼ ਹੈ। ਪਰ ਇਹਦੇ ਬਾਵਜੂਦ ਵੀ ਫਿਰ ਵੀ ਕਈਆਂ ਨੂੰ ਸਮਝਾਉਣਾ ਪੈਂਦਾ ਜਿਹੜੇ ਜ਼ਿਆਦਾ ਠਗੇ ਜਾਂਦੇ ਆ ਠਗਾ ਤੋਂ। ਸੋ ਮੇਰਾ ਭਾਵੇਂ ਕਹਿੰਦਾ ਸੀਗਾ ਬਈ ਆਪਾਂ ਇਹਨੇ ਪ੍ਰੋਫੈਸ਼ਨਲ ਨਹੀਂ ਜਿੰਨੇ ਉਹ ਠੱਗ ਪ੍ਰੋਫੈਸ਼ਨਲ ਹੋ ਲਿਆ ਠਗਣ ਵਿੱਚ। ਉਹ ਆਪਣੀ ਰੱਖੇ ਹੋਏ ਜੱਟ ਰੱਖੇ ਹੋਆ ਲੋਕਾਂ ਨੂੰ ਪਤਿਆਉਣ ਲਈ ਜੀ ਬਾਬਾ ਆਹ ਕਰਵਾਤ ਕੀਤੀ, ਬਾਈ ਨੇ ਆਹ ਕਰ ਕੀਤੀ ਕੁਛ ਨਾ ਹੋਵੇ, ਪਰ ਕੋਈ ਇੰਨਾ ਝੂਠ ਬੋਲਦੇ ਆ ਜਿਹੜੇ ਆਮ ਨੂੰ ਠਗੇ ਜਾਂਦੇ ਆ। ਇਸ ਲਈ ਹਰ ਇੱਕ ਗੁਰਸਿੱਖ ਵੀਰ ਭੈਣ ਨੂੰ, ਮੇਰੀ ਮਾਤਾ ਦੀ ਮੈਂ ਗੱਲ ਕਰਦਾ, ਬਹੁਤ ਚਿਰਾਂ ਦੀ ਗੱਲ, 30-40 ਸਾਲ ਦੀ ਗੱਲ ਹੋਣੀ ਚਾਹੀਦੀ ਜ਼ਿਆਦਾ ਹੋਵੇ, ਤੇ ਉਹ ਲੈਸਟਰ ਵਿੱਚ ਨਿਰੰਕਾਰੀਆਂ ਨੇ ਆਪਣਾ ਕੀਤਾ ਪ੍ਰੋਗਰਾਮ ਜਾਂ ਘਰਾਂ ਵਿੱਚ ਬੀਬੀਆਂ ਨੇ। ਤੇ ਉਹ ਇੱਕ ਬੀਬੀ ਮੇਰੀ ਮਾਤਾ ਨੂੰ ਕਹਿੰਦੀ ਕਿ ਭਾਈ ਤੁਸੀਂ ਵੀ ਆਇਓ, ਸਾਡੇ ਬਹੁਤ ਆਨੰਦ ਆਉਂਦਾ ਹੈ, ਬਹੁਤ ਬਾਬਾ ਜੀ ਬਹੁਤ ਕਿਰਪਾ ਕਰਦੇ ਆ। ਤੇ ਬੀਬੀ ਕਹਿੰਦੀ ਜੇ ਮੈਂ ਪਹਿਲਾਂ ਮਰ ਗਈ ਤੇ ਬਾਬਾ ਜੀ ਕਹਿੰਦੇ ਮੈਂ ਬਚਾਉਣ ਕਿਹਾਂ ਜਾ ਕੇ। ਕਹਿੰਦੀ ਤੂੰ ਨਹੀਂ ਉਹ ਨਿਰੰਕਾਰ ਆ, ਉਹ ਤੇ ਇੱਥੇ ਆ ਜਿਹੜੇ ਪੁੱਠਾ ਜਿਹਾ ਸਵਾਲ ਕਰਤਾ, ਮੈਨੂੰ ਕੋਈ ਜਵਾਬ ਹੀ ਨਾ ਆਵੇ। ਨਾਲੇ ਮੇਰੀ ਮਾਂ ਕੋਰੀ ਅਨਪੜ੍ਹ ਸੀਗੀ, ਪਰ ਉਹਨੂੰ ਵਿਸ਼ਵਾਸ ਇਹਨਾਂ ਸੀ ਗੁਰੂ ਮਹਾਰਾਜ ਉੱਪਰ, ਉਹਨੂੰ ਕੋਈ ਸ਼ਰੀਰ ਡਰਾ ਨਹੀਂ ਸਕਦਾ ਸੀਗਾ। ਸੋ ਇਹ ਇਹੋ ਜਿਹਾ ਜਿਹੜਾ ਵਿਸ਼ਵਾਸ ਹੁੰਦਾ ਆ ਉਹ ਇੰਨਾ ਪਾਵਰਫੁਲ ਹੋਵੇ ਕਿ ਬੰਦਾ ਦੂਰੋਂ ਚੱਲ ਜਾਵੇ। ਮੇਰੇ ਨਾਲ ਖੁਦ ਵਾਪਰੀ ਗੱਲ, ਜਦੋਂ ਮੈਂ ਅੰਮ੍ਰਿਤ ਛਕਿਆ ਤੇ ਇੱਕ ਵਾਰੀ ਬਹੁਤ ਅਰਲੀ ਜਦੋਂ ਸ਼ੁਰੂ ਹੋਇਆ ਉਦੋਂ ਦੀ ਗੱਲ ਆ, ਲੈਸਟਰ ਵਿੱਚ ਨਹੀਂ ਕੀਤਾ, ਇੱਕ ਸਮਾਗਮ ਨਿਰੰਕਾਰੀਆਂ ਨੇ ਇੱਕ ਸਕੂਲ ਵਿੱਚ ਕੀਤਾ। ਤੇ ਮੈਨੂੰ ਕਿਸੇ ਨੇ ਕਿਹਾ ਵੀ ਸਤਸੰਗਤ ਹੋ ਰਿਹਾ, ਜਮ ਚੱਲੀ ਆ ਗਿਆ ਸੁਣੀਏ ਸਤਸੰਗਤ ਆ। ਮੈਂ ਕਿਹਾ ਹਾਂ ਵੀ ਤਾਂ ਚੰਗੀ ਗੱਲ ਆ, ਇਹ ਸਤਸੰਗਤ ਦਾ ਕੀਰਤਨ ਸੁਣਾਂਗੇ। ਜਾਂ ਉੱਥੇ ਗਏ, ਉੱਥੇ ਕਾਫੀ ਬੰਦੇ ਬੈਠੇ, ਥੱਲੇ ਹੀ ਇੱਕ ਸਟੇਜ ਜਿਹਾ ਬਣਾਇਆ, ਉਹ ਚੇਅਰ ਤੇ ਬੈਠਾ ਤੇ ਇੱਕ ਬਾਜੀ ਕੋਲ ਬੈਠਾ ਤੇ ਉਹ ਸ਼ਬਦ ਗਾ ਰਿਹਾ ਤੇ ਨਾਲੇ ਸ਼ਬਦ ਗਾ ਰਿਹਾ ਤੇ ਵਿੱਚ ਵੀ ਲਾਪਿਆ ਵਿਖਿਆਨ ਕਰਨ। ਪਰ ਮੈਂ ਦੇਖਿਆ ਵੀ ਇਹ ਟਿਚਰਾਂ ਕਰ ਰਿਹਾ ਗੁਰਬਾਣੀ ਨੂੰ ਵਿਖਿਆਨ ਦੇ ਵਿੱਚ ਹੀ। ਇਹ ਗੱਲ ਠੀਕ ਨਹੀਂ ਕਰ ਰਿਹਾ, ਨਾ ਮਹਾਰਾਜ ਪ੍ਰਕਾਸ਼ ਆ ਨਾ ਕੁਛ ਹੋ ਰਿਹਾ। ਤੇ ਪਤਾ ਲੱਗਾ ਬਾਅਦ ਚ ਨਿਰੰਕਾਰੀ ਆ। ਮੈਂ ਕੰਨਾਂ ਨੂੰ ਹੱਥ ਲਾਇਆ, ਮੁੜ ਕੇ ਮੈਂ ਕਦੀ ਇਹਨਾਂ ਨੇ ਇਹੋ ਜਿਹੇ ਬੰਦਿਆਂ ਕੋਲ ਜਾਣਾ ਹੀ ਨਹੀਂ ਹੋ, ਕਿਉਂਕਿ ਇਹ ਬੰਦਿਆਂ ਦਾ ਜਿਹੜਾ ਹੈਗਾ ਆ ਧਰਮ, ਦੀਨ, ਅਮਾਨ ਉਹ ਇੰਨਾ ਕਹਿ ਲਓ ਗਿਰਿਆ ਹੋਇਆ ਆ। ਇਹ ਤੋਂ ਬਚਣਾ ਚੰਗੇ ਹਾਲ ਨਾਲ। ਇਹ 70 ਪਹਿਲਾਂ ਦੀ ਗੱਲ ਆ, 78 ਤੋਂ ਮੇਰੇ ਖਿਆਲ ਹੋ ਸਕਦਾ 72 73 ਦੀ ਗੱਲ ਹੋਵੇ। ਸੋ ਉਦੋਂ ਦਾਸ ਨੇ ਮਨ ਬਣਾ ਲਿਆ ਕਿ ਮੁੜ ਕੇ ਕਦੀ ਇਹਦੇ ਕੋਲ ਜਾ ਕੇ ਜਾਣਾ ਹੀ ਨਹੀਂ ਹੋ। ਜਿਹੜੇ ਬਾਣੀ ਨੂੰ ਤੇ ਟਿਚਰਾ ਕਰਦੇ ਆ ਜਾਂ ਮਖੌਲ ਕਰਦੇ ਆ ਤੇ ਗੁਰਸਿੱਖਾਂ ਨੂੰ ਮਖੌਲ ਕਰਦੇ ਆ। ਸੋ ਇਹਨਾਂ ਦਾ ਕੋਈ ਨਵਾਂ ਕੰਮ ਨਹੀਂ ਹੋ, ਇਹ ਉਦੋਂ ਤੋਂ ਲੱਗੇ ਹੋ ਆ, ਪਰ ਹੈ ਸਾਰਾ ਇਹਨਾਂ ਦਾ ਪਖੰਡ। ਇਹ ਪੱਕੀ ਗੱਲ ਆ, ਇਹਨਾਂ ਕੋਲ ਹੈ ਕੋਈ ਚੀਜ਼ ਨਹੀਂ ਹੋ। ਪਰ ਲੇਕਿਨ ਇਹਨਾਂ ਦਾ ਜਿਹੜਾ ਪ੍ਰੈਜੈਂਟੇਸ਼ਨ ਆ ਨਾ, ਉਹਨੇ ਕੋਈ ਬੁੱਧੂ ਬਣਾਉਂਦਾ। ਲੋਕੀ ਕਹਿੰਦੇ ਖਰੇ ਬਹੁਤ ਵੱਡੀ ਚੀਜ਼ ਆ ਕਿ ਰੱਬ ਮਿਲ ਜਾਣਾ। ਰੱਬ ਕੋਈ ਨਹੀਂ ਮਿਲਣਾ। ਜੇ ਪੁੱਛਿਆ ਰੱਬ ਕਿੱਥੇ, ਕਹਿੰਦੇ ਜੀ ਆਹ 2 ਹੱਥ ਖੜੇ ਕਰ ਲਓ, 2 ਹੱਥ ਏਦਾਂ। ਤੇ ਜਿਹੜੇ ਬੱਚੇ ਕੀ ਆ ਇਹ ਕਹਿੰਦੇ ਰੱਬ ਆ, ਨਾ ਇਹਦਾ ਕੋਈ ਰੂਪ ਹੈ ਵਾਸਤਾ, ਆਹ ਰੱਬ ਖੜ ਲੱਭਾ ਆ। ਸੋ ਇਸ ਲਈ ਮੇਰੀ ਤਾਂ ਪੁਰਜੋਰ ਬੇਨਤੀ ਆ ਸਮੂਹ ਸੰਗਤਾਂ ਨੂੰ
ਜੋ ਤੁਹਾਨੂੰ ਮਿਲਿਆ ਆ ਗੁਰੂ ਗ੍ਰੰਥ ਸਾਹਿਬ, ਤੁਹਾਡਾ ਗੁਰੂ, 10 ਗੁਰੂ ਸਾਹਿਬਾਨ, ਉਹਨਾਂ ਦਾ ਇਤਿਹਾਸ, ਉਹਦੀ ਬਰਾਬਰੀ ਕੋਈ ਵੀ ਦੁਨੀਆ ਦਾ ਧਰਮ ਨਹੀਂ ਕਰ ਸਕਦਾ। ਸੋ ਤੁਸੀਂ ਭਾਗਾ ਵਾਲੇ ਆ, ਬਿਲਕੁਲ ਜੀ। ਭਾਗਾ ਵਾਲੇ ਹੋ ਕੇ ਜਿਹੜੀ ਵਸਤੂ ਮਾਨ ਤੋਂ ਦੇਣੀ ਉਹ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰੋ। ਹਾਂਜੀ ਜੀ ਡਾਕਟਰ ਸਾਹਿਬ। ਹਾਂਜੀ ਹਾਂਜੀ, ਵੈਸੇ ਬਹੁਤ ਜ਼ਿਆਦਾ ਇਸ ਵਿਸ਼ੇ ਤੇ ਗੱਲ ਹੋ ਗਈ ਹੈ, ਮੈਂ ਸ਼ਾਰਟ ਵਿੱਚ ਹੀ ਰੱਖੂੰਗਾ। ਪਹਿਲੀ ਗੱਲ ਤੇ ਇਹ ਆ ਕਿ ਜਿਹੜਾ ਸਾਡਾ ਹੁਕਮਨਾਮਾ ਆ ਉਹ ਵਾਪਸ ਨਹੀਂ ਹੋਇਆ, ਤੇ ਹੁਕਮਨਾਮੇ ਉੱਤੇ ਸਾਨੂੰ ਪਹਿਰਾ ਦੇਣ ਦੀ ਲੋੜ ਹੈਗੀ, ਜਿਹੜੀ ਅਕਾਲ ਤਖਤ ਤੋਂ 1978 ਦੇ ਬਾਅਦ ਕੱਢਿਆ ਗਿਆ ਸੀ ਕਿ ਨਿਰੰਕਾਰੀਆਂ ਨਾਲ ਰੋਟੀ ਬੇਟੀ ਦੀ ਸਾਂਝ ਨਹੀਂ ਰੱਖਣੀ, ਇਹ ਹੁਕਮਨਾਮਾ ਹੈ। ਚਲੋ, ਦੂਜਾ ਇਹ ਹੈਗਾ ਕਿ ਸੋਸ਼ਲ ਲਾਈਫ ਜਿਹੜੀ ਹੈ ਨਾ, ਉਹ ਤੁਹਾਡੇ ਕਈ ਮੇਲ ਦੇ ਵਿੱਚ ਆਉਂਦੇ ਆ ਜਿਨ੍ਹਾਂ ਨੂੰ ਤੁਸੀਂ ਲਾਈਕ ਵੀ ਨਹੀਂ ਕਰਦੇ, ਪਰ ਉੱਥੇ ਆਉਂਦਾ ਜਿਹੜੀ ਤੁਸੀਂ ਗੱਲ ਕਹੀ ਸੀ ਨਾ, ਤੁਹਾਡੀ ਆਪਣੀ ਦ੍ਰਿੜਤਾ। ਤੇ ਗੁਰੂ ਸਾਹਿਬ ਕਹਿੰਦੇ ਜੇ ਕੋਈ ਨਿੰਦ ਕਰੇ ਹਰ ਜਨ ਕੀ, ਆਪਣਾ ਗੁਣ ਨਾ ਗਵਾਵੇ। ਜਿਹੜਾ ਤੁਹਾਡੇ ਅੰਦਰ ਗੁਣ, ਜਿਹੜਾ ਸਿੱਖੀ ਦਾ ਪ੍ਰਮਾਤਮਾ ਨੇ ਦਿੱਤਾ ਹੈ ਨਾ, ਗੁਰੂ ਨੇ ਦਿੱਤਾ ਆ, ਉਹ ਆਪਾਂ ਗਵਾਉਣਾ ਨਹੀਂ ਕਿਸੇ ਹਾਲਤ ਵਿੱਚ, ਕਿਉਂਕਿ ਸਭ ਤੋਂ ਵੱਡਾ ਸਤਿਗੁਰੂ ਨਾਨਕ, ਤੇ ਇਸ ਤੋਂ ਵੱਡਾ ਹੋਰ ਕੋਈ ਪੀਰ ਪੈਗੰਬਰ ਸਿੱਖਾਂ ਲਈ ਨਹੀਂ ਹੈਗਾ, ਤੇ ਨਾ ਹੋਇਆ ਤੇ ਨਾ ਹੋਣਾ ਆ। ਗੁਰੂ ਨਾਨਕ ਸਾਹਿਬ ਤੇ ਸਾਰੇ 10 ਗੁਰੂਆਂ ਤੋਂ, ਤੇ ਜਿਹੜੀ ਗੁਰਬਾਣੀ ਸਾਨੂੰ ਦੇ ਗਏ ਨੇ, ਤੇ ਉਹ ਜੇ ਤੁਹਾਡਾ ਮਨ ਦ੍ਰਿੜ ਆ, ਪਹਿਲੀ ਤਾਂ ਗੱਲ ਤੇ ਦ੍ਰਿੜਤਾ, ਜੇ ਤੁਹਾਡਾ ਮਨ ਦ੍ਰਿੜ ਆ ਤੇ ਫਿਰ ਤੁਸੀਂ ਸੋਸ਼ਲ ਲਾਈਫ ਦੇ ਵਿੱਚ ਮੇਲ ਜੋਲ, ਆਉਣ ਜਾਣ, ਜਿਹੜਾ ਸੋਸ਼ਲ ਥੋੜਾ ਬਹੁਤਾ ਉਹ ਤੁਸੀਂ ਰੱਖ ਸਕਦੇ ਆ, ਗੂੜ ਨਹੀਂ, ਲਿਟਲ ਬਿਟ ਰੋਜ਼ਮਰਾ ਦੀ ਜ਼ਿੰਦਗੀ ਵਿੱਚ ਕਿਤੇ ਤੁਸੀਂ ਮਿਲ ਗਏ, ਚਲੋ ਹਾਂ ਹੈਲੋ ਕਹਿ ਦਿੱਤਾ, ਜਿਸ ਕਰਦਾ। ਜੇ ਤੁਸੀਂ ਗੂੜੀ ਮਿੱਤਰਤਾ ਕਰਨੀ ਚਾਹੁੰਦੇ ਆ, ਤੇ ਗੂੜੀ ਮਿੱਤਰਤਾ ਦਾ ਡੇਂਜਰ ਇਹ ਹੁੰਦਾ ਕਿ ਜਿਹੜਾ ਮਿੱਤਰ ਆ ਨਾ, ਉਹ ਤੁਹਾਡੇ ਜਿਹੜੇ ਆ ਆਈਡੀਆ ਨੂੰ ਇਨਫਲੂਐਂਸ ਕਰਦਾ ਹੀ ਕਰਦਾ ਹੈ। ਇਸੇ ਕਰਕੇ ਸਤਿਗੁਰਾਂ ਨੇ ਸਾਨੂੰ ਸੰਗਤ ਬਾਰੇ ਬਹੁਤ ਅਗਾਹ ਕੀਤਾ ਕਿ ਸੰਗਤ ਸਾਨੂੰ ਗੁਰਸਿੱਖਾਂ ਦੀ ਕਰਨੀ ਚਾਹੀਦੀ ਆ, ਸੰਗਤ ਦਾ ਬਹੁਤ ਲਾਭ ਆ, ਸੰਗਤ ਦੇ ਨਾਲ ਹੀ ਪਰਮਾਤਮਾ ਪਾਇਆ ਜਾਂਦਾ, ਕਿਉਂਕਿ ਤੁਹਾਡੀ ਮਨ ਦੀ ਜਿਹੜੀ ਕੰਡੀਸ਼ਨਿੰਗ ਆ ਉਹ ਸੰਗਤ ਦੇ ਨਾਲ ਹੋਣੀ ਆ। ਤੇ ਜੇ ਤੁਸੀਂ ਸੰਗਤ ਇਦਾਂ ਦੇ ਬੰਦੇ ਨਾਲ ਕਰੋਗੇ ਜਿਹੜਾ ਐਂਟੀ ਗੁਰਮਤ ਆ, ਤੁਹਾਡੇ ਤੇ ਉਹਦਾ ਅਸਰ ਹੋਣਾ ਹੀ ਹੋਣਾ ਆ। ਤੇ ਜਾਂ ਤੁਸੀਂ ਇੰਨੇ ਜ਼ਿਆਦਾ ਸਟਰੋਂਗ ਹੋਵੋ, ਜਿੱਦਾਂ ਕਿ ਹੁਣ ਅੱਜ ਕੱਲ੍ਹ ਸਿੱਖਾਂ ਦੇ ਵਿੱਚ ਵੀ ਆ ਗਏ ਨੇ ਜਿਹੜੇ ਕਿ ਗੁਰਬਾਣੀ ਦੇ ਉੱਤੇ ਵੀ ਕਿੰਤੂ ਪਰੰਤੂ ਕਰਦੇ ਨੇ, ਸਾਡੇ ਇਤਿਹਾਸ ਤੇ ਵੀ ਕਿੰਤੂ ਪਰੰਤੂ ਕਰਦੇ ਨੇ, ਉਹਦੀ ਇੰਟਰਪ੍ਰੀਟੇਸ਼ਨ ਜਿਹੜੀ ਉਹ ਨਾਸਤਕਤਾ ਦੇ ਨਾਲ ਕਰਦੇ ਆ, ਕੁਦਰਤ ਨੂੰ ਹੀ ਰੱਬ ਬਣਾ ਦਿੰਦੇ ਆ, ਜਨਮ ਮਰਨ ਨੂੰ ਨਹੀਂ ਮੰਨਦੇ, ਹੋਰ ਕਈ ਚੀਜ਼ਾਂ। ਤੁਸੀਂ ਉਹਨਾਂ ਦੀ ਵੀ ਜੇ ਸੰਗਤ ਕਰੋਗੇ ਤੇ ਤਾਂ ਵੀ ਤੁਸੀਂ ਭੰਬਲ ਭੂਸੇ 'ਚ ਪੈ ਜਾਓਗੇ, ਸਿਰਫ ਨਿਰਕਾਰੀਆਂ ਦੀ ਨਹੀਂ ਗੱਲ। ਇਸ ਕਰਕੇ ਸੰਗਤ ਬੜੀ ਚੁਣ ਕੇ ਕਰਨੀ ਆ। ਤੇ ਦੂਜਾ ਇਹ ਆ ਵੀ ਜੇ ਤੁਸੀਂ ਥੋੜਾ ਬਹੁਤਾ ਲੈਣ ਦੇਣ ਜੇ ਤੁਹਾਡਾ ਹੈਗਾ ਆ ਨਾ ਜ਼ਿੰਦਗੀ ਦੇ ਵਿੱਚ, ਪਰ ਤੁਹਾਨੂੰ ਆਪਣੇ ਅੰਦਰ ਦੇ ਵਿੱਚ ਬਹੁਤ ਜ਼ਿਆਦਾ ਸਟਰੋਂਗ ਹੋਣ ਦੀ ਲੋੜ ਹੈ। ਤੁਹਾਡੀ ਆਪਣੀ ਕਨਵਿਕਸ਼ਨ ਇੰਨੀ ਜ਼ਿਆਦਾ ਹੋਵੇ ਕਿ ਤੁਹਾਨੂੰ ਕੋਈ ਡਲਾ ਨਹੀਂ ਸਕੇ, ਤੇ ਇਸ ਕਰਕੇ ਤੁਹਾਨੂੰ ਬਹੁਤ ਜ਼ਿਆਦਾ ਕੇਅਰਫੁਲ ਰਹਿਣ ਦੀ ਲੋੜ ਹੈ, ਮੈਂ ਇਹੀ ਕਹੂੰਗਾ। ਜੀ ਠੀਕ ਹੈ ਜੀ। ਪੁਰੀਵਾਲ ਸਾਹਿਬ, ਆਪ ਜੀ ਨੇ ਇਹਦੇ ਵਿੱਚ ਕੁਝ ਐਡ ਕਰਨਾ ਜਾਂ ਆਪਾਂ ਅਗਲੇ ਸਵਾਲ ਵੱਲ ਚੱਲੀਏ ਜੀ? ਇੱਕ ਮਿੰਟ ਮੈਂ ਲਾਣਾ ਥੋੜਾ, ਮੈਂ ਦੱਸਦਾ ਵੀ ਨਿਰੰਕਾਰੀ ਵੀ ਦੋ ਆ। ਜਿਹੜਾ ਮੁਹਾਲੀ ਵਿੱਚ ਆ ਉਹ ਨਿਰੰਕਾਰੀ ਆ, ਜਿਹੜੇ ਗੁਰਾਂ ਸਾਨੂੰ ਗੁਰੂ ਮੰਨਦੇ ਆ, ਤੇ ਪ੍ਰਾਪਤਨ ਜਿਹੜਾ ਇਹਨਾਂ ਦੇ ਪਹਿਲੇ ਮੁਖੀ ਹੋਏ ਆ ਉਹਨਾਂ ਨੂੰ ਫੋਲੋ ਕਰਦੇ ਆ। ਦੂਜਿਆਂ ਦਾ ਡੇਰਾ ਗਵਰਨਮੈਂਟ ਇੰਡੀਆ ਜਿਹੜੀ ਆ ਉਹ ਸਪੋਰਟ ਕਰ ਰਹੀ ਆ, ਤੇ ਉਹ ਬਹੁਤ ਵੱਧ ਗਿਆ ਹੈਗਾ। ਉਹ ਆ ਜਿਹੜੇ 78 ਦੇ ਵਿੱਚ ਦੇ ਨਾਲ ਆ ਸਾਕਾ ਆਪਣੇ ਵਰਤੇ 78 ਵਿਸਾਖੀ ਦੇ ਵਾਪਰਿਆ ਸੀਗਾ। ਪਰ ਮੈਂ ਥੋੜੀ ਜਿਹੀ ਗੱਲ ਹੋਰ ਕਰਨ ਲੱਗਾ, ਅਸੀਂ ਠੀਕ ਹੈ ਆਪਣਾ ਕੁਐਸਚਨ ਬਹੁਤ ਸੋਹਣਾ ਪਾਇਆ, ਜਿਹੜੇ ਵੀਰ ਨੇ ਪਾਇਆ ਹੈਗਾ, ਇਹਦੀ ਚਰਚਾ ਹੋਣੀ ਚਾਹੀਦੀ ਸੀ, ਜਿਹਦੀ ਚਰਚਾ ਹਰੇਕ ਵਿੱਚ ਹੋਣੀ ਚਾਹੀਦੀ ਹੈਗੀ ਆ। 78 ਤੋਂ ਬਾਅਦ ਉਹਨੇ ਇਕੱਲੇ ਯੂਪੀ ਵਿੱਚ ਕਈ ਹੋਰ ਸ਼ਹਿਰਾਂ ਦੇ ਵਿੱਚ, ਕਾਨਪੁਰ ਵੀ ਕਈ ਥਾਈਂ ਸਿੰਘ ਸ਼ਹੀਦ ਹੋਏ ਸੀ ਇਹਨਾਂ ਟੱਕਰ ਲੈਂਦੇ ਹੋਏ। ਅਸੀਂ ਬਾਅਦ ਸਾਰਾ ਧਿਆਨ ਆਪਣਾ, ਅਸੀਂ ਆਪਣੀ એનર્ਜੀ ਸਾਰੀ ਲਾ ਲਈ, ਆਪਣੀਆਂ ਸੰਸਥਾਵਾਂ ਵਿੱਚ ਲਾ ਲਈ, ਜਦ ਕਿ ਇਹ ਅੱਗੇ ਨਾਲੋਂ 70 ਹੁਣ ਕਈ ਗੁਣਾ ਜ਼ਿਆਦਾ ਵੱਧ ਚੁੱਕੇ ਆ। ਇੱਕ ਵਾਰੀ ਮੈਂ ਦਿੱਲੀੋਂ ਆ ਰਿਹਾ ਸੀ, 2-3 ਸਾਲ ਪਹਿਲਾਂ ਦੀ ਗੱਲ ਆ, ਦਿੱਲੀ ਤੋਂ ਲਾ ਕੇ ਅੰਬਾਲੇ ਲਾਗੇ ਫੰਕਸ਼ਨ ਸੀਗਾ, ਤੇ ਘੱਟ 100 ਏਕੜ ਦੇ ਥਾਂ ਬੋਰਡ ਇਹਨਾਂ ਦੇ ਸਾਰੀ ਜੀਟੀ ਨੂੰ ਭੜੀ ਪਈ ਸੀਗੀ, ਤੇ ਉਹ ਐਡਾ ਵੱਡਾ ਪੰਡਾਲ ਬਣਿਆ, ਦੂਰੋਂ ਦੀਦਾ ਸੀ। ਮੈਂ ਆਪਣੀ ਗੱਡੀ 'ਚ ਬੈਠਾ ਸੀਗਾ, ਉਹ ਤੇ ਇਦਾਂ ਲੱਗਦਾ ਵੀ ਕਈ ਲੱਖਾਂ ਦਾ ਇਕੱਠ ਹੋਣਾ ਹੈਗਾ। ਤੇ ਮੈਂ ਤਾਂ ਆਪਣੇ ਵੀਰਾਂ ਨੂੰ ਇਹ ਕਹਿਣਾ ਨਾ ਵੀ ਆਪਾਂ ਨੂੰ ਇਹਨਾਂ ਦੀ ਕਹਿੰਦਾ ਆਪਾਂ ਨੂੰ ਬਹੁਤੀ ਜੋ ਇਹਨਾਂ 'ਚ ਲੜਾਈ ਝਗੜੇ ਲੁੱਟਦੇ ਕਿੱਦਾਂ ਲੁੱਟਦੇ, ਆਪਾਂ ਨੂੰ ਇਹਦੀ ਜਾਣਕਾਰੀ ਬਹੁਤ ਘੱਟ ਆ। ਆਪਾਂ ਨੂੰ ਕੋਈ ਨਾ ਕੋਈ ਸਿੱਖ ਦੀ ਡਿਊਟੀ ਲੱਗਣੀ ਚਾਹੀਦੀ ਆ ਵੀ ਕਿੱਦਾਂ ਲੋਕਾਂ ਨੂੰ ਠੱਗਦੇ ਆ, ਕਿੱਦਾਂ ਨਾਲ ਜੋੜਦੇ ਆ, ਕਿੱਦਾਂ ਇਹ ਕਰਦੇ ਆ। ਇਹਨਾਂ ਦੇ ਤੀਵਨ ਪਰਿਵਾਰ ਦੇ ਸਾਰੇ ਮੈਂਬਰ ਕੈਨੇਡਾ ਦੇ ਵਿੱਚ, ਇਹਨਾਂ ਦੇ ਜਿਹੜੇ ਮੁਖੀ ਸੀਗੇ ਉਹ ਚੜ੍ਹਾਈ ਕਰ ਗਏ ਸੀਗੇ, ਐਕਸੀਡੈਂਟ ਹੋਇਆ ਸੀ 1-2 ਸਾਲ ਪਹਿਲਾਂ ਦੀ ਗੱਲ ਹੈਗੀ ਆ। ਇਹ ਅੱਗੇ ਨਾ ਵਧੇ ਆ। ਮੈਂ ਖਾਸ ਇਹਨਾਂ ਨੂੰ ਬੇਨਤੀ ਕਰਨਾ ਚਾਹੁੰਦਾ ਹੈਗਾ ਬਈ ਇਹਨਾਂ ਤੋਂ ਬਚੋ, ਬਹੁਤ ਤੇਜ਼ੀ ਨਾਲ। ਸਾਡੀ ਨਿੱਕੀ ਜਿਹੀ ਗੱਲ ਨੂੰ ਵੀ ਅਸੀਂ ਨਾ ਮੀਡੀਆ ਵਿਛਾਲ ਦਿੰਦੇ ਆ, ਇੱਕ ਦੂਜੇ ਨੀਵਾਂ ਦਿਖਾਉਣ ਲੱਗ ਪੈਂਦੇ ਆ, ਤੇ ਇਹ ਸਾਡੀ ਇਹਨਾਂ ਦੀਆਂ ਗੱਲਾਂ ਨੂੰ ਲੈ ਕੇ ਨਾ ਇਹ ਲੋਕਾਂ ਨੂੰ ਗੁੰਮਰਾਹ ਕਰਦੇ ਆ, ਸਾਡੇ ਬਾਕੀ ਪਰਿਵਾਰ ਨੂੰ, ਸਿੱਖ ਪਰਿਵਾਰਾਂ ਨੂੰ। ਆਪਾਂ ਕੋਸ਼ਿਸ਼ ਕਰਿਆ ਕਰੋ ਜਿੱਥੇ ਨਾ ਗੱਲ ਕੋਈ ਖਿਆਲਾਂ ਦੇ ਫਰਕ ਦੀ ਹੁੰਦੀ ਆ ਨਾ, ਉਹ ਸਾਨੂੰ ਵਾਰ-ਵਾਰ ਸੋਸ਼ਲ ਮੀਡੀਆ ਜਾਂ ਇਲੈਕਟ੍ਰੋਨਿਕ ਮੀਡੀਆ ਕਿਤੇ ਵੀ ਜਾਂ ਪ੍ਰਿੰਟ ਮੀਡੀਆ 'ਚ ਜਾਣੀ ਨਹੀਂ ਚਾਹੀਦੀ ਹੁੰਦੀ। ਸਾਨੂੰ ਸਾਡੇ ਬਜ਼ੁਰਗਾਂ ਨੂੰ ਬਹਿ ਕੇ ਰਲ ਕੇ ਸੰਸਥਾ ਨੂੰ ਫੈਸਲੇ ਕਰਨੇ ਚਾਹੀਦੇ ਹੁੰਦੇ ਆ। ਇਸ ਲਈ ਸਾਡੇ ਜਾਂ ਨਾ ਹਰੇਕ ਹੀ ਬੰਦਾ ਆਪੋ ਆਪਣੀ ਗੱਲ ਕਰੀ ਜਾਂਦਾ ਜੀ, ਉਹ ਜੋ ਅਕਾਲੀ ਮਾੜੇ, ਸ਼੍ਰੋਮਣੀ ਕਮੇਟੀ ਮਾੜੀ ਹੈ, ਜਥੇਦਾਰ ਠੀਕ ਨੇ ਜੀ, ਫਲਾਨਾ ਜਥੇਦਾਰ ਫੜਿਆ ਗਿਆ, ਫਲਾਨਾ ਫੜਿਆ ਗਿਆ। ਕਈ ਵਾਰੀ ਮੈਂ ਦੇਖਿਆ ਉਹ 90% ਝੂਠੀਆਂ ਚੀਜ਼ਾਂ ਹੁੰਦੀਆਂ।
ਇੱਕ ਇੱਥੇ ਮੈਂ ਥੋੜੀ ਜਿਹੀ ਗੱਲ ਇੱਕ ਹੋਰ ਕਰਾਂ, ਪਿਛਲੀ 2 ਵੀਕਾਂ ਦੀ ਨਾ ਟੇਪ ਬਹੁਤ ਪ੍ਰਚਲਿਤ ਆ, ਸ਼ਾਇਦ ਤੁਸੀਂ ਵੀ ਦੇਖੀ ਹੋਣੀ। ਮੈਂ 2-3 ਬੰਦੇ ਲੜਿਆ ਜੀ ਤੇ ਮੈਨੂੰ ਕੱਲ ਹੀ ਘੱਲੀ ਆ, ਤੁਹਾਡੇ ਤੇ ਕੇਸ ਹੋ ਸਕਦਾ ਹੈਗਾ। ਇੱਥੇ ਇੱਕ ਗੁਰਮੁਖ ਸਿੰਘ ਹੈਗਾ, ਧੰਨਾ ਸਿੰਘ ਆ ਉਹਦਾ ਨਾਂ ਦਾ, ਸ਼ਾਇਦ ਹੋਰ ਵੀ ਕਿਹਾ ਵੀ ਦੇਖੀ ਹੋਗੀ। ਤੇ ਉਹਦੇ ਉੱਤੇ ਬਿਲਕੁਲ ਹੀ ਸਭ ਝੂਠ ਲੈ ਕੇ ਉਹਨੂੰ ਨਾ ਬਿਲਕੁਲ ਇਦਾਂ ਬਣਾਤਾ ਜਿੱਦਾਂ ਗਦਾਰ ਹੁੰਦਾ। ਤੇ ਕੌਣ ਕਰ ਰਹੇ? ਉਹ ਸਾਡੇ ਬੰਦੇ ਹੀ ਕਰ ਰਹੇ ਹੈਗੇ, ਜਦ ਕਿ ਜਿਹੜੇ ਬੰਦੇ ਦਾ ਸਿੰਘ ਸ਼ਹੀਦ ਹੋਇਆ ਸੀ ਉਹਦਾ ਭਰਾ ਦੀ ਮੈਨੂੰ ਆਪ ਚਿੱਠੀ ਮੈਨੂੰ ਆਈ ਆ, ਟੈਲੀਫੋਨ ਗੱਲ ਵੀ ਹੋਈ ਆ, ਸਿੰਘਾਂ ਨੇ ਦੱਸਿਆ ਵੀ ਬਿਲਕੁਲ ਝੂਠ ਬੋਲ ਰਹੇ ਹੈਗੇ ਆ ਇਹ ਬੰਦੇ। ਕੋਈ ਇਹਦੀ ਪੰਥ ਦੇ ਨਾਲ ਇਹਦੀ ਸੇਵਾਵਾਂ ਬਜਾਉਂਦੇ ਆ, ਪਰ ਕੋਈ ਇਹਨੇ ਕੋਈ ਉਹੋ ਜਿਹਾ ਕੰਮ ਨਹੀਂ ਕੀਤਾ ਜਿਹੜਾ ਪੰਥ ਨੁਕਸਾਨ ਪਹੁੰਚੇ। ਠੀਕ ਹੈ ਜੀ ਵਿਰੋਧ ਸਾਹਿਬ। ਸਾਰੇ ਜਿੰਨੇ ਵੀ ਸਿੰਘ ਹੈਗੇ ਆ, ਕੋਸ਼ਿਸ਼ ਆਪਣੇ ਇਲਾਕੇ ਪ੍ਰਚਾਰ ਦੀ ਥੋੜੀ ਤੀਜੀ ਲਿਆਈਏ। ਉਹ ਅੱਗੇ ਨਾ ਹਜ਼ਾਰਾਂ ਹੀ ਗੁਣਾ ਵੱਧ ਗਿਆ। ਮਤਲਬ ਜਿੱਥੇ ਤੱਕ ਮੈਂ ਜਿੱਥੇ ਤੱਕ ਉਹ ਦਿੱਲੀ ਦੇ ਪ੍ਰਭਾਵ ਦੇਖਿਆ, ਦਿੱਲੀ ਤੋਂ ਪੰਜਾਬ ਨੂੰ ਆਉਂਦੇ ਨੇ ਤੇ ਆਪਾਂ ਬਿਲਕੁਲ ਧਿਆਨ ਨਹੀਂ ਦੇ ਰਹੇ ਹੈਗੇ। ਨਾ ਸਾਡੇ ਜਿੰਨੀਆਂ ਸਾਡੀਆਂ ਸੰਦਾਂ ਵੱਡੀਆਂ ਹੈਗੀਆਂ ਉਹ ਇੱਧਰਲੇ ਪਾਸੇ ਧਿਆਨ ਦੀ, ਸਾਰੀ એનર્ਜੀ ਆਪੋ ਵਿੱਚ ਹੀ ਲਾਈ ਜਾਂਦੇ, ਆਪੋ ਵਿੱਚ ਇਹ ਇਮਰਾਨ ਜੇ ਨਹੀਂ ਚਾਹ ਨਹੀਂ ਠੀਕ ਸੰਸਥਾ, ਆਹ ਠੀਕ ਨਹੀਂ, ਆ ਚਾਹ ਗਲਤੀ, ਆਹ ਗਲਤੀ ਆ। ਥੋੜਾ ਇਹਦੇ ਵਿੱਚੋਂ 20% ਸਮਾਂ ਕੱਢ ਕੇ ਆਪਣੇ ਸਾਡੇ ਦੁਸ਼ਮਣ ਆ ਜਿਹੜੇ ਸਾਨੂੰ ਖਤਮ ਕਰਨਾ ਚਾਹੁੰਦੇ ਆ, ਜਿਹੜੀਆਂ ਸੰਤਾਂ ਨੇ ਤੋਂ ਬਾਅਦ ਇੰਨੇ ਲੱਖਾਂ ਸਿੰਘ ਸ਼ਹੀਦ ਹੋ ਗਏ ਹੈਗੇ ਆ, ਉੱਧਰ ਵੀ ਥੋੜਾ ਜਿਹਾ ਧਿਆਨ ਸਾਨੂੰ ਕੇਂਦਰਿਤ ਕਰਨਾ ਚਾਹੀਦਾ। ਮੈਂ ਤਾਂ ਮੇਰੇ ਵੱਡੀਆਂ ਸੰਤਾਂ ਨੂੰ, ਪੰਜਾਬ ਦੀਆਂ ਨੂੰ ਵੀ ਕੋਈ ਨਾ ਕੋਈ ਬੰਦਾ ਇਹਨਾਂ ਪ੍ਰੋਗਰਾਮ ਵਿੱਚ ਘੱਲਿਆ ਕਰੋ, ਜਿਹੜਾ ਉੱਥੋਂ ਆ ਕੇ ਸਾਨੂੰ ਸਾਰੀ ਜਾਣਕਾਰੀ ਦੇਵੇ, ਤਾਂ ਸਾਨੂੰ ਪਤਾ ਲੱਗ ਸਕੇ ਵੀ ਕਿੱਦਾਂ ਲੋਕਾਂ ਨੂੰ ਗੁੰਮਰਾਹ ਕਰੇ ਤੇ ਆਪਾਂ ਕਿੱਦਾਂ ਆਪਣੇ ਪਰਿਵਾਰਾਂ ਨੂੰ, ਆਪਣੇ ਸਿੱਖ ਪੰਥ ਨੂੰ ਕਿੱਦਾਂ ਬਚਾਉਣਾ ਹੈਗਾ। ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ ਜੀ ਪਰਿਵਾਲ ਸਾਹਿਬ। ਵੀਰ ਜੀ, ਆਪ ਜੀ ਦੇ ਸਵਾਲ ਤੋਂ ਅਸੀਂ ਬਹੁਤ ਵਿਸਥਾਰ ਨਾਲ ਡਿਸਕਸ ਕੀਤਾ, ਸੋ ਅਸੀਂ ਇਸੇ ਨਿਚੋੜ ਤੇ ਪਹੁੰਚੇ ਹਾਂ। ਪਹਿਲਾਂ ਤਾਂ ਤੁਸੀਂ ਆਪਣੇ ਆਪ ਨਾਲ ਸੰਤੁਲਨ ਜਿਹੜਾ ਆ ਗੁਰੂ ਸਾਹਿਬ ਜੀ ਦੇ ਨਾਲ ਮੇਲ ਜੋਲ ਜਿਹੜਾ ਆ ਉਹ ਹੋਰ ਵਧਾਓ, ਤਾਂ ਕਿ ਉਹ ਦੇਖਣ ਵਾਲਾ ਜਿਹੜਾ ਤੁਹਾਡਾ ਮਿੱਤਰ ਸੀਗਾ ਨਾ, ਉਹਨੂੰ ਪਤਾ ਲੱਗੇ ਕਿ ਵਾਕਿਆ ਯਾਰ ਵੀ ਇਹ ਬੰਦੇ ਬਹੁਤ ਸੁਖੀ ਆ ਜਿਹੜੇ ਗੁਰੂ ਸਾਹਿਬ ਜੀ ਦੇ ਨਾਲ ਜੁੜ ਗਏ ਆ। ਦੂਸਰੀ ਗੱਲ, ਅਤ ਪਿਆਰਾ ਭਵਿੱਖੂ ਕਿਉਂ ਸੰਜਮ ਕਰਨਾ ਤੁਹਾਡਾ ਫਰਜ਼ ਬਣਦਾ ਆ, ਜੇ ਉਹਨੂੰ ਸਮਝਾ ਸਕਦੇ ਹੋ ਤਾਂ। ਤੇ ਜੇ ਨਹੀਂ ਤੇ ਫਿਰ ਜੋ ਡਾਕਟਰ ਸਾਹਿਬ ਨੇ ਦੱਸਿਆ ਆ ਕਿ ਆਪਾਂ ਉਹਨਾਂ ਨਾਲ ਰੋਟੀ ਬੇਟੀ ਦੀ ਸਾਂਝ ਨਹੀਂ ਕਰਨੀ, ਕਿਉਂਕਿ ਉਹਨਾਂ ਦੀਆਂ ਜਿਹੜੀਆਂ ਗੁਰੂ ਸਾਹਿਬ ਤੋਂ ਉਲਟ ਗੱਲਾਂ ਹੁੰਦੀਆਂ ਆ ਨਾ, ਇਹ ਕਿਤੇ ਨਾ ਕਿਤੇ ਆਪਣੇ ਮਨ ਦੇ ਵਿੱਚ ਅਸਰ ਕਰਦੀਆਂ ਆ। ਤੁਸੀਂ ਡਿਸਟਰਬ ਫੀਲ ਕਰੋਗੇ, ਹਨਾ। ਜਾਲੋ ਐਸੀ ਰੀਤ ਜਿਤ ਮੈਂ ਪਿਆਰਾ ਵਿਸਰੈ। ਸੋ ਤੁਸੀਂ ਆਪਣੇ ਆਪ ਨੂੰ ਕਿੱਦਾਂ ਮੇਨਟੇਨ ਕਰਕੇ ਰੱਖਣਾ ਆ ਨਾ, ਇਹਦੇ ਵਿੱਚ ਇਹ ਜ਼ਰੂਰ ਤੁਸੀਂ ਗੁਰਬਾਣੀ ਨਾਲ ਜੁੜ ਕੇ ਰਹਿਣਾ। ਪਰੇਵਾਲ ਸਾਹਿਬ ਨੇ ਵੀ ਗੱਲ ਕੀਤੀ ਆ ਵੀ ਇਹ ਚੀਜ਼ਾਂ ਵੱਧ ਰਹੀਆਂ ਤੇ ਅਸੀਂ ਆਪਣਿਆਂ ਦੇ ਉੱਤੇ ਮਿੱਟੀ ਸਿੱਟਣ ਤੇ ਲੱਗੇ ਹੋਏ ਆ। ਜਿਹੜੇ ਬੰਦੇ ਦੇ ਹੈਗੀ ਆ ਬਸ ਇਹਦਾ ਵੀ ਇੰਟਰਨੈਟ ਤੇ ਪਾ ਦਿਓ, ਇਹਦਾ ਵੀ ਇੰਟਰਨੈਟ ਤੇ ਪਾ ਦਿਓ, ਆਪਸ ਵਿੱਚ ਹੀ ਲੜਾਈਆਂ ਤੇ ਜਿਹੜੇ ਸਾਡੇ ਘਰ 'ਚ ਘੁਸਪੈਠ ਹੋ ਰਹੀ ਆ ਨਾ, ਆਪਾਂ ਇਸ ਚੀਜ਼ ਤੋਂ ਖੁੰਝ ਗਏ ਆ। ਅਸੀਂ ਆਪਣੇ ਭੈਣਾਂ ਭਰਾਵਾਂ ਦੀ ਹੈਲਪ ਕਰਨੀ ਸੀ ਜਿਹੜੇ ਮੈਂਟਲੀ ਇਸ ਟਾਈਮ ਦੇ ਉੱਪਰ ਡਿਸਟਰਬ ਆ ਜਾਂ ਜਿਨ੍ਹਾਂ ਨੂੰ ਕੋਈ ਹੋਰ ਹੈਲਪ ਦੀ ਲੋੜ ਆ, ਪਰ ਅਸੀਂ ਹੋਰ ਪਾਸੇ ਆਪਣੀ ਐਨਰਜੀ ਵੇਸਟ ਕਰ ਰਹੇ ਹਾਂ। ਅਗਲਾ ਸਵਾਲ ਭਾਈ ਸਾਹਿਬ ਸਾਨੂੰ ਆਇਆ ਆ ਵੀ ਅਰਦਾਸ ਦੇ ਟੌਪਿਕ ਤੇ ਆਇਆ ਹੈ। 3 ਵੀਕ ਹੋ ਗਈਆਂ ਵੀਰ ਜੀ ਨੂੰ ਅਰਦਾਸ ਦੇ ਟੌਪਿਕ ਤੇ ਆਪਾਂ ਨੇ ਕੋਈ ਸੇਮ ਸਵਾਲ ਪੁੱਛਦੇ, ਸੋ ਇਸ ਵੀਕ ਆਪਾਂ ਜ਼ਰੂਰ ਉਹਨਾਂ ਦਾ ਆਪਾਂ ਡਿਸਕਸ ਕਰਾਂਗੇ। ਵੀਰ ਜੀ ਪੁੱਛਦੇ ਆ ਵੀ ਜਿਹੜੀ ਪ੍ਰਥਮ ਭਗਉਤੀ ਸਿਮਰ ਕੇ ਗੁਰੂ ਨਾਨਕ ਲਈ ਧਿਆਏ ਵਾਲੀ ਪੰਥਕ ਅਰਦਾਸ ਗੁਟਕਿਆਂ ਦੇ ਵਿੱਚ ਰਹਿਤ ਮਰਿਆਦਾ ਦੇ ਵਿੱਚ ਛਪੀ ਆ, ਇਸ ਤੋਂ ਪਹਿਲਾਂ ਕਿਹੜੀ ਅਰਦਾਸ ਕੀਤੀ ਜਾਂਦੀ ਸੀ ਗੁਰੂ ਸਾਹਿਬ ਜੀ ਦੇ ਟਾਈਮ ਦੇ ਉੱਪਰ, ਤੇ ਅਰਦਾਸ ਦਾ ਮਹੱਤਵ ਕੀ ਆ? ਕਿ ਸਾਨੂੰ ਹਰ ਟਾਈਮ ਪੰਥਕ ਅਰਦਾਸ ਹੀ ਨਿਤਨੇਮ ਤੋਂ ਬਾਅਦ ਆਪਣਿਆਂ 'ਚ ਵੀ ਕਰਨੀ ਪੈਣੀ ਆ, ਜਾਂ ਆਪਾਂ ਕੋਈ ਸ਼ਬਦ ਪੜ੍ਹ ਕੇ ਨੂੰ ਅਰਦਾਸ ਮੰਨ ਸਕਦੇ ਆ? ਤੇ ਪੰਥਕ ਅਰਦਾਸ ਦਾ ਤੇ ਜਿਹੜੀ ਆਪਣੀ ਜਾਤੀ ਅਰਦਾਸ ਆ, ਨਿੱਜੀ ਅਰਦਾਸ ਆ, ਉਹਦਾ ਫਰਕ, ਤੇ ਜਿਹੜੀ ਪੰਥ ਇਸ ਤੋਂ ਪਹਿਲਾਂ ਕਿਹੜੀ ਅਰਦਾਸ ਸੀ? ਭਾਈ ਜੋਗਿੰਦਰ ਸਿੰਘ ਜੀ, ਆਪ ਜੀ ਸ਼ੁਰੂ ਕਰ ਲਓ ਜੀ, ਫਿਰ ਡਾਕਟਰ ਸਾਹਿਬ ਦੇ ਕੋਲ ਚੱਲਦੇ। ਹਾਂਜੀ, ਅਰਦਾਸ ਦਾ ਬੇਨਤੀ ਇਹ ਆ ਕਿ ਜੋ ਪੰਥਕ ਪ੍ਰਵਾਨਿਤ ਸਿਖਰਤ ਮਿਲਦਾ ਉਹ ਜੋ ਅਰਦਾਸ ਪੰਥ ਨੇ ਨੀਤ ਕੀਤੀ ਆ, ਹਰ ਗੁਰਸਿੱਖ ਵੀਰ ਭੈਣ ਦਾ ਫਰਜ਼ ਬਣਦਾ ਕਿ ਉਹ ਅਰਦਾਸ ਸਵੇਰ ਦੇ ਨਿਤਨੇਮ ਤੋਂ ਬਾਅਦ ਤੇ ਸ਼ਾਮ ਦੇ ਰਹਿਰਾਸ ਸਾਹਿਬ ਦੇ ਪਾਠ ਤੋਂ ਬਾਅਦ ਜ਼ਰੂਰ ਉਹ ਅਰਦਾਸ ਕਰਨ। ਉਦੋਂ ਇਲਾਵਾ ਕੋਈ ਆਪਣੇ ਘਰ ਵਿੱਚ ਕੋਈ ਛੋਟੀ ਅਰਦਾਸ ਕਰ ਸਕਦਾ ਆ ਜਾਂ ਬੇਨਤੀ ਕਰ ਸਕਦਾ, ਪਰ ਇਹ ਗੁਰਦੁਆਰਿਆਂ ਵਿੱਚ ਵੀ ਤੇ ਨਿੱਜੀ ਜੀਵਨ ਵਿੱਚ ਵੀ ਇਹ ਪੰਥ ਵੱਲੋਂ ਜੋ ਨੀਤ ਕੀਤਾ ਗਿਆ ਹਰ ਗੁਰਸਿੱਖ ਵੀਰ ਭੈਣ ਦਾ ਫਰਜ਼ ਬਣਦਾ ਹੈ। ਜਿਹੜਾ ਸਵਾਲ ਇਹਨੇ ਕੀਤਾ ਕਿ ਪ੍ਰਥਮ ਭਗਉਤੀ ਸਿਮਰ ਕੇ ਗੁਰੂ ਨਾਨਕ ਲਈ ਧਿਆਏ, ਇਹ ਜਿਹੜੀ ਇਸ ਤੋਂ ਪਹਿਲਾਂ ਕਿਹੜੀ ਅਰਦਾਸ ਸੀਗੀ, ਇਹਦੇ ਪਰ ਥਾਏ ਦਾਸ ਦੀ ਜਿਹੜੀ ਜਿੰਨੀ ਕੁ ਜਾਣਕਾਰੀ ਆ ਉਹ ਤੇ ਇਹੀ ਆ ਕਿ ਹੋ ਸਕਦਾ ਗੁਰਸਿੱਖ ਚੋਣਵੇਂ ਸ਼ਬਦ ਗੁਰਬਾਣੀ ਦੇ ਕੱਢ ਕੇ ਉਹਨਾਂ ਤੋਂ ਉਚਾਰ ਕੇ ਤੇ ਫਿਰ ਗੁਰੂ ਸਾਹਿਬ ਦੇ ਨਾਂ ਲੈ ਕੇ ਅਰਦਾਸ ਕਰਦੇ ਹੋਣ। ਵੈਸੇ ਇਤਿਹਾਸ ਵਿੱਚ ਕੋਈ ਮੈਨੂੰ ਨਹੀਂ ਕੋਈ ਗੱਲ ਜਿਹੜੇ ਸਾਹਮਣੇ ਆਈ ਕਿ ਅਰਦਾਸ ਦਾ ਕੀ ਸੀਗਾ ਪੂਰਾ ਨਕਸ਼ਾ, ਹੋ ਸਕਦਾ ਡਾਕਟਰ ਸਾਹਿਬ ਨੂੰ ਜ਼ਿਆਦਾ ਪਤਾ ਇਸ ਗੱਲ ਪਤਾ ਹੋਵੇ, ਪਰ ਲੇਕਿਨ ਇਹ ਸਵਾਲ ਮੈਨੂੰ ਲੱਗਦਾ ਥੋੜਾ ਜਿਹਾ ਵਿੰਗਾ ਵੀ ਆ, ਕਿਉਂਕਿ ਕਈ ਅੱਜ ਜਿਹੜੇ ਹੈਗੇ ਆ ਜਿਹੜੇ ਪੜਾਕੂ ਆ, ਜਿਹੜੇ ਜ਼ਿਆਦਾ ਪੜ੍ਹੇ ਹੋ ਜਿਹੜੇ ਜ਼ਿਆਦਾ ਗੱਲ ਨੂੰ ਛੇੜਦੇ ਆ ਦਸਮ ਗ੍ਰੰਥ ਬਾਰੇ ਖਾਸ ਤੌਰ ਤੇ, ਉਹ ਇਸ ਗੱਲ ਦੇ ਖਿਲਾਫ ਹੈ ਕਿ ਅਰਦਾਸ ਹੋਣੀ ਨਹੀਂ ਚਾਹੀਦਾ ਇਹ ਗੱਲ। ਤੇ ਜਿਸ ਗੱਲ ਨੂੰ ਜੋਗਿੰਦਰ ਸਿੰਘ ਜੀ, ਮੈਂ ਇੱਕ ਮਿੰਟ
ਇੱਕ ਹਾਂਜੀ ਮਿੰਟ ਮੈਂ ਤੁਹਾਨੂੰ ਵਿੱਚ ਰੋਕਣ ਲੱਗਾ। ਜੇ ਆਪਾਂ ਨਾ ਮੇਰੇ ਹਾਂਜੀ ਖਿਆਲ ਦੇ ਨਾਲ ਇਹਨੂੰ ਆਪਾਂ ਸਿੰਪਲੀਫਾਈ ਕਰ ਲਈਏ, ਇਹਨੂੰ ਦੋ ਤਰ੍ਹਾਂ ਕਰ ਲਈਏ ਨਾ। ਇੱਕ ਪਹਿਲੀ ਠੀਕ ਗੱਲ ਜਿਹੜੀ ਤੁਸੀਂ ਗੱਲ ਕੀਤੀ ਨਾ, ਉਹ ਸ਼ਰਾਰਤੀ ਬੰਦੇ ਜਾਂ ਕਹਿ ਲਈਏ ਵੀ ਉਹ ਭੁੱਲੇ ਹੋਏ ਬੰਦੇ ਜਿਹੜੇ ਕਿ ਹੂੰ ਆਪਣੇ ਮਨ ਦੇ ਵਲਵਲੇ ਇੰਟਰਨੈਟ ਤੇ ਪਾ ਕੇ ਦੇਖੋ ਜੀ ਆ ਇੱਕ ਹੈ ਇੱਕ ਆਮ ਸਿੱਖ ਜਗਿਆਸੂ ਦਾ ਸਵਾਲ। ਆਪਾਂ ਜਗਿਆਸੂ ਵੱਲੋਂ ਬਿਲਕੁਲ ਪਹਿਲਾਂ ਲੈ ਲਈਏ ਜੀ ਕਿ ਬਿਲਕੁਲ ਮੈਂ ਉਹੀ ਬੇਨਤੀ ਇੱਕ ਜਗਿਆਸੂ ਆ। ਜਗਿਆਸੂ ਕਹਿੰਦਾ ਆ, ਜੇ ਮੈਂ ਹੱਥ ਜੋੜ ਕੇ ਇਹ ਗੱਲ ਹੀ ਕਹਿ ਦਵਾਂ ਕਿ ਤੂੰ ਮਾਤ ਪਿਤਾ ਹਮ ਬਾਰਕ ਤੇਰੇ ਪਾਤਸ਼ਾਹ, ਮੈਨੂੰ ਆਪਣਾ ਪੁੱਤ ਬਣਾ ਕੇ ਰੱਖ ਨਾ, ਰਾਮਈਆ ਹੋ ਬਾਰਕ ਤੇਰਾ। ਸੋ ਕੀ ਉਹ ਤੋਂ ਬਿਲਕੁਲ ਬਾਅਦ ਦੇ ਵਿੱਚ ਵੀ ਅਰਦਾਸ ਬਾਕੀ ਰਹਿ ਜਾਂਦੀ ਆ, ਜਾਂ ਉਹਨੇ ਜੋ ਕਹਿਣਾ ਸੀ ਜੇ ਕੀ ਬਿਰਥਾ ਹੋਏ ਸੋ ਗੁਰ ਪੈ ਅਰਦਾਸ, ਉਹਨੇ ਸ਼ਬਦਾਂ ਦੇ ਵਿੱਚ ਬਿਆਨ ਕਰਤੀ। ਆਪਾਂ ਪਹਿਲਾਂ ਇਹਦੇ ਤੇ ਗੱਲ ਕਰ ਲਈਏ ਜੀ। ਮੈਂ ਉਹ ਬੇਨਤੀ ਕਰਨ ਲੱਗਾ ਸੀ ਕਿ ਜਿਹੜਾ ਮਨ ਆ ਨਾ, ਮਨ ਕਹਿੰਦਾ ਕਿ ਮੈਂ ਸੌਖਾ ਕੰਮ ਲੱਭ ਲਵਾਂ, ਕੋਈ ਨਹੀਂ ਸੌਖਾ ਕੰਮ ਕਰਾਂ, ਔਖਾ ਕੰਮ ਨਾ ਕਰਾਂ। ਤੇ ਮਨ ਦਾ ਸੁਭਾਅ ਵੀ ਇਹੀ ਆ ਕਿ ਜਦੋਂ ਇਹਨੂੰ ਕੋਈ ਵੀ ਗਿਆਨ ਮਿਲਦਾ ਆ, ਜਿਹੜਾ ਇਹਨੂੰ ਕੋਈ ਨਾ ਚੰਗਾ ਲੱਗੇ, ਇਹ ਲੱਭਦਾ ਕੋਈ ਸੌਖਾ ਢੰਗ। ਹਰ ਇੱਕ ਬੰਦਾ ਚਾਹੁੰਦਾ ਕਿ ਮੈਂ ਜੇ ਇੱਕ ਸ਼ਬਦ ਚਾਰ ਕਰਾਂ ਜਾਂ ਦੋ ਲਫ਼ਜ਼ ਕਹਾਂ ਤੇ ਅਰਦਾਸ ਪੂਰੀ ਹੋ ਗਈ। ਕਰ ਕੋਈ ਵੀ ਸਕਦਾ, ਪਰ ਲੇਕਿਨ ਜੇ ਅਸੀਂ ਨਾ ਕਿਸੇ ਬੰਧਨ ਵਿੱਚ ਆਵਾਂਗੇ, ਜੇ ਨਾ ਕਿਸੇ ਅਸੂਲ ਦੇ ਵਿੱਚ ਆਵਾਂਗੇ, ਹਰ ਇੱਕ ਗੁਰਸਿੱਖ ਨੇ ਆਪਣੀ ਆਪਣੀ ਅਰਦਾਸ ਸ਼ੁਰੂ ਕਰ ਲੈਣੀ ਆ। ਪਹਿਲਾਂ ਏਦਾਂ ਹੀ ਸੀਗਾ, ਠੀਕ ਹੈ ਜੀ। ਇਹ ਪੰਥ ਨੇ ਅਰਦਾਸ ਨਿਯਤ ਕੀਤੀ ਵੀ ਨਹੀਂ, ਹਰ ਇੱਕ ਸਿੱਖ ਨੂੰ ਆ ਜਿਹੜੀ ਹੈਗੀ ਆ ਮਿਨੀਮਮ ਅਰਦਾਸ ਕਰਨੀ ਚਾਹੀਦੀ ਆ ਨਿਤਨੇਮ ਤੋਂ ਬਾਅਦ, ਰਹਿਰਾਸ ਸਾਹਿਬ ਦੇ ਪਾਠ ਤੋਂ ਬਾਅਦ। ਤੇ ਹਾਂ, ਉਦੋਂ ਇਲਾਵਾ ਤੁਸੀਂ ਕਿਸੇ ਵੇਲੇ ਵੀ ਸ਼ਬਦ ਵਰਤ ਕੇ ਆਪਣੇ ਲਫ਼ਜ਼ ਕਹਿ ਸਕਦੇ ਆ। ਤੁਸੀਂ ਇਹ ਲਫ਼ਜ਼ ਉਦਾਂ ਵੀ ਅਰਦਾਸ ਤੋਂ ਬਾਅਦ ਵਿੱਚ ਕਹਿ ਸਕਦੇ ਆ ਜੇ ਤੁਸੀਂ ਕਹਿਣਾ ਚਾਹੁੰਦੇ ਆ। ਪਰ ਲੇਕਿਨ ਮੈਨੂੰ ਲੱਗਦਾ ਇਹ ਜੀ ਕਈਆਂ ਨੂੰ ਉਸ ਤੱਕ ਇਹ ਘਾਲ ਹੋਵੇ ਕਿ ਮੈਂ ਜੀ ਇੰਨੀ ਅਰਦਾਸ ਪੜ੍ਹਾਂ ਤੇ ਫਿਰ ਮੈਂ ਇਹ ਲਫ਼ਜ਼ ਕਹਾਂ। ਪਰ ਮੈਂ ਇੱਕ ਬੇਨਤੀ ਇਹ ਕਰ ਜੀ ਦਿੰਦਾ ਕਿ ਜੋ ਲਫ਼ਜ਼ ਪੰਥ ਨੇ ਜੀ ਨੀਤ ਕੀਤੇ ਅਰਦਾਸ ਦੇ ਵਿੱਚ, ਜਿਹੜੇ ਸਿੰਘ ਸ਼ਹੀਦ ਹੋਏ ਉਹਨਾਂ ਦੀ ਯਾਦ ਵਿੱਚ, ਜਿਹਨੇ ਕੁਰਬਾਨੀ ਕੀਤੀ ਗੁਰਦੁਆਰਿਆਂ ਲਈ, ਜਦੋਂ ਉਹ ਪੜ੍ਹੋਗੇ ਨਾ ਤੇ ਮਨ ਵਿੱਚ ਬਲਬਲਾ ਜ਼ਰੂਰ ਆਉਣਾ ਆ, ਹਲਾਰਾ ਜ਼ਰੂਰ ਆਉਣਾ। ਸਿੱਖੀ ਪ੍ਰਥਾ ਹੈ, ਵਿਸ਼ਵਾਸ ਵਧਣਾ ਆ, ਸ਼ਰਧਾ ਵਧਣੀ ਆ। ਜੇ ਮਨ ਚ ਤਾਂ ਕੇ ਪੜ੍ਹੋਗੇ ਤਾਂ ਅਰਦਾਸ, ਜੇ ਤੇ ਆਪਣੀ ਅਰਦਾਸ ਨੀਤ ਕਰ ਲਈ, ਉਹ ਜਿਹੜਾ ਬਲਬਲਾ ਨਹੀਂ ਤੁਹਾਡੇ ਮੰਦਰ ਆਉਣਾ ਫਿਰ। ਸੋ ਇਸ ਲਈ ਮੈਂ ਤਾਂ ਇਹੀ ਬੇਨਤੀ ਕਰੂੰਗਾ ਕਿ ਜਿਹੜੇ ਨੌਤੰਜਨੀ ਕਰਨ ਵਾਲੇ ਵੀਰ ਹਨ, ਉਹਨਾਂ ਤੋਂ ਦੂਰ ਹੋ ਕੇ ਜੋ ਪੰਥ ਨੇ ਨੀਤ ਕੀਤਾ ਉਹੀ ਅਰਦਾਸ ਕਰੋ, ਤੇ ਉਹਦੇ ਵਿੱਚ ਆਪਣੇ ਮਨ ਨੂੰ ਜੋੜਨ ਦੀ ਕੋਸ਼ਿਸ਼ ਕਰੋ। ਕੱਲਾ ਭਗਉਤੀ ਨਹੀਂ, ਉਹਦੇ ਵਿੱਚ ਬਹੁਤ ਸਾਰੇ ਹੋਰ ਲਫ਼ਜ਼ ਹਨ। ਕੇਵਲ ਭਗਉਤੀ ਨੂੰ ਲੈ ਕੇ ਹੀ ਆਪਣੇ ਮਨ ਸ਼ੰਕ ਖੜਾ ਕਰ ਲੈਣਾ ਕੋਈ ਸਿਆਣਪ ਵਾਲੀ ਗੱਲ ਨਹੀਂ ਹੋ। ਗੁਰੂ ਨਾਨਕ ਲਈ ਤੇ ਆਏ ਫਰੰਗ ਦੂਤ ਅਮਰਦਾਸ ਰਾਮਦਾਸ ਹੋਏ ਸਹਾਇ, ਦਸੇ ਪਾਤਸ਼ਾਹੀਆਂ ਆਉਂਦੀਆਂ ਵਿੱਚ, ਗੁਰੂ ਗ੍ਰੰਥ ਸਾਹਿਬ ਵਿੱਚ ਆਉਂਦੇ ਆ, ਪੰਜ ਪਿਆਰੇ ਆਉਂਦੇ ਆ, ਚਾਰ ਸਾਹਿਬਜ਼ਾਦੇ ਆਉਂਦੇ ਆ, 40 ਮੁਕਤੇ ਆਉਂਦੇ ਆ, ਸਥਾਨ ਗੁਰਦੁਆਰੇ ਆਉਂਦੇ ਆ, ਕੁਰਬਾਨੀਆਂ ਸਾਰੇ ਕੁਰਬਾਨੀਆਂ ਆਉਣੀਆਂ ਆ, ਕਿ ਉਹ ਕੁਛ ਵੀ ਨਹੀਂ। ਸੋ ਇਸ ਲਈ ਜੋ ਪੰਥ ਨੇ ਸਾਡੇ ਵੱਡੇ ਕਹਿ ਲਓ ਸਿਆਣਿਆਂ ਨੇ ਨੀਤ ਕੀਤਾ ਆ, ਸਾਨੂੰ ਤੁਸ਼ਬੁੱਧੀ ਵਾਲਿਆਂ ਨੂੰ ਉਹ ਮੰਨਣਾ ਚਾਹੀਦਾ ਆ। ਜਿੰਨਾ ਚਿਰ ਪੰਥ ਨਹੀਂ ਮੁੜ ਕੇ ਚੇਂਜ ਕਰਦਾ, ਉਹਨਾਂ ਚਿਰ ਸਾਨੂੰ ਨਹੀਂ ਅਧਿਕਾਰ ਕਿ ਅਸੀਂ ਅਰਦਾਸ ਉੱਤੇ ਟਿਕਟ ਟਿੱਪਣੀ ਕਰੀਏ। ਤੇ ਉਸ ਪਿਆਰ ਤੇ ਸ਼ਰਧਾ ਨਾਲ, ਵੈਸੇ ਇਹ ਗੱਲ ਠੀਕ ਆ ਕਿ ਕਈ ਵਾਰੀ ਅਰਦਾਸ ਸਾਡਾ ਮੰਨਣੀ ਫਾਰਮੈਲਿਟੀ ਕਿ ਮੈਂ ਅਰਦਾਸ ਕਰ ਲਈ ਆ, ਨਹੀਂ। ਕੋਸ਼ਿਸ਼ ਇਹ ਕਰਨੀ ਆ ਮਨ ਨੂੰ ਲਾ ਕੇ, ਜੀ ਕੀ ਬਿਰਥਾ ਹੋਏ ਸੋ ਗੁਰ ਪੈ ਅਰਦਾਸ ਕਰ। ਦਾਸ ਦਾ ਖੁਦ ਇਹ ਤਜਰਬਾ, ਕਈ ਵਾਰੀ ਅਸੀਂ ਵੀ, ਮੈਂ ਵੀ 10 ਵਾਰੀ ਬਣਾ ਲੈਂਦਾ ਫਾਰਮੈਲਿਟੀ, ਅਰਦਾਸ ਹੋ ਗਈ ਆ। ਜਦੋਂ ਤੁਸੀਂ ਨਾਲ ਕਰਦੇ ਥੋੜਾ ਜਿਹਾ ਠਹਿਰ ਕੇ ਸਹਿਜ ਨਾਲ ਕਰਦੇ ਆ, ਉਹ ਗੱਲੇ ਹੋਰ ਬਣਦੀ ਆ। ਫਿਰ ਇਹਦਾ ਜਿਹੜਾ ਗੁਰੂ ਸਾਹਿਬ ਦੀ ਗੱਲ ਕਰ ਰਹੇ, ਗੁਰੂ ਸਾਹਿਬ ਨਾਲ ਗੱਲ ਕਰ ਰਹੇ ਆ। ਸੋ ਇਸ ਲਈ ਇਹ ਅਰਦਾਸ ਬਹੁਤ ਹੀ ਕਹਿ ਲਓ ਮਹੱਤਵਪੂਰਨ ਆ ਤੇ ਬਹੁਤ ਹੀ ਸ਼ਕਤੀਸ਼ਾਲੀ ਆ ਜੇ ਅਸੀਂ ਮੰਚ ਤੱਕ ਕਰਾਂਗੇ। ਤੇ ਲੋੜ ਨਹੀਂ ਸ਼ੱਕ ਵਿੱਚ ਜਾਣ ਦੀ, ਲੋੜ ਹਾਂ ਕਿਸੇ ਵੇਲੇ ਵੀ ਤੁਸੀਂ ਅਰਦਾਸ ਕਰ ਸਕਦੇ ਆ, ਕਿਸੇ ਵੇਲੇ ਵੀ। ਜਦੋਂ ਹੀ ਕਰਨੀ ਆ ਨੀਅਤ ਅਰਦਾਸ ਤੇ ਇਹੀ ਅਰਦਾਸ ਆ, ਹੋਰ ਨਹੀਂ। ਹਾਂ, ਇਹਦੇ ਵਿੱਚ ਇਹ ਪੰਥ ਨੇ ਲਿਖਿਆ ਆ, ਜਿਹੜੀ ਪਹਿਲੀ ਪੌੜੀ ਆ ਤੇ ਜਿਹੜਾ ਅਖੀਰਲੀ ਆ ਉਹ ਚੇਂਜ ਹੋ ਸਕਦੀ। ਅੰਦਰ ਇਹ ਲਫ਼ਜ਼ ਆ ਉਹ ਕਈ ਵਾਰੀ ਗੁਰਕਿਆਂ ਵਿੱਚ ਫਰਕ ਪੈਂਦਾ ਉਹਨਾਂ ਦਾ, ਤੇ ਕਈਆਂ ਯਾਦ ਕੀਤਾ ਤਾਂ ਉਹ ਫਰਕ ਪੈ ਸਕਦਾ, ਪਰ ਅਗਰ ਪਹਿਲੀ ਤੇ ਜਿਹੜਾ ਅਖੀਰਲਾ ਆ ਉਹ ਚੇਂਜ ਨਹੀਂ ਹੋ ਸਕਦਾ। ਸੋ ਆਸ ਹੈ ਕਿ ਸੱਜਣੇ ਬੇਨਤੀ ਪ੍ਰਵਾਨ ਕਰਨਗੇ। ਹਾਂਜੀ ਡਾਕਟਰ ਸਾਹਿਬ, ਇੱਕ ਚੀਜ਼, ਇੱਕ ਮਿੰਟ ਜੀ, ਮੈਂ ਅਗਲੇ 2 ਸਵਾਲ ਅਰਦਾਸ ਵਾਲੇ ਆ ਗਏ ਆਪਣੇ ਕੋਲ ਨਾਲ ਹੀ, ਮੈਂ ਉਹ ਐਡ ਕਰ ਦਿਆਂ, ਤੁਸੀਂ ਨਾਲ ਹੀ ਜਵਾਬ ਦੇ ਦਿਓ। ਉਹ ਕਹਿੰਦੇ ਵੀ ਬਹੁਤ ਸਾਰੇ ਗੁਰਸਿੱਖ ਵੱਖਰੀ ਵੱਖਰੀ ਤਰ੍ਹਾਂ ਅਰਦਾਸ ਕਰਦੇ ਆ, ਕਈਆਂ ਦੀ ਅਰਦਾਸ ਬਹੁਤ ਲੰਬੀ ਹੁੰਦੀ ਆ, ਤੇ ਕੀ ਆਪਾਂ ਨੂੰ ਇਸ ਅਰਦਾਸ ਦੇ ਵਿੱਚ ਹੋਰ ਲਫ਼ਜ਼ ਜਾਂ ਹੋਰ ਸ਼ਬਦ ਜੋੜ ਕੇ ਇਸ ਅਰਦਾਸ ਨੂੰ ਲੰਬੀ ਕਰ ਸਕਦੇ ਆ, ਜਾਂ ਆਪਾਂ ਨੂੰ ਪੰਥਕ ਅਰਦਾਸ ਹੀ ਕਰਨੀ ਚਾਹੀਦੀ ਆ? ਇਹਦੇ ਵਿੱਚ ਡਾਕਟਰ ਸਾਹਿਬ ਆਪ ਐਡ ਕਰ ਦੇਣਾ। ਹਾਂਜੀ, ਮੈਂ ਪਹਿਲਾਂ ਤੁਹਾਡੇ ਇਸ ਸਵਾਲ ਦਾ ਜਵਾਬ ਦਿੰਦਾ ਹਾਂ। ਜਿਹੜੀ ਪੰਥਕ ਪ੍ਰਵਾਨਿਤ ਰਹਿਤ ਮਰਿਆਦਾ ਵਿੱਚ ਅਰਦਾਸ ਦਿੱਤੀ ਗਈ ਆ, ਉਹ ਬੜੀ ਸੋਚ ਕੇ ਬਣਾਈ ਆ ਸਿੱਖਾਂ ਨੇ। ਬੜੀ ਵਧੀਆ ਅਰਦਾਸ ਹੈ ਔਰ ਬੜੀ ਸ਼ਾਰਟ ਹੈ ਅਰਦਾਸ। ਦੇਖੋ, ਅਰਦਾਸ ਜਦੋਂ ਬਹੁਤ ਲੰਬੀ ਹੋ ਜਾਂਦੀ ਆ ਨਾ, ਉਹਨਾਂ ਵਿੱਚ ਕਈ ਵਾਰ ਅਰਦਾਸ ਦੇ ਵਿੱਚ ਕੋਈ ਬਿਮਾਰ ਹੁੰਦਾ ਆ, ਕੋਈ ਬਿਰਧ ਹੁੰਦਾ, ਖਲੋ ਨਹੀਂ ਸਕਦਾ, ਤੇ ਇੰਨੀ ਲੰਬੀ ਕੰਸੈਂਟਰੇਸ਼ਨ ਕਰਨੀ ਵੀ ਬਹੁਤ ਔਖੀ ਹੋ ਜਾਂਦੀ ਆ।
ਤੇ ਮੈਂ ਕਹੂੰਗਾ ਜਿਹੜੀ ਪੰਥ ਵੱਲੋਂ ਪ੍ਰਵਾਨਿਤ ਅਰਦਾਸ ਆ ਉਸ ਦੇ ਉੱਤੇ ਵੱਧ ਤੋਂ ਵੱਧ ਆਪਾਂ ਨੂੰ ਪਹਿਰਾ ਦੇਣਾ ਚਾਹੀਦਾ ਹੈ, ਕਿਉਂਕਿ ਜਿੱਦਾਂ ਭਾਈ ਸਾਹਿਬ ਨੇ ਦੱਸਿਆ ਕਿ ਅਰਦਾਸ ਦਾ ਪਹਿਲਾ ਪਾਰਟ ਤੇ ਲਾਸਟ ਵਾਲਾ ਪਾਰਟ ਨਾਨਕ ਨਾਮ ਚੜ੍ਹਦੀ ਕਲਾ ਇਹ ਚੇਂਜ ਨਹੀਂ ਹੋ ਸਕਦਾ। ਇਸ ਤੋਂ ਵਿੱਚ ਵਿਚਾਲੇ ਜਿਹੜੀ ਤੁਸੀਂ ਵਿੱਚ ਚੇਂਜਸ ਕਰ ਸਕਦੇ ਆ, ਪਰ ਚੇਂਜਸ ਇੰਨੀਆਂ ਜ਼ਿਆਦੀਆਂ ਨਾ ਹੋਣ ਕਿ ਮੂਲ ਨੂੰ ਆਪਾਂ ਖਰਾਬ ਕਰ ਦਈਏ ਔਰ ਆਪਣੇ ਕੋਲ ਇੰਨੀ ਵੱਡੀ ਅਰਦਾਸ ਕਰ ਦਈਏ। ਕਿਉਂਕਿ ਹੁਣ ਦੇਖੋ ਜੇ ਹਜੂਰ ਸਾਹਿਬ ਜਾਓ ਤੇ ਉਹਨਾਂ ਦੀ ਅਰਦਾਸ ਦੇ ਜਿਹੜੇ ਲਫ਼ਜ਼ ਆ ਉਹ ਡਿਫਰੈਂਟ ਆ, ਬਹੁਤ ਜ਼ਿਆਦਾ ਉਹਨਾਂ ਨੇ ਆਪਣੇ ਪਾਏ ਆ। ਉਹਦਾ ਆਈਡੀਆ ਸੇਮ ਹੀ ਆ ਜਿਹੜਾ ਇਸ ਪੰਥਕ ਅਰਦਾਸ ਦਾ, ਪਰ ਉਹਦੇ ਦੀ ਵਿਆਖਿਆ ਇੰਨੀ ਜ਼ਿਆਦਾ ਲੰਮੀ ਚੌੜੀ ਆ ਕਿ ਉਹ ਬੰਦਾ ਬੋਰ ਵੀ ਹੋ ਜਾਂਦਾ ਔਰ ਡਿਫਰੈਂਟ ਲੱਗਦਾ। ਮਤਲਬ ਹਰ ਥਾਂ ਨੂੰ ਹਰ ਜਗ੍ਹਾ ਆਪਾਂ ਨੂੰ ਆਪਣੀ ਚਲਾਉਣੀ ਚਾਹੀਦੀ। ਜਿਹੜੀ ਪੰਥਕ ਰਹਿਤ ਮਰਿਆਦਾ ਵਿਦਵਾਨਾਂ ਨੇ 15-16 ਸਾਲ ਲਾ ਕੇ ਇਹ ਤਿਆਰ ਕੀਤੀ ਆ ਔਰ ਇਸੇ ਤੇ ਹੀ ਸਾਨੂੰ ਸਹਿਮਤੀ ਕਰਨੀ ਚਾਹੀਦੀ ਆ। ਜੇ ਆਪਣੀ ਡਫਰੀ ਵਜਾਉਣੀ ਆ ਨਾ ਤੇ ਫਿਰ ਅਸੀਂ ਕਦੀ ਵੀ ਇਕੱਠੇ ਨਹੀਂ ਹੋ ਸਕਦੇ। ਇਹ ਇਕੱਠੇ ਹੋਣ ਦਾ ਸਿਰਫ ਇੱਕੋ ਇੱਕ ਤਰੀਕਾ ਆ ਕਿ ਉਹ ਰਹਿਤ ਮਰਿਆਦਾ ਤੇ ਆਪਾਂ ਆ ਜਾਈਏ ਤੇ ਐਡੀਸ਼ਨਲ ਚੀਜ਼ਾਂ ਤੁਸੀਂ ਕਰ ਸਕਦੇ ਆ ਉਹਦੇ ਵਿੱਚ, ਪਰ ਕੋਸ਼ਿਸ਼ ਕਰੀਏ ਕਿ ਅਰਦਾਸ ਜਿਹੜੀ ਆ ਉਹ ਵੱਧ ਤੋਂ ਵੱਧ ਅਸੀਂ ਪੰਥਕ ਅਰਦਾਸ ਤੇ ਹੀ ਸੀਮਿਤ ਹੋਈਏ ਤੇ ਅਖੀਰ ਦੇ ਉੱਤੇ ਜਿਹੜੀ ਕਿਸੇ ਮੌਕੇ ਨੂੰ ਅਸੀਂ ਦੱਸਣਾ ਆ ਉਹਦੇ ਵਿੱਚ ਤੁਸੀਂ ਚੇਂਜਸ ਆਪਣੀਆਂ ਕਰ ਸਕਦੇ ਆ। ਇਹ ਮੇਰੀ ਬੇਨਤੀ ਆ ਕਿ ਬਹੁਤ ਲੰਮੀ ਅਰਦਾਸ ਜਿਹੜੀ ਹੈ ਨਾ ਉਹ ਬਹੁਤ ਅੱਛੀ ਨਹੀਂ। ਦੂਜੀ ਗੱਲ ਜਿਹੜੀ ਤੁਸੀਂ ਪਹਿਲਾਂ ਗੱਲ ਕਰ ਰਹੇ ਆ ਕਿ ਜਿਹੜੀ ਅਰਦਾਸ ਆ ਨਾ ਸਾਡੇ ਕੋਲ ਲਿਖਤੀ ਰੂਪ ਦੇ ਵਿੱਚ ਆਪਣੀ ਪੰਥਕ ਅਰਦਾਸ ਤੋਂ ਪਹਿਲਾਂ ਕੋਈ ਅਰਦਾਸ ਦਾ ਸਰੂਪ ਸਾਨੂੰ ਮਿਲਦਾ ਨਹੀਂ। ਜੇ ਆਪਾਂ ਕਹੀਏ ਵੀ ਕਿਹੜਾ ਸਰੂਪ ਹੈ ਉਹ ਮਿਲਦਾ ਨਹੀਂ ਹੈਗਾ। ਹਾਂ, ਉਹ ਅਰਦਾਸ ਜਿਹੜੀ ਆ ਉਹਦੀਆਂ ਪਰੰਪਰਾਵਾਂ ਸੀਗੀਆਂ ਜਿਸ ਕਰਕੇ ਪੰਥ ਨੇ ਇਕੱਠੇ ਹੋ ਕੇ ਇਹ ਅਰਦਾਸ ਬਣਾਈ ਆ। ਇਹਦਾ ਮਤਲਬ ਉਹ ਐਗਜ਼ਿਸਟ ਕਰਦੀ ਸੀ ਜਾਂ ਸੀਨਾ ਬਸੀਨਾ ਆ ਰਹੀ ਸੀ ਜਾਂ ਕਿ ਪੁਰਾਤਨ ਉਸ ਵੇਲੇ ਲੋਕ ਜਿਹੜੇ ਜੀਂਦੇ ਸੀਗੇ ਉਹਨਾਂ ਦੇ ਦਾਦੇ ਪੜਦਾਦਿਆਂ ਤੋਂ ਕਿੱਦਾਂ ਚੱਲ ਰਹੇ ਸੀ ਉਹਨਾਂ ਕੋਲ ਉਹਨਾਂ ਨੇ ਸਬੂਤ ਲੈ ਕੇ ਤੇ ਇਹ ਅਰਦਾਸ ਬਣਾਈ ਆ ਪੰਥ ਨੇ। ਔਰ ਇਹ ਅਰਦਾਸ ਬਿਲਕੁਲ ਅਥੈਂਟਿਕ ਅਰਦਾਸ ਆ। ਪਹਿਲਾਂ ਜਿਹੜਾ ਨਾ ਇੱਕ ਦੂਜੀ ਗੱਲ ਇਹ ਆ ਕਿ ਅਰਦਾਸ ਕਰਨੀ ਬਹੁਤ ਜ਼ਰੂਰੀ ਆ ਔਰ ਅਰਦਾਸ ਲਈ ਕਈ ਨਿਯਮ ਵੀ ਹੈਗੇ ਨੇ, ਜਿੱਦਾਂ ਦੋਏ ਘਰ ਜੋੜ ਕਰੋ ਅਰਦਾਸ। ਇਹ ਗੁਰਬਾਣੀ ਵਿੱਚ ਦੱਸਿਆ ਵੀ ਖੜੇ ਹੋ ਕੇ ਅਰਦਾਸ ਤੇ ਖਲੇ ਕੀਤੇ ਤਿਸੇ ਅੱਗੇ ਨਾਨਕਾ ਖਲੇ ਕੀਚੇ ਅਰਦਾਸ। ਹੁਣ ਖਲੋ ਕੇ ਅਰਦਾਸ ਵੀ ਗੱਲ ਕੀਤੀ ਗਈ ਆ, ਦੋਵੇਂ ਹੱਥ ਜੋੜ ਕੇ ਵੀ ਅਰਦਾਸ ਕੀਤੀ ਗਈ ਆ। ਤੇ ਇੱਕ ਫਾਰਮਲ ਅਰਦਾਸ ਆ, ਇੱਕ ਇਨਫਾਰਮਲ ਅਰਦਾਸ ਆ। ਜਿਹੜੀ ਪੰਥਕ ਅਰਦਾਸ ਆ ਇਹ ਫਾਰਮਲ ਅਰਦਾਸ ਆ। ਇਹ ਕਮ ਸੇ ਕਮ ਇਹਦੇ ਵਿੱਚ ਲਿਖਿਆ ਰਹਿਤ ਮਰਿਆਦਾ ਵਿੱਚ ਅੰਮ੍ਰਿਤ ਵੇਲੇ ਤੇ ਸੋਦਰ ਦੇ ਟਾਈਮ ਦੇ ਤੇ 2 ਵੇਲੇ ਸਿੱਖ ਨੇ ਇਹੋ ਹੀ ਅਰਦਾਸ ਕਰਨੀ ਆ, ਇਹਨੂੰ ਚੇਂਜ ਨਹੀਂ ਕਰਨਾ, ਇਸ ਨੂੰ ਆਪਾਂ ਫਾਲੋ ਕਰਨਾ। ਤੇ ਉਸ ਤੋਂ ਇਲਾਵਾ ਜਿਹੜੀ ਆ ਨਾ ਤੁਸੀਂ ਆਪਣੀ ਜੇ ਕਿਸੇ ਤੁਹਾਡੇ ਕੋਲ ਮੌਕਾ ਦੂਜਾ ਹੈਗਾ ਤੁਸੀਂ ਛੋਟੀ ਅਰਦਾਸ ਆਪਣੀ ਕਰ ਸਕਦੇ ਆ। ਹੁਣ ਬਹੁਤ ਵਾਰ ਜਦੋਂ ਆਪਾਂ ਸੁੱਖ ਆਸਣ ਕਰਦੇ ਆ ਉਦੋਂ ਉਹ ਪੌੜੀ ਪੜ੍ਹ ਕੇ ਪੌੜੀ ਦੇ ਬਾਅਦ 10 ਪਾਤਸ਼ਾਹੀਆਂ ਦਾ ਨਾਮ ਲੈ ਕੇ ਤੇ ਉਸ ਤੋਂ ਬਾਅਦ ਅਸੀਂ ਗੁਰੂ ਸਾਹਿਬ ਨੂੰ ਸੁੱਖ ਆਸਣ ਦੀ ਅਰਦਾਸ ਕਰ ਦਿੰਦੇ ਆ, ਛੋਟੀ ਅਰਦਾਸ ਹੋ ਜਾਂਦੀ ਆ। ਇਹ ਵੀ ਪ੍ਰਵਾਨ ਆ। ਪਰ ਜਦੋਂ ਅਸੀਂ ਫਾਰਮਲ ਅਰਦਾਸ ਕਰਨੀ ਆ ਉਸ ਵੇਲੇ ਅਰਦਾਸ ਇਹ ਪੂਰੀ ਹੀ ਸਾਨੂੰ ਕਰਨੀ ਚਾਹੀਦੀ ਆ। ਤੇ ਇਹ ਅਰਦਾਸ ਐਕਚੁਅਲੀ ਪੰਥ ਦੇ ਵਿੱਚ ਜਦੋਂ ਤੋਂ ਵੀ ਚੱਲੀ ਆ, ਗੁਰੂ 10ਵੇਂ ਪਾਤਸ਼ਾਹ ਤੋਂ ਪਿੱਛੋਂ ਇਹ ਅਰਦਾਸ ਦੀ ਕੰਸਟਰਕਸ਼ਨ ਆਈ ਆ, ਬੁੱਢਾ ਦਲ ਵਾਲੇ ਆਈ ਆ ਤੇ ਬਾਕੀ ਜਿਹੜੇ ਚੱਲਦੀਆਂ ਸੀਗੀਆਂ ਉਸ ਤੋਂ ਮਗਰੋਂ ਜਥੇ ਜਿਹੜੇ ਚੱਲਦੇ ਸੀ ਉਹਨਾਂ ਵਿੱਚ ਇਹ ਅਰਦਾਸ ਇਹੋ ਹੀ ਆ ਰਹੀ ਹੈ ਜਿਹੜੀ ਪੰਥ ਨੇ ਇਕੱਠੀ ਕਰਕੇ ਸਾਨੂੰ ਦਿੱਤੀ ਆ ਔਰ ਇਸ ਨੂੰ ਸਾਨੂੰ ਫਾਲੋ ਕਰਨਾ ਚਾਹੀਦਾ। ਇਸ ਦੇ ਵਿੱਚ ਚੇਂਜਸ ਜਿਹੜੀਆਂ ਨੇ ਭਾਈ ਸਾਹਿਬ ਨੇ ਗੱਲ ਕੀਤੀ ਹੈ ਨਾ ਪ੍ਰਿਥਮ ਭਗਉਤੀ ਸਿਮਰ ਕੇ ਜਿਹੜੀਆਂ ਨਾ ਇਹ ਮਿਸ ਇੰਟਰਪ੍ਰੀਟੇਸ਼ਨਸ ਹੋ ਰਹੀਆਂ ਨੇ। ਪੁਰਾਣੇ ਜਿਹੜੇ ਪੁਰਾਤਨ ਬਜ਼ੁਰਗ ਸੀਗੇ ਜਾਂ ਮਹਾਂਪੁਰਖ ਸੀ ਜਾਂ ਸੰਤ ਸੀ ਜਾਂ ਜਿਨ੍ਹਾਂ ਨੇ ਕਮਾਈ ਕੀਤੀ ਸੀ ਉਹਨਾਂ ਨੇ ਇਹ ਬਿਲਕੁਲ ਦੱਸਿਆ ਹੈ ਕਿ ਭਗਉਤੀ ਦਾ ਇੱਥੇ ਮਤਲਬ ਪਰਮਾਤਮਾ ਹੀ ਆਉਂਦਾ ਆ। ਇੱਥੇ ਭਗਉਤੀ ਦਾ ਮਤਲਬ ਹੋਰ ਕੁਝ ਨਹੀਂ, ਇਹ ਸ਼ਕਤੀ ਆ, ਉਹਦੀ ਸ਼ਕਤੀ ਕਿਰਪਾਨ ਦੇ ਰੂਪ ਵਿੱਚ ਦੇਖ ਲਓ, ਪਰਮਾਤਮਾ ਦੀ ਹੀ ਸ਼ਕਤੀ ਆ, ਇਹ ਦੇਵੀ ਦੀ ਨਹੀਂ ਹੈਗੀ। ਇਸ ਚਲੋ ਇਹ ਡਿਫਰੈਂਟ ਇਸ਼ੂ ਹੈ, ਆਪਾਂ ਇਹਦੇ ਵੱਲ ਨਾ ਜਾਈਏ। ਕਈਆਂ ਨੇ ਹਮਾਕਤ ਕੀਤੀ ਕਿ ਇਸ ਨੂੰ ਸਤਨਾਮ ਕਰਕੇ ਤੇ ਪ੍ਰਥਮ ਭਗਉਤੀ ਨੂੰ ਛੱਡ ਦਿੱਤਾ, ਪਸੌੜੀਆਂ ਨੇ ਕੀਤਾ ਸੀਗਾ ਔਰ ਪੰਥ ਨੇ ਪ੍ਰਵਾਨ ਨਹੀਂ ਕੀਤਾ ਔਰ ਨਾ ਇਹ ਪ੍ਰਵਾਨ ਹੋਣਾ ਹੀ ਆ। ਇਸ ਵੇਲੇ ਵੀ ਕੁਝ ਸਾਡੇ ਸੱਜਣ ਵੀਰ ਜਿਹੜੇ ਉਹ ਇਸ ਪਾਸੇ ਜਿਹੜੇ ਦਸਮ ਗ੍ਰੰਥ ਦੇ ਵਿਰੋਧੀ ਨੇ ਉਹ ਇਸ ਪਾਸੇ ਜਾ ਰਹੇ ਨੇ। ਪਰ ਮੈਂ ਕਹੂੰਗਾ ਇਹ ਫੁੱਟ ਪਾਉਣ ਵਾਲੀ ਗੱਲ ਹੈ। ਜਿਹੜੀ ਪੰਥ ਨੇ ਪ੍ਰਵਾਨ ਕਰ ਲਈਆਂ ਚੀਜ਼ਾਂ ਨਾ ਉਹਨਾਂ ਦੇ ਉੱਤੇ ਆਪਾਂ ਛੇੜਖਾਨੀ ਨਾ ਕਰੀਏ। ਜੇ ਆਪਾਂ ਛੇੜਾਂਗੇ ਤੇ ਹੋਰ ਕੰਮ ਬਹੁਤ ਕਰਨ ਵਾਲੇ ਬਹੁਤ ਮਸਲੇ ਨੇ, ਖਤਮ ਨਹੀਂ ਹੋਣ ਵਾਲੇ। ਠੀਕ ਹੈ ਜੀ ਡਾਕਟਰ ਸਾਹਿਬ, ਬਹੁਤ ਬਹੁਤ ਧੰਨਵਾਦ। ਸੋ ਵੀਰ ਜੀ ਆਪ ਜੀ ਦੇ ਸਵਾਲ ਦਾ ਜਵਾਬ ਇਹ ਸੀ ਕਿ ਦੇਖੋ ਪਰਸਨਲ ਤੌਰ ਤੇ ਸਿੱਖ ਨੇ ਹਰ ਟਾਈਮ ਹੀ ਅਰਦਾਸ ਕਰਨੀ ਆ, ਖਿੰਨ ਅਰਦਾਸ ਕਰਨੀ ਆ। ਜੇ ਤੁਹਾਡਾ ਮਨ ਕਿਸੇ ਸ਼ਬਦ ਅਰਦਾਸ ਰੂਪੀ ਸ਼ਬਦ ਦੇ ਵਿੱਚ ਟਿਕ ਗਿਆ ਹੈ ਨਾ, ਤੁਸੀਂ ਇੰਡੀਵਿਜੂਅਲੀ ਜਿੰਨੀ ਮਰਜ਼ੀ ਗੁਰ ਖਿਨ ਪ੍ਰੀਤ ਲਗਾਵੋ ਵਾਲੀ ਅਰਦਾਸ ਕਰੋ, ਆਪਣੇ ਲੋਭ ਕੋ ਮੀਤ ਕੀਨੋ ਮੀਤ ਸਗਲ ਪਦਾਰਥ ਮੁਕਤ ਗੁਰ ਦੀਨ। ਕਿੰਨੇ ਗੁਰਬਾਣੀ ਦੇ ਵਿੱਚ ਸ਼ਬਦ ਆਪਣੇ ਮਨ ਨੂੰ ਸਮਝਾਉਣ ਲਈ ਸਤਿਗੁਰ ਨੇ ਲਾਏ ਆ ਵੀ ਪੁੱਤ ਨੀਵਾਂ ਹੋ ਕੇ ਇਹ ਅਰਦਾਸ ਕਰ, ਮੇਲ ਲਿਓ ਦਿਆਲ ਢਹਿ ਪੈ ਦੁਆਰਿਓ। ਕੋਈ ਨਹੀਂ, ਕਿਸੇ ਨੂੰ ਨਹੀਂ ਰੋਕਦਾ,
ਪਰ ਜਿਹੜੀ ਪੰਥ ਨੇ ਸੈੱਟ ਕਰ ਦਿੱਤੀ ਆ, ਜਿਹੜੀ ਤੁਸੀਂ ਆਪਾਂ ਪ੍ਰੋਗਰਾਮ ਦੇ ਵਿੱਚ ਕਰਨੀ ਆ, ਜਿਹੜੀ ਗੁਰਦੁਆਰਾ ਸਾਹਿਬ ਕਰਨੀ ਆ, ਜਿਹੜੀ ਡਾਕਟਰ ਸਾਹਿਬ ਨੇ ਗੱਲ ਕੀਤੀ ਸੀ, ਮੈਂ ਕਲੀਅਰ ਕਰ ਦੇਵਾਂ, ਉਹਨਾਂ ਨੇ ਇਹ ਗੱਲ ਕਹੀ ਆ ਕਿ ਜਿਹੜੀ ਗੁਰਦੁਆਰੇ ਦੇ ਵਿੱਚ ਜਾਂ ਸੰਗਤੀ ਰੂਪ ਦੇ ਵਿੱਚ ਅਰਦਾਸ ਹੋਵੇ, ਉਹ ਪੰਥਕ ਅਰਦਾਸ ਦੇ ਵਿੱਚ ਘਾਟਾ ਵਾਧਾ ਨਾ ਕੀਤਾ ਜਾਵੇ ਤੇ ਚੰਗੀ ਗੱਲ ਆ, ਕਿਉਂਕਿ ਇਹ ਸੋਚ ਸਮਝ ਕੇ ਬਣਾਈ ਗਈ ਆ। ਇੰਡੀਵਿਜੂਅਲ ਭਾਵੇਂ ਉਹਦੇ ਵਿੱਚ ਕੋਈ ਬੰਦਾ ਆਪਣੇ ਨਿਤਨੇਮ ਤੋਂ ਬਾਅਦ 10 ਸ਼ਬਦ ਹੋਰ ਪੜ੍ਹ ਲਵੇ, 20 ਸ਼ਬਦ ਹੋਰ ਪੜ੍ਹ ਲਵੇ, ਕਿਸੇ ਨੂੰ ਕੀ ਇਤਰਾਜ਼ ਆ। ਪਰ ਜਿਹੜੀ ਪੰਥ ਨੇ ਸੈੱਟ ਕੀਤੀ ਆ, ਉਹ ਸਾਡੇ ਗੁਰਦੁਆਰਿਆਂ ਦੇ ਵਿੱਚ ਤੇ ਸਭਾਵਾਂ ਦੇ ਵਿੱਚ ਉਹੀ ਵਰਤਣੀ ਚਾਹੀਦੀ ਆ। ਉਹ ਪੰਥ ਨੇ ਪ੍ਰਵਾਨ ਕੀਤੀ ਆ, ਇਹਦੇ ਵਿੱਚ ਨਾ ਕੋਈ ਚੇਂਜ ਕੀਤਾ ਜਾਵੇ ਤਾਂ ਚੰਗੀ ਗੱਲ ਆ। ਪਰਿਵਾਲ ਜੀ, ਆਪ ਜੀ ਤੱਕ ਆਉਣ ਲੱਗੇ ਆ ਜੀ। ਆਪਾਂ ਨੂੰ ਨਾ ਡਿਊਰਿੰਗ ਦਾ ਵੀਕ ਬਹੁਤ ਫੋਨ ਕਾਲਾਂ ਤੇ ਬਹੁਤ ਮੈਸੇਜ ਆਏ, ਕਿਉਂਕਿ ਗੁਰਦੁਆਰਾ ਸਾਹਿਬ ਸੋਸ਼ਲੀ ਆਪਣਾ ਕਾਫੀ ਐਕਟਿਵ ਆ। YouTube ਦੇ ਉੱਤੇ ਵੀ ਆਪਣੇ ਨਾਲ ਬਹੁਤ ਬੰਦੇ ਜੁੜੇ ਹੁੰਦੇ ਆ, ਤੇ ਸਿੱਖ ਚੈਨਲ ਦੇ ਨਾਲ ਵੀ। ਤੇ ਜਦੋਂ ਗੁਰਦੁਆਰਾ ਡਰਬੀ ਸਾਹਿਬ ਗੁਰੂ ਅਰਜਨ ਦੇਵ ਜੀ ਤੇ ਹਮਲਾ ਹੋਇਆ ਨਾ, ਤੇ ਬਹੁਤ ਸਾਰਿਆਂ ਦੇ ਫੋਨ ਆਪਾਂ ਨੂੰ ਆਏ ਕਿ ਇਹ ਗੁਰਦੁਆਰਾ ਸਾਹਿਬ ਤੁਹਾਡੇ ਵਾਲਾ ਆ ਜੀ, ਕਿੱਦਾਂ ਕੀ ਹੋਇਆ ਕਿੱਦਾਂ ਨਹੀਂ। ਸੋ ਫਿਰ ਮੈਂ ਉਹਨਾਂ ਨੂੰ ਉਸ ਵੇਲੇ ਐਕਸਪਲੇਨ ਕਰ ਦਿੱਤਾ ਸੀ ਵੀ ਨਹੀਂ, ਸਾਡੇ ਕੋਲ 4 ਗੁਰਦੁਆਰਾ ਸਾਹਿਬ ਹੈ, ਤੇ ਜਿੱਥੇ ਹਮਲਾ ਹੋਇਆ ਆ ਉਹ ਇਹ ਸਿੰਘ ਸਭਾ ਗੁਰਦੁਆਰਾ ਸਾਹਿਬ ਨਹੀਂ ਆ। ਸੋ ਆਪ ਜੀ ਨਾ ਪਲੀਜ਼ ਸੰਗਤਾਂ ਦੇ ਨਾਲ ਥੋੜੀ ਜੀ ਸ਼ਾਰਟ ਦੇ ਵਿੱਚ ਸਾਂਝ ਪਾ ਕੇ ਅਪਡੇਟ ਦੇ ਦਿਓ ਜੀ, ਕੀ ਅਪਡੇਟ ਆ ਤੇ ਕੀ ਇਹ ਹਮਲਾ ਸੀਗਾ ਇਹਦੇ ਪਿੱਛੇ। ਇਹ ਜਿਹੜਾ ਹਮਲਾ ਕੀਤਾ ਗਿਆ ਗੁਰੂ ਅਰਜਨ ਦੇਵ ਗੁਰਦੁਆਰਾ, ਸਾਡੇ ਸਾਰਿਆਂ ਪਹਿਲਾਂ ਪੁਰਾਣੇ ਗੁਰਦੁਆਰੇ ਡਰਬੀ ਦੇ ਹੈਗੇ ਆ। 1967-68 ਤੋਂ ਸਾਰੇ ਤੇ ਪਹਿਲੇ ਇੱਕੋ ਗੁਰਦੁਆਰਾ ਹੁੰਦਾ ਸੀਗਾ, ਤੇ ਸਾਰੀ ਸੰਗਤਾਂ ਉੱਥੇ ਹੀ ਜਾਂਦੀਆਂ ਹੁੰਦੀਆਂ ਸੀ। ਜਿੱਦਾਂ ਜਿੱਦਾਂ ਸੰਗਤ ਵੱਧ ਗਈ, ਗਿਣਤੀ ਹਜ਼ਾਰਾਂ 'ਚ ਚਲੇ ਗਈ, ਤੇ ਫਿਰ ਗੁਰਦੁਆਰੇ ਬਾਅਦ ਦੇ ਵਿੱਚ ਹੋਰ 4 ਗੁਰਦੁਆਰੇ ਬਣੇ ਹੈਗੇ ਆ। ਰਾਮਡੇ ਗੁਰਦੁਆਰਾ ਹੈਗਾ, ਗੁਰਦਾਸ ਗੁਰਦੁਆਰਾ ਹੈਗਾ, ਤੇ ਸਿੰਘ ਸਭਾ ਗੁਰਦੁਆਰਾ। ਤੇ ਮੈਨੂੰ ਵੀ ਟੈਲੀਫੋਨ ਸੈਕਸ਼ਨ ਤੋਂ ਆਇਆ ਸੀ ਵੀ ਤੁਹਾਡੇ ਕਹਿੰਦੇ ਕਿਤੇ ਮਿਊਜ਼ੀਅਮ ਕਰਕੇ ਤਾਂ ਨਹੀਂ ਕੀਤਾ ਵੀ ਕਿਸੇ ਏਜੰਸੀਆਂ ਨੇ। ਤੇ ਮੈਂ ਉਦੋਂ ਉਹਨਾਂ ਨੂੰ ਦੂਜੇ ਗੁਰਦੁਆਰੇ ਆਪਣੇ ਗੁਰੂ ਅਰਜਨ ਦੇਵ ਦਾ ਨੰਬਰ ਦੇ ਦਿੱਤਾ ਸੀਗਾ ਵੀ ਉਹਨਾਂ ਦੇ ਕੰਟੈਕਟ ਕਰ ਲਓ। ਤੇ ਮੈਂ ਵੀ ਉਹਨਾਂ ਦੇ ਨਾਲ ਪ੍ਰਧਾਨ ਸਾਹਿਬ ਨਾਲ, ਜਨਰਲ ਸੈਕਟਰੀ ਨਾਲ ਤਾਲਮੇਲ ਰੱਖਦਾ ਰਿਹਾ, ਜਾਂ ਬਾਕੀ ਜਿਹੜੇ ਹੋਰ ਉਹਨਾਂ ਦੇ ਸਹਿਯੋਗੀ ਆ ਉਹਨਾਂ ਨਾਲ ਤਾਲਮੇਲ ਰੱਖਦਾ ਹੈਗਾ। ਉੱਦਾਂ ਨੌਜਵਾਨ ਉਹ ਆਪਣੇ ਵੀ ਤੇ ਬਲਿਹਾਰ ਸਿੰਘ ਜੀ ਗਏ, ਰਣਜੀਤ ਸਿੰਘ ਹੁਣੀ ਗਏ ਸੀਗੇ ਉੱਥੇ ਨਾਲ ਉਹਨਾਂ ਦੇ ਸਪੋਰਟ ਦੇ ਲਈ। ਤੇ ਬੰਦਾ ਤਕਰੀਬਨ ਘੰਟੇ 1.5 ਘੰਟੇ ਬਾਅਦ ਫੜ ਹੋ ਗਿਆ ਸੀਗਾ। ਉਹਦਾ ਮੁਹੰਮਦ ਇਬਰਾਹਿਮ ਨਾਂ ਦਾ ਸੀਗਾ, 31 ਸਾਲਾਂ ਦਾ ਸੀਗਾ ਉਹ। ਤੇ ਉਹਨੇ ਜਿੱਦਾਂ ਪੁਲਿਸ ਨਾਲ ਮੀਟਿੰਗ ਵੀ ਪਰਸੋਂ ਸਾਡੀ ਹੋਈ ਸੀਗੀ 4 ਹੀ ਗੁਰਦੁਆਰਿਆਂ ਦੀ, ਤੇ ਕਸ਼ਮੀਰ ਦੇ ਨਾਲ ਪਾਕਿਸਤਾਨੀ ਕਮਿਊਨਿਟੀ ਨਾਲ ਵੀ ਮੀਟਿੰਗ ਹੋਈ ਸੀਗੀ। ਉਹਦੇ ਵਿੱਚ ਉਹਨਾਂ ਦੀਆਂ 5-6 ਸੰਸਥਾਵਾਂ ਜਿਹੜੀਆਂ ਹੈਗੀਆਂ, ਜਿਹੜੇ ਉਹਨਾਂ ਦੇ ਮਸੀਤਾਂ ਦੇ ਮੁਖੀ ਹੈਗੇ ਆ, ਉਹ ਹਾਜ਼ਰ ਸੀ। ਕੋਈ ਕੌਂਸਲਰ ਵੀ ਉਹਨਾਂ ਦੇ ਹਾਜ਼ਰ ਹੋਏ ਸੀ। ਸਾਡੇ ਵੀ 4 ਗੁਰਦੁਆਰੇ ਸੇਵਾਦਾਰ ਹਾਜ਼ਰ ਸੀ, ਆਪਣੇ ਕੌਂਸਲਰ ਵੀ, ਤੇ ਆਪਣੇ ਹਰਦਿਆਲ ਸਿੰਘ ਢੀਂਡ ਸਾਹਿਬ ਜੋ ਕਮਿਸ਼ਨਰ ਹੈਗੇ ਪੁਲਿਸ ਦੇ। ਮੇਰਾ ਪਹਿਲਾ ਕਮਿਸ਼ਨ ਆ ਜਿਹੜਾ ਕਿ ਇੰਗਲੈਂਡ ਦੇ ਵਿੱਚ ਪੰਜਾਬੀ ਸਿੱਖ ਜਿਹੜਾ ਹੈਗਾ, ਪੰਜਾਬ ਤੋਂ ਬਾਹਰ ਪਹਿਲਾ ਪੁਲਿਸ ਕਮਿਸ਼ਨਰ ਹੈ, ਉਹ ਵੀ ਆਪਣੇ ਕੁਦਰਤੀ ਵੀ ਆਪਣੇ ਸੰਗੀ ਸਾਥੀ ਹੈਗਾ ਆ, ਤੇ ਉਹ ਵੀ ਮੀਟਿੰਗ 'ਚ ਹਾਜ਼ਰ ਰਿਹਾ ਪੁਲਿਸ ਦੇ ਨਾਲ। ਤੇ ਉੱਥੇ ਨੌਜਵਾਨਾਂ ਦਾ ਰੋਸ ਸੀ। ਉੱਤੇ ਜਿਹੜਾ ਕੇਸ ਪਾਇਆ ਸੀ, 2 ਵਾਰੀ ਨੌਜਵਾਨ ਅੰਦਰ ਆਇਆ ਸੀ। ਪਹਿਲਾਂ ਦੇਖ ਕੇ ਗਿਆ, ਬਿੰਡੇ ਭੱਜੇ ਨਹੀਂ, ਦੂਜੀ ਵਾਰੀ ਫੇਰ ਘਰੋਂ ਲੈ ਕੇ ਉਹ ਜਿਹੜਾ ਆਪਾਂ ਜੈਕ ਦੇ ਨਾਲ ਕਾਰਾਂ ਤਾਂ ਚੱਕਦੀਆਂ ਉਹ ਲੈ ਕੇ ਆ, ਤੇ ਉਹਦੇ ਨਾਲ ਫਿਰ ਉਹਨੇ ਮੋਹਰਲੀ ਦਰਵਾਜ਼ੇ ਦੋਨੇ ਭੰਨਤੇ, ਤੇ ਅੰਦਰ ਜਿਹੜੇ ਛੋਟਾ ਹਾਲ ਆ ਉਹਦੇ ਵਿੰਡੇ ਭੰਨਤੇ। ਤੇ ਤਕਰੀਬਨ 10-15 ਮਿੰਟ ਲੱਗੇ। ਤੇ ਗਿਆਨੀ ਲੋਕਡਾਊਨ ਹੋਣ ਕਰਕੇ ਉੱਪਰ ਸੀਗੇ, ਤੇ ਡਿਊਟੀ ਤੇ ਮੇਰੇ ਖਿਆਲ ਇੱਕੋ ਇੱਕ ਗੁਰਸਿੱਖ ਸੀਗਾ, ਤੇ ਬਾਕੀ ਉਹਦਾ ਆਪਣੇ ਕਮਰੇ 'ਚ ਸੀਗੇ। ਤੇ ਉਹਨਾਂ ਖੜਕਾ ਸੁਣਿਆ, ਉਹ ਕਹਿੰਦੇ ਕੋਈ ਥੱਲੇ ਛੋਟੀ ਮੋਟੀ ਕੋਈ ਚੀਜ਼ ਹੋਣੀ ਆ, ਤੇ ਉਹ ਨਹੀਂ ਵੀ ਥੱਲੇ ਆ ਕੇ ਦੇਖਿਆ, ਨਹੀਂ ਬਾਅਦ ਦੇ ਵਿੱਚ ਕਿਤੇ ਆ ਕੇ ਦੇਖਿਆ ਤੇ ਉਹਨਾਂ ਦੇ ਪੌਣੇ ਘੰਟੇ ਬਾਅਦ। ਤੇ ਉਦੋਂ ਬਾਅਦ ਫਿਰ ਇਕੱਠ ਹੋਇਆ, ਪੁਲਿਸ ਆ ਗਈ। ਉਦੋਂ ਬਾਅਦ ਪਤਾ ਲੱਗ ਗਿਆ ਵੀ ਕਿਹੜੀ ਕਾਰ ਸੀ। ਬਹੁਤ ਦੂਰ ਨਹੀਂ ਸੀ ਗੁਰਦੁਆਰਾ, 300-400 ਮੀਟਰ ਤੋਂ ਵੱਧ ਨਹੀਂ ਹੋਣਾ ਹੈ। ਕਰੋਨਾ ਰੋਡ ਤੇ ਰਹਿੰਦਾ ਹੀ। ਪਹਿਲਾਂ ਗੁਰਦੁਆਰਾ ਵੀ ਆਪਣਾ ਉੱਥੇ ਗੁਰੂ ਅਰਜਨ ਦੇਵ ਗੁਰਦੁਆਰਾ ਹੁੰਦਾ ਸੀਗਾ ਉੱਥੇ, ਤੇ ਉੱਥੇ ਸੀਗਾ। ਤੇ ਨੌਜਵਾਨ ਨੇ ਤਾਂ ਘਰ ਦੇ ਮੂਹਰੇ ਘੇਰਾ ਪਾ ਲਿਆ ਉਹਨੂੰ ਵੀ ਕਿਤੇ ਬਾਹਰ ਨਾ ਭੱਜ ਜਾਏ। ਤੇ ਉਹਨੂੰ ਪੁਲਿਸ ਆ ਗਈ ਤੇ ਉਹ ਅਰੈਸਟ ਕਰ ਲਿਆ ਗਿਆ ਸੀਗਾ। ਤੇ ਉਹਦਾ ਰੋਸ ਡਰਬੀ 'ਚ ਇਹਦੇ ਬਾਰੇ ਕਾਫੀ ਸੀਗਾ। ਪੁਲਿਸ ਨੇ ਚਾਰਜਸ ਵੀ ਜਿਹੜੇ ਆ ਕਮਿਊਨਿਟੀ 'ਚ ਮੈਸੇਜ ਇਹ ਚਲਾ ਗਿਆ ਵੀ ਬਹੁਤ ਹੀ ਜਿੰਨੇ ਹਲਕੇ ਲਾਏ ਆ ਨਾ, ਇੰਨੇ ਹਲਕੇ ਨਹੀਂ ਚੱਕਣੇ। ਕੱਲ ਵਰਗੀ ਦਾ ਲਾਇਆ ਸੀ ਜਾਮ। ਤੇ ਫਿਰ ਪੁਲਿਸ ਦੇ ਨਾਲ ਮੀਟਿੰਗ ਅਰੇਂਜ ਕੀਤੀ ਗਈ 4 ਗੁਰਦੁਆਰਿਆਂ ਦੀ। ਤੇ ਉੱਥੇ ਉਹਨਾਂ ਨੂੰ ਬੇਨਤੀ ਕੀਤੀ ਗਈ ਵੀ ਆਹ ਤਾਂ ਚਾਰਜ ਬਰਗਲੀ ਦੇ ਬਹੁਤ ਥੋੜੇ ਆ, ਵੀ ਤੁਹਾਨੂੰ ਇਹ ਤਾਂ ਟੈਰਰ ਅਟੈਕ ਦੇ ਲੱਗਣੇ ਚਾਹੀਦੇ ਸੀਗੇ। ਵੀ ਇਹ ਤਾਂ ਬਿਲਕੁਲ ਜਿੱਦਾਂ ਲੰਡਨ ਬ੍ਰਿਜ ਦੇ ਉੱਤੇ ਨਾਈ ਮਾਰ ਕੇ ਬੰਦੇ ਮਾਰੇ ਸੀ। ਇਹਦੀ ਮਨਸ਼ਾ ਇਸ ਬੰਦੇ ਦੀ ਇਦਾਂ ਦੀ ਲੱਗਦੀ ਸੀਗੀ, ਜੇ ਉੱਥੇ ਕੋਈ ਗੁਰਸਿੱਖ ਹੋਰ ਹੁੰਦਾ ਜ਼ਰੂਰ ਉਹ ਨਾਈਫ ਨਾਲ ਉੱਤੇ ਅਟੈਕ ਕਰ ਸਕਦਾ ਸੀਗਾ, ਮਾਰ ਵੀ ਸਕਦਾ ਸੀਗਾ। ਕੁਦਰਤੀ ਲੋਕਡਾਊਨ ਕਰਕੇ ਮੇਰੇ ਖਿਆਲ ਸੜਕ ਤੇ ਵੀ ਉਹਨੂੰ ਕੋਈ ਬੰਦਾ ਲੱਭਾ ਨਹੀਂਗਾ। ਜੇ ਸ਼ਾਇਦ ਉਹਨੂੰ ਕੋਈ ਸਿੱਖ ਲੱਭ ਪੈਂਦਾ, ਸ਼ਾਇਦ ਉੱਤੇ ਵੀ ਅਟੈਕ ਕਰਦਾ। ਬਾਅਦ ਦੇ ਵਿੱਚ ਉਹਨੇ ਨੌਰਮਲ ਰੋਡ ਜਾ ਕੇ ਇੱਕ ਪੁਲਿਸ ਦੀ ਨਾਈਫ ਮਾਰਤਾ ਜਾ ਕੇ। ਜਿੱਦਾਂ ਉਹਦਾ ਇੰਨਾ ਉਹਦੇ ਦਿਮਾਗ ਤੇ ਇੰਨਾ ਇਸ ਚੀਜ਼ ਦਾ ਜਾਂ ਕਿ ਸੰਸਥਾ ਦੱਸ ਗਈ ਹੈ, ਜੇ ਨਹੀਂ ਪਤਾ ਲੱਗ ਸਕਾਗਾ। ਪੁਲਿਸ ਨੇ ਦੱਸਿਆ ਵਰਗੀ ਦਾ ਅਸੀਂ ਇਲਜ਼ਾਮ ਇੱਥੇ ਲਾਇਆ ਹੈਗਾ, ਜੇ ਸਾਡੇ ਕੋਲ ਪ੍ਰੂਫ ਸਿਰਫ ਇਹੀ ਹੈਗੇ ਆ। ਤੇ ਕਰਕੇ ਵਰਗੀ ਦੇ ਵਿੱਚ 10 ਸਾਲ ਹੋ ਜਾਂਦੀ ਹੈਗੀ ਆ। ਪਰ ਜਿੱਦਾਂ ਸਾਨੂੰ ਕੋਈ ਪ੍ਰੂਫ ਆਇਆ ਸੀ ਨਾ, ਹੁਣ ਕੋਈ ਕੰਪਿਊਟਰ, ਉਹਦੇ ਟੈਲੀਫੋਨ, ਕਿਹੜੇ ਸੰਸਥਾ ਦਾ ਲਿੰਕ ਸੀਗਾ, ਜਿੱਦਾਂ ਇੰਪਰੂਵ ਹੋਈ ਗਿਆ, ਸਾਡੇ ਕੋਲ ਪ੍ਰੂਫ ਆਈ ਗਿਆ। ਅਸੀਂ ਸਜ਼ਾਵਾਂ ਜਿਹੜੀਆਂ ਧਾਰਮਾਂ ਜਿਹੜੀਆਂ ਹੁੰਦੀਆਂ ਉਹੀ ਸਖਤ ਕਰੀ ਜਾਣੀਆਂ ਹੈਗੀਆਂ। ਅਜੇ ਵੀ ਨੌਜਵਾਨ ਰੋਸ ਹੈਗਾ ਵੀ ਨੇ ਤੇ ਉਹ ਟੈਰਰ ਅਟੈਕ ਦੇ ਹੀ ਲੱਗਣੇ ਚਾਹੀਦੇ ਸੀਗੇ। ਵੀ ਉਹ ਪੂਰੀ ਪਲੈਨਿੰਗ ਕਰਾਇਆ ਹੈਗਾ, ਉਹਦੇ ਬੰਦੇ ਮਾਰਨ ਦੀ ਮਨਸ਼ਾ ਸੀਗੀ। ਉਹਨੇ ਮੁੰਡਿਆਂ ਦੇ ਵਿੱਚ ਦੂਰੀ ਵਧਾਉਣ ਦੀ, ਨਫ਼ਰਤ ਫੈਲਾਉਣ ਦੀ ਕਾਰਵਾਈ ਕੀਤੀ ਹੈਗੀ ਆ। ਤੇ ਪੁਲਿਸ ਨੇ ਭਰੋਸਾ ਦਿੱਤਾ ਸੀਗਾ
ਬਈ ਅਸੀਂ ਜਿੱਦਾਂ ਜਿੱਦਾਂ 2-4 ਦਿਨਾਂ 5-20 ਦਿਨ ਲੱਗਣੀ 2 ਵੀਕਾਂ ਵੀ ਲੱਗਣੀ ਸਾਨੂੰ, ਅਸੀਂ ਉਦਾਂ ਕੇਸ ਜਿਹੜਾ ਸਟਰੋਂਗ ਕਰੀ ਜਾਣਾ ਕਿ ਤੁਸੀਂ ਸਾਡੇ ਤੇ ਫਿਕਰ ਨਾ ਕਰੋ। ਤੇ ਆਪਣੀ ਇੰਡੀਅਨ ਕਮਿਊਨਿਟੀ ਸੈਂਟਰ ਦੇ ਵਿੱਚ ਵੀ ਇਕੱਠ ਹੋਇਆ ਸੀਗਾ, ਉੱਥੇ ਉਹਨਾਂ ਦੇ ਨੁਮਾਇੰਦੇ ਵੀ ਆਏ ਸੀ ਤੇ ਆਪਣੀ ਸਿੱਖ ਕਮਿਊਨਿਟੀ ਦੇ ਵੀ ਮੁਖੀ ਗਏ ਸੀਗੇ। ਮੈਂ ਤੇ ਰਘਵੀਰ ਸਾਹਿਬ ਆਪਣੇ ਗੁਰਦੁਆਰਾ ਵਾਲੇ ਸਾਹਿਬ ਨੂੰ ਗਏ ਸੀਗੇ ਤੇ ਉੱਥੇ ਵੀ ਉਹਨੇ ਵੀ ਉੱਥੇ ਮੀਟਿੰਗ ਵਿੱਚ ਵੀ ਉਹਨੇ ਨਿੰਦਿਆ ਕੀਤੀ ਹੈਗੀ ਆ ਤੇ ਉਹ ਕਹਿੰਦੇ ਤੁਹਾਡਾ ਪੂਰਾ ਸਹਿਯੋਗ ਦਿਆਂਗੇ, ਇਹਨੂੰ ਵੱਧ ਤੋਂ ਵੱਧ ਸਖਤ ਤੋਂ ਸਖਤ ਸਜ਼ਾ ਹੋਣੀ ਚਾਹੀਦੀ ਹੈਗੀ ਆ। ਇਸ ਤੋਂ ਇਲਾਵਾ ਉਹਨੇ ਤੀਵਨ ਜਿੰਨੀਆਂ ਵੀ ਸੰਸਥਾ ਇੰਗਲੈਂਡ 'ਚ ਹੈਗੀਆਂ ਜਾਂ ਪਾਕਿਸਤਾਨ 'ਚ ਆ, ਬਹੁਤ ਵੱਲੋਂ ਇਹਨੂੰ ਕੰਡੈਮ ਕੀਤਾ ਗਿਆ ਤੇ ਕਿ ਨਹੀਂ ਬਈ ਸਿੱਖਾਂ ਦੇ ਜਿਹੜੇ ਹੈਗੇ ਸਾਡੇ ਤਾਂ ਰਿਲੇਸ਼ਨ ਹੈ ਹੀ ਬਹੁਤ ਸੋਹਣੇ ਹੈਗੇ ਆ। ਮੈਂ ਵੀ ਕਮਿਊਨਿਟੀ ਸੈਂਟਰ ਦੇ ਵਿੱਚ ਥੋੜਾ ਜਿਹਾ ਬੋਲਿਆ ਸੀ, ਮੈਂ ਕਿਹਾ ਉਹਦਾ ਰੋਸ ਹੈਗਾ ਨੌਜਵਾਨ ਦਾ ਵੀ ਤੁਸੀਂ ਸਾਡੀ ਮਦਦ ਨਹੀਂ ਕਰਦੇ। ਮੈਂ ਕਿਹਾ ਸਿੱਖਾਂ ਨੇ ਜਿੰਨੀ ਮਦਦ ਤੁਹਾਡੀ ਕਸ਼ਮੀਰ ਦੇ ਵਿਸ਼ੇ 'ਚ ਕੀਤੀ ਆ ਉਹ ਨਹੀਂ ਤਾਂ ਕਿਸੇ ਨੇ ਕਰ ਨਹੀਂ ਸਕਦਾ ਹੈਗਾ। ਮੈਂ ਕਿਹਾ ਮੈਂ ਤੁਹਾਨੂੰ ਆਪਣੀ ਐਗਜ਼ਾਮਪਲ ਦੇਣਾ, ਮੈਂ ਮਾਰਚ ਦੇ ਵਿੱਚ ਦਿੱਲੀ ਗਿਆ, ਆਪਾਂ ਪੈਸੇ ਤਾਂ 2-4 ਹਜ਼ਾਰ ਪਾਉਣੀ ਖਰਚਿਆ ਹੋਊਗਾ ਸਰ। ਇਸੇ ਗੱਲ ਇਹ ਕਹੇ ਵੀ ਦਿੱਲੀ ਦੇ ਵਿੱਚ ਮੁਸਲਮਾਨਾਂ ਧੱਕੇਸ਼ਾਹੀ, ਉਹਨੇ ਘਰ ਲੂਤੇ ਗਏ, ਉਹਨਾਂ ਦੇ ਬੰਦੇ ਮਾਰਤੇ ਗਏ, ਦੁਕਾਨਾਂ ਲੂਤੀਆਂ ਗਈਆਂ। ਮੈਂ ਕਿਹਾ ਮੈਂ ਇੰਗਲੈਂਡ ਤੋਂ ਚੱਲ ਕੇ ਦਿੱਲੀ ਜਾ ਕੇ ਮੈਨੂੰ 24-25 ਘੰਟੇ ਲੱਗੇ, ਜਲੰਧਰੋਂ ਜਾ ਕੇ ਮੁੜ ਕੇ ਆਉਣ ਨੂੰ 8-10 ਘੰਟੇ ਉੱਥੇ ਲਾਏ ਤੇ ਮੈਂ ਕਿਹਾ 15-20 ਬੰਦੇ ਜਾ ਕੇ ਤੁਹਾਡਾ ਹਮਦਰਦੀ ਪ੍ਰਗਟ ਕਰਕੇ ਆਏ ਆ। ਮੈਂ ਘੱਟ ਤੋਂ ਘੱਟ ਮੈਂ 20 ਸਟੇਸ਼ਨਾਂ ਦੇ ਉੱਤੇ ਦਿੱਲੀ ਦੇ ਵਿੱਚ, ਜਿੱਥੇ ਇਹਨਾਂ 5000 ਬੰਦਾ ਨਹੀਂ ਕਰੇਗੇ ਟੈਂਟਾਂ 'ਚ ਵਿਚਾਰੇ, ਜਿੱਥੇ ਬਿਲਕੁਲ ਹੈ ਸੀ ਦਾ ਪ੍ਰਬੰਧ ਕੋਈ ਨਹੀਂ, ਕੋਈ ਟੋਇਲਟਾਂ ਨਹੀਂ, ਵਾਸ਼ਰੂਮ ਨਹੀਂ, ਖਾਣੇ ਦੀ ਗੱਲ ਹੈ ਨਹੀਂ। ਮੈਂ ਕਿਹਾ ਉੱਥੇ ਜਾ ਕੇ ਕਈ ਟਰੱਕ ਅਸੀਂ ਖਾਣੇ ਦੇ ਵੰਡ ਕੇ ਆਏ ਆ ਤੇ ਤੁਸੀਂ ਕਹਿੰਦੇ ਸਪੋਰਟ ਨਹੀਂ ਕਰਦੇ। ਕਿੰਨੇ ਬੰਦੇ ਕਹਿਣ ਦੇ ਵਿੱਚੋਂ ਆ ਜਿਹੜੇ ਦਿੱਲੀ ਜਾ ਕੇ ਉੱਥੇ ਬੋਲਦੇ ਆ ਮੋਦੀ ਸਰਕਾਰ ਦੇ ਅਗੇਂਸਟ ਵੀ ਨਹੀਂ, ਆ ਤੂੰ ਜ਼ੁਲਮ ਕੀਤਾ, ਧੱਕੇਸ਼ਾਹੀ ਕਰਦੀ, ਬਰਦਾਸ਼ਤ ਨਹੀਂ ਕਰਾਂਗੇ, ਅਸੀਂ ਇਹਨਾਂ ਦੇ ਨਾਲ ਆ, ਅਸੀਂ ਕਦੀ ਵੀ ਇੱਥੇ ਜਿਹਨੀਆਂ ਮਿਨੋਰਟੀਆਂ ਹੈਗੀਆਂ ਅਸੀਂ ਇਹਨੇ ਕਰ ਨਹੀਂ ਦਿਆਂਗੇ। ਮੈਂ ਘੱਟ 20 ਟੀਵੀ 2.5-3 ਘੰਟੇ ਮੇਰਾ ਗਲਾ ਬਹਿ ਗਿਆ ਸੀ, ਕਦੀ ਕੋਈ ਟੀਵੀ ਆਇਆ, ਕਦੀ ਕੋਈ ਮੀਡੀਆ ਆਇਆ, ਕੋਈ ਮੀਡੀਆ ਆ ਜਾਂਦਾ ਸੀਗਾ। ਮੈਂ ਕਿਹਾ ਅਸੀਂ ਆਪਣੀ ਡਿਊਟੀ ਨਿਭਾਉਣੇ ਆ, ਤੁਸੀਂ ਮੈਂ ਕਿਹਾ ਡਿਊਟੀ ਨਿਭਾਉਂਦੇ ਕੋਈ ਨਹੀਂ, ਤੁਸੀਂ ਆਪਣੀ ਡਿਊਟੀ ਨਿਭਾਓ। ਤੇ ਮੈਂ ਇਹੋ ਜਿਹੇ ਜਿਹੜੇ ਨੌਜਵਾਨ ਹੈਗੇ ਇਹਨਾਂ ਨੂੰ ਮਾੜਾ ਕੰਟਰੋਲ 'ਚ ਰੱਖੋ, ਆਪਣੇ 'ਚ ਥੋੜੀ ਸਖਤੀ ਕਰੋ, ਇਹਨਾਂ ਨੂੰ ਦੱਸੋ ਵੀ ਅਸੀਂ ਕਿੱਦਾਂ ਸਪੋਰਟ ਕਰ ਰਹੇ ਹਾਂ। ਉਦਾਂ ਉਹ ਤਾਂ ਤੀਵਨ ਸਾਰੇ ਸਿਆਣੇ ਸੀਨੀਅਰ ਸੀਗੇ, ਉਹ ਤਾਂ ਗੱਲਾਂ ਸਾਰੀਆਂ ਮੰਨਦੇ ਸੀਗੇ, ਪਰ ਨੌਜਵਾਨ ਕਹਿੰਦੇ ਸੀ ਵੀ ਆਉਣ ਵਾਲੇ ਸਮੇਂ 'ਚ ਅਸੀਂ ਸਖਤੀ ਕਰਾਂਗੇ, ਅਸੀਂ ਤੁਹਾਡਾ ਮੈਸੇਜ ਹਰੇਕ ਹੀ ਮਸੀਤ ਦੇ ਵਿੱਚ ਵੀ ਦੱਸਾਂਗੇ, ਤੁਹਾਡੀਆਂ ਕੀਤੀਆਂ ਸੇਵਾਵਾਂ ਬਾਰੇ ਵੀ ਦੱਸਾਂਗੇ, ਅਸੀਂ ਲੰਬੇ ਚਿਰ ਤੋਂ ਆਪਣੇ ਕਦੀ ਡਰ ਜੀ ਉਹ ਘਟਨਾ ਨਹੀਂ ਵਾਪਰੀ ਹੈਗੀ, ਅਸੀਂ ਤੁਹਾਡੇ ਨਾਲ ਹੈਗੇ ਆ। ਜੇ ਖਰਚੇ ਦੀ ਗੱਲ ਆ ਉਹ ਕਹਿੰਦੇ ਅਸੀਂ ਖਰਚਾ ਕਰਨ ਨੂੰ ਤਿਆਰ ਹਾਂ, ਤਾਂ ਸਾਡੇ ਕੋਲ ਇਹਨੇ ਨਾ ਕਰਤੀ ਤੇ ਖਰਚੇ ਦੀ ਗੱਲ ਤਾਂ ਕੋਈ ਹੈ ਹੀ ਨਹੀਂ ਇੱਥੇ। ਗੱਲ ਤਾਂ ਹੈਗੀ ਆ ਵੀ ਉਹਨੇ ਗੁਰੂ ਘਰ ਦੀ ਇਨਸਲਟ ਕੀਤੀ ਆ। ਕਿਸੇ ਵੀ ਧਾਰਮਿਕ ਅਦਾਰੇ ਤੇ ਕੋਈ ਬੰਦਾ ਸੋਚ ਨਹੀਂ ਸਕਦਾ, ਜੇ ਧਾਰਮਿਕ ਬੰਦਾ ਕੋਈ ਹੋਵੇ ਆਪਣੇ ਕੋਲ ਹੁੰਦਾ ਹੋਵੇ ਤਾਂ, ਜਾਂ ਕਿਸੇ ਦਾ ਵੀ ਹੋਵੇ, ਚਾਹੇ ਮਸੀਤ ਹੋਵੇ, ਚਾਹੇ ਗਿਰਜਾ ਹੋਵੇ, ਕੁਛ ਵੀ ਹੋਵੇ, ਤੇ ਜੋ ਉਹਨੇ ਕੀਤਾ ਹੈਗਾ ਨਾ, ਇਹ ਹੁਣ ਪੁਲਿਸ ਇੱਕ ਉਹਨੇ ਪ੍ਰੈਸ ਰਿਲੀਜ਼ ਕੱਢਣੀ ਸੀਗੀ, ਅਜੇ ਤੱਕ ਉਹਨੇ ਪੁਲਿਸ ਨੇ ਰਿਲੀਜ਼ ਨਹੀਂ ਕੀਤੀ ਹੈਗੀ, ਸ਼ਾਇਦ 1-2 ਦਿਨਾਂ 'ਚ ਉਹ ਦੱਸਣਗੇ। ਕਹਿੰਦੇ ਉਦਾਂ ਉਹਨੇ ਭਰੋਸਾ ਦਵਾਇਆ ਸਿੱਖ ਕਮਿਊਨਿਟੀ ਨੂੰ ਵੀ ਅਸੀਂ ਜਿੱਦਾਂ ਸਾਡੇ ਪ੍ਰੂਫ ਤੇ ਮਿਲੀ ਗਏ ਉਦਾਂ ਅਸੀਂ ਚਾਰਜ ਜਿਹੜੇ ਅੱਧੇ ਸਖਤ ਕਰੀ ਜਾਣੇ ਹੈਗੇ ਆ। ਅਸੀਂ ਇਹਦੇ ਵਿੱਚ ਕੋਈ ਕੇਸ ਕਿਸੇ ਪਾਸੇ ਵੀ ਅਸੀਂ ਕੋਈ ਪ੍ਰੈਸ਼ਰ ਹੀ ਪਊਗਾ ਅਸੀਂ ਢਿੱਲ ਨਹੀਂ ਆਉਣ ਦਿਆਂਗੇ। ਤੇ ਇਹ ਜੀ ਤੀਵਨ ਉੱਥੇ ਤੁਹਾਨੂੰ ਦੱਸਿਆ ਹੈਗਾ ਕਿ ਬਲਵੀਰ ਸਿੰਘ ਕੌਂਸਲ ਵੀ ਉੱਥੇ ਸੀਗਾ ਤੇ ਆਪਣੇ ਹਰਦਿਆਲ ਢੀਂਸਾ ਪਿਛਲੇ ਕਮਿਸ਼ਨਰ ਹੈਗਾ ਉਹ ਵੀ ਉੱਥੇ ਸੀਗਾ ਤੇ 4 ਹੀ ਗੁਰਦੁਆਰਿਆਂ ਦੇ ਤੀਵਨ 2-3 ਮੈਂਬਰ ਉੱਥੇ ਹਾਜ਼ਰ ਸੀ ਦੋਨਾਂ ਮੀਟਿੰਗਾਂ ਦੇ ਵਿੱਚ। ਤੇ ਤੀਵਨ ਉਹ ਜਿਹੜੀ ਆ ਡਰਬੀ ਦੇ 4 ਉਹਦੇ ਨਾਲ ਪ੍ਰੈਸ ਸਟੇਟਮੈਂਟ ਵੀ ਤੀਵਨ ਜਾ ਚੁੱਕੀ ਹੈ ਸਾਰੇ ਪਾਸੇ, ਤੇ ਪਾਕਿਸਤਾਨੀ ਕਮਿਊਨਿਟੀ ਤੇ ਇੰਡੀਅਨ ਕਮਿਊਨਿਟੀ ਦੇ ਉਹ ਵੀ ਸਾਂਝੀ ਮੀਟਿੰਗ ਵਿੱਚ ਜਾ ਚੁੱਕੀ ਹੈਗੀ ਆ। ਲਿਸਟ ਦੀਆਂ ਬਹੁਤ ਸਾਰੀਆਂ ਸੰਸਥਾਵਾਂ ਨੇ ਜਿੰਨੀਆਂ ਹੈਗੀਆਂ ਉਹਨਾਂ ਨੇ ਵੱਲੋਂ ਪ੍ਰੈਸ ਮੈਂ 3-4 ਪੜ੍ਹ ਚੁੱਕਾ, ਉਹਨਾਂ ਦੀਆਂ ਵਿੱਚ ਵੱਖ-ਵੱਖ ਅਦਾਰੇ ਰਾਮਗੜ੍ਹੀਆ ਲਵੰਤੀ ਆ, ਕੋਈ ਹੋ ਫੇਥ ਦੀ ਬਣੀ ਉਹਨਾਂ ਨੂੰ ਵੀ ਆਈ ਹੈਗੀ ਆ, 12ਵੀਂ ਸਿੱਖ ਕੌਂਸਲ ਦੀ ਵੀ ਆਈ ਹੈਗੀ ਆ, ਮੈਂ ਦੇਖਿਆ ਸੋਥਾਲ ਗੁਰਦੁਆਰਾ ਸਟੇਟਮੈਂਟ ਦਿੱਤੀਆਂ ਹੈਗੀਆਂ, ਹੋਰ ਵੀ ਅਦਾਰੇ ਨੇ ਇਹ ਜੋ ਘਟਨਾ ਹੋਈ ਹੈ ਇਹਦੀ ਨਿੰਦਿਆ ਕੀਤੀ ਹੈਗੀ ਆ ਤੇ ਤਾਂ ਜੋ ਆਉਣ ਵਾਲੇ ਸਮੇਂ ਇਹੋ ਜਿਹੀ ਘਟਨਾਵਾਂ ਨਾ ਵਾਪਰਨ। ਧੰਨਵਾਦ ਜੀ, ਬਹੁਤ ਬਹੁਤ। ਭਾਈ ਜੋਗਿੰਦਰ ਸਿੰਘ ਜੀ, ਅਗਲਾ ਸਵਾਲ ਇੱਕ ਬੀਬੀ ਜੀ ਵੱਲੋਂ ਆ ਜੀ। ਇਹ ਸਵਾਲ ਬਹੁਤ ਸਾਡੇ ਹੋ ਸਕਦਾ ਕਿ ਨਾਨ ਸਿੱਖ ਜਾਂ ਸਿੱਖ ਭਰਾਵਾਂ ਦੇ ਵਿੱਚ ਕਿਤੇ ਕਿਤੇ ਆ ਜਾਂਦਾ ਹੋਵੇ। ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਣਾ ਤੇ ਮੰਨਣਾ, ਕਈ ਵੇਲੇ ਉਹਨਾਂ ਨੂੰ ਰੁਮਾਲੇ ਚੜਾਉਣੇ ਜਾਂ ਸੋਨੇ ਦੀਆਂ ਪਾਲਕੀਆਂ ਦੇ ਵਿੱਚ ਚੜਾਉਣੀਆਂ ਮੂਰਤੀ ਪੂਜਾ ਨਾਲੋਂ ਕਿਵੇਂ ਭਿੰਨ ਆ? ਭੈਣ ਜੀ ਪੁੱਛਦੇ ਆ ਕਿ ਤੁਸੀਂ ਵੀ ਤਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਉਦਾਂ ਹੀ ਪੂਜਦੇ ਜਿੱਦਾਂ ਮੂਰਤੀਆਂ ਪੂਜਦੀਆਂ ਜਾਂਦੀਆਂ। ਸੋ ਮੈਨੂੰ ਯਾਦ ਆ ਵੀ ਮੈਂ ਇੱਕ ਭਾਈ ਸਾਹਿਬ ਦੀ ਕਿਤਾਬ ਪੜ੍ਹੀ ਸੀਗੀ ਨਾ, ਉਹਨਾਂ ਨੇ ਵੀ ਇਸ ਟੌਪਿਕ ਦੇ ਉੱਤੇ ਬਹੁਤ ਬਰੀਫਲੀ ਲਿਖਿਆ ਸੀਗਾ ਕਿ ਗੁਰੂ ਗ੍ਰੰਥ ਸਾਹਿਬ ਜੀ ਤੇ ਮੂਰਤੀ ਪੂਜਾ ਦੇ ਕੰਪੈਰੀਜ਼ਨ ਕੀਤੇ ਸੀਗੇ। ਸੋ ਉਹਨਾਂ ਦਾ ਇਹ ਸ਼ੰਕਾ ਆ ਕਿ ਕੀ ਸਿੱਖ ਵੀ ਇਸੇ ਤਰ੍ਹਾਂ ਹੀ ਗੁਰੂ ਗ੍ਰੰਥ ਸਾਹਿਬ ਜੀ ਦੀ ਪੂਜਾ ਨਹੀਂ ਕਰਨ ਲੱਗ ਪਏ ਜਿਸ ਤਰ੍ਹਾਂ ਆਮ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਮੂਰਤੀ ਪੂਜਾ ਦਾ ਖੰਡਨ ਕੀਤਾ ਗਿਆ, ਉਹੀ ਕੰਮ ਅਸੀਂ ਕਰ ਰਹੇ ਹਾਂ ਜੀ। ਜੀ ਭਾਈ ਜੋਗਿੰਦਰ ਸਿੰਘ। ਹਾਂਜੀ, ਆਪਣੀ ਆਪਣੀ ਸੋਚ ਜਿਹੜੀ ਆ, ਸਮਝ ਆ, ਉਹ ਕਈ ਵਾਰੀ ਬੰਦਾ ਦੇਖਦਾ ਜੋ ਕੁਛ ਹੈ ਤੇ ਉਹ ਤਾਂ ਆਪਣਾ ਨਜ਼ਰ ਆ ਲੈਂਦਾ ਵੀ ਖਰੇ ਆਹ ਗੱਲ ਹੋ ਰਹੀ ਆ, ਪਰ ਲੇਕਿਨ ਜਿਹੜੇ ਸਚਿਆਰ ਸਿੱਖ ਹਨ ਜਿਨ੍ਹਾਂ ਨੂੰ ਸੋਝੀ ਆ, ਉਹ ਕੇਵਲ ਤੇ ਕੇਵਲ ਸ਼ਬਦ ਦੇ ਪੁਜਾਰੀ ਹਨ। ਉਹ ਗੁਰੂ ਦੇ ਬਚਨਾਂ ਦੀ ਜਿਹੜੀ ਰਿਸਪੈਕਟ ਆ, ਸਤਿਕਾਰ ਕਰਦੇ ਆ,
ਉਹਨਾਂ ਤੇ ਪਹਿਰਾ ਦਿੰਦੇ ਆ, ਕਿਉਂਕਿ ਗੁਰੂ ਗ੍ਰੰਥ ਜੀ ਸਾਹਿਬ ਦੇ ਵਿੱਚ ਕੇਵਲ ਤੇ ਕੇਵਲ ਗੁਰੂ ਸਾਹਿਬ ਦੇ ਬਚਨ ਹਨ। ਉਹਨਾਂ ਬਚਨਾਂ ਨੂੰ ਹੀ ਸਤਿਗੁਰ ਬਚਨ ਹੈ ਸਤਿਗੁਰ ਬਾਦਲ ਮੁਕਤ ਜਨਾਵੇ ਗੋ। ਜਿਹੜੇ ਗੁਰੂ ਦੇ ਬਚਨ ਗੁਰਬਾਣੀ ਹੈ ਉਹੋ ਹੀ ਗੁਰੂ ਆ ਸਿੱਖਾਂ ਲਈ, ਤੇ ਉਹ ਸਿੱਖ ਨੂੰ ਦੱਸਦਾ ਰਸਤਾ ਦੇ ਰਹੀ ਆ ਕਿ ਕਿਸ ਤਰ੍ਹਾਂ ਜੀਵਨ ਨੂੰ ਸਫਲ ਕਰਨਾ ਆ ਸੌਖੇ ਢੰਗ ਨਾਲ। ਹੁਣ ਜੀ ਕਿਸੇ ਵੀ ਮਹਾਰਾਜੇ ਰਾਜੇ ਦਾ ਹੁਕਮ ਆਵੇ ਲਿਖਿਆ ਹੋਇਆ ਤੇ ਆਪਾਂ ਉਹਨੂੰ ਰੱਖਦੇ ਹਾਂ ਫਰੇਮ ਕਰਕੇ, ਵਧੀਆ ਲਾ ਕੇ ਫਰੇਮ ਸ਼ੀਸ਼ਾ ਲਾ ਕੇ ਉਹਨੂੰ ਰੱਖਦੇ ਹਾਂ, ਜਾਂ ਕੋਈ ਹੋਰ ਤਰ੍ਹਾਂ ਰੱਖਦੇ ਸਾਂਭ ਕੇ। ਇਹ ਤੇ ਰੱਬੀ ਬੋਲ ਆ, ਇਹ ਤੇ ਇਲਾਹੀ ਬੋਲ ਆ, ਜਿਹੜੇ ਮਾਰ ਕਹਿੰਦੇ ਆਪਾਂ ਬੋਲਣ ਜਾਣਦਾ ਸਭ ਕਿਹਾ ਹੁਕਮ ਮਾਓ ਜੀਓ। ਤਦ ਕਰਕੇ ਇਹਨਾਂ ਦਾ ਸਤਿਕਾਰ ਬੇਹੱਦ ਹੋ ਰਿਹਾ ਆ। ਵੈਸੇ ਮੇਰੀ ਬੇਨਤੀ ਇਹ ਆ ਕਿ ਇਹਦੇ ਵਿੱਚ ਕੋਈ ਸ਼ੱਕ ਨਹੀਂ, ਸਿੱਖ ਪੰਥ ਬੇਹੱਦ ਸਤਿਕਾਰ ਕਰ ਰਿਹਾ ਗੁਰੂ ਗ੍ਰੰਥ ਸਾਹਿਬ ਦਾ। ਜਿੱਥੇ ਵੀ ਮਹਾਰਾਜ ਪ੍ਰਕਾਸ਼ ਹੁੰਦਾ ਸਿਖਾਸਨ ਹੁੰਦਾ ਆ, ਪਰ ਲੇਕਿਨ ਜਿਹੜੀ ਚਿੰਤਤ ਗੱਲ ਆ ਉਹ ਇਹ ਆ ਕਿ ਬਹੁਤ ਘੱਟ ਗੁਰਸਿੱਖ ਵੀਰ ਭੈਣ ਹਨ ਜਿਹੜੇ ਸਹੀ ਮੈਨੇ ਦਰਸ਼ਨ ਕਰ ਰਹੇ ਹਨ। ਤੇ ਦਰਸ਼ਨ ਕੇਵਲ ਬਾਹਰੋਂ ਦੇਖਣ ਵਾਲੀ ਗੱਲ ਨਹੀਂ ਹੈ, ਜਾਂ ਰਮਾਲੇ ਦੇਖਣੇ, ਜਾਂ ਪਾਲਕੀ ਦੇਖਣੀ, ਜਾਂ ਮੰਜੀ ਸਾਹਿਬ ਦੇਖਣਾ, ਉਹ ਵੀ ਅਵਸ਼ ਜ਼ਰੂਰਤ ਹੈ, ਉਹ ਵੀ ਲੋੜ ਹੈ, ਉਹ ਵੀ ਸੁੰਦਰ ਹੋਣੇ ਚਾਹੀਦੇ ਹਨ। ਪਰ ਜਿਹੜੀ ਸਿੱਖ ਮਰਿਆਦਾ ਲਿਖੀ ਹੋ ਉਹਦੇ ਵਿੱਚ ਵੀ ਲਿਖਿਆ ਆ ਕਿ ਦਰਸ਼ਨ ਕੇਵਲ ਇਹ ਨਹੀਂ ਹੋ ਕਿ ਰਮਾਲ ਜਾ ਕੇ ਤੁਸੀਂ ਦੇਖ ਲਿਆ ਸ਼ਬਦ। ਦਰਸ਼ਨ ਅਸਲੀ 'ਚ ਇਹ ਹਨ ਕਿ ਤੁਸੀਂ ਸ਼ਬਦ ਨੂੰ ਪੜ੍ਹਿਆ, ਸ਼ਬਦ ਨੂੰ ਵਿਚਾਰਿਆ, ਤੇ ਫਿਰ ਉਸ ਨੂੰ ਆਪਣੇ ਜੀਵਨ ਵਿੱਚ ਢਾਲਣ ਦੀ ਕੋਸ਼ਿਸ਼ ਕੀਤੀ। ਇਹ ਸਫਲ ਦਰਸ਼ਨ ਹੈ ਗੁਰੂ ਦੇ। ਸੋ ਪਹਿਲ ਮਾਰ ਕਹਿੰਦੇ ਪੋਥੀ ਪਰਮੇਸ਼ਰ ਕਾ ਥਾਨ, ਕਿ ਉੱਥੇ ਪਰਮੇਸ਼ਰ ਦੇ ਬੋਲ ਵਸਦੇ ਹਨ। ਤਾਂ ਗੁਰੂ ਗ੍ਰੰਥ ਸਾਹਿਬ ਆਮ ਮੂਰਤੀ ਨਾਲੋਂ ਬਿਲਕੁਲ ਅਲੱਗ ਹਨ। ਤਾਂ ਜਿਹੜੇ ਹੈਗੇ ਆ ਆਈਡੋਲਸ ਉਹਨਾਂ ਤੋਂ ਅਲੱਗ ਆ। ਪਰ ਲੇਕਿਨ ਜੇ ਸਿੱਖ ਨੇ ਨਾ ਕੀਤੀ ਸ਼ਬਦ ਦੇ ਨਾਲ ਸੁਰਤ ਦਾ ਮੇਲ, ਤੇ ਕੇਵਲ ਬਾਹਰਲੀ ਪੂਜਾ ਹੀ ਕਰਦਾ ਰਿਹਾ ਤੇ ਸ਼ਬਦ ਨੂੰ ਨਾ ਸਮਝਣ ਦੀ ਕੋਸ਼ਿਸ਼ ਕੀਤੀ, ਫਿਰ ਉਸ ਪ੍ਰਾਨੀ ਉੱਪਰ ਇਹ ਗੱਲ ਕਹੀ ਜਾ ਸਕਦੀ ਹੈ ਕਿ ਇਹਨੇ ਅਜੇ ਗੁਰੂ ਦੇ ਪੂਰੇ ਦਰਸ਼ਨ ਨਹੀਂ ਕੀਤੇ। ਪਰ ਲੇਕਿਨ ਸਿੱਖ ਪੰਥ ਵਿੱਚ ਬਹੁਤ ਸਾਰੇ ਵੀਰ ਭੈਣ ਹਨ ਜਿਹਨਾਂ ਨੂੰ ਸੋਝੀ ਵੀ ਆ ਕਿ ਗੁਰੂ ਦੇ ਦਰਸ਼ਨ ਕਿਸ ਤਰ੍ਹਾਂ ਕਰਨੇ ਆ ਤੇ ਕਿਸ ਤਰ੍ਹਾਂ ਜੀਵਨ ਉੱਚਾ ਕਰਨਾ ਆ। ਵੈਸੇ ਮੇਰਾ ਆਪਣਾ ਇਹ ਵਿਚਾਰ ਆ ਕਿ ਸਾਨੂੰ ਬਹੁਤਾ ਖਰਚ ਨਹੀਂ ਕਰਨਾ ਚਾਹੀਦਾ ਰਮਾਲਿਆਂ ਉੱਪਰ ਵੀ ਤੇ ਸੋਨੇ ਦੀ ਪਾਲਕੀਆਂ ਉੱਪਰ। ਸਾਨੂੰ ਖਰਚਣਾ ਚਾਹੀਦਾ ਆ ਗੁਰੂ ਦੇ ਸ਼ਬਦ ਦੇ ਪ੍ਰਚਾਰ ਉੱਪਰ, ਆਪਣੇ ਜੀਵਨ ਉੱਚਾ ਕਰਨਾ ਤੇ ਸੰਗਤਾਂ ਨੂੰ ਪ੍ਰੇਰਨਾ ਤੇ ਉਹਨਾਂ ਨੂੰ ਸ਼ਬਦ ਦੇ ਵਿਚਾਰ ਨਾਲ ਉਹਨਾਂ ਦੇ ਮਨ ਨੂੰ ਮਨਾਉਣਾ ਕਿ ਜੀਵਨ ਆਪਣਾ ਉੱਚਾ ਕਰੋ, ਜੀਵਨ ਅੰਦਰਲਾ ਆਪਣਾ ਗੁਰੂ ਨਾਲ ਜੋੜੋ, ਤਾਂ ਕਿ ਇਹ ਜਿਹੜਾ ਸੰਸਾਰ ਵਿੱਚ ਇਹ ਪਤਾ ਲੱਗੇ ਕਿ ਗੁਰਸਿੱਖਾਂ ਨੂੰ ਕਿਸ ਤਰ੍ਹਾਂ ਉੱਚੇ ਜੀਵਨ ਨਾਲ ਇਹਨਾਂ ਨੂੰ ਕਿਸ ਤਰ੍ਹਾਂ ਉਚਾਈ ਵਾਲਾ ਜੀਵਨ ਮਿਲ ਰਿਹਾ ਆ, ਕਿਸ ਤਰ੍ਹਾਂ ਇਹ ਅੰਦਰੋਂ ਸ਼ਾਂਤ ਹਨ, ਸਹਿਜ ਵਿੱਚ ਹਨ। ਤਾਂ ਹੀ ਸਿੱਖੀ ਦਾ ਪ੍ਰਚਾਰ ਸਹੀ ਮੈਨੂੰ ਵਿੱਚ ਹੋਣਾ। ਜਿੰਨੇ ਚਿਰ ਅਸੀਂ ਬਾਹਰਲੀ ਸੇਵਾ 'ਚ ਹੀ ਰਹੇ ਉਹਨਾਂ ਚਿਰ ਜਿਹੜਾ ਅਸਰ ਉਹ ਘੱਟ ਹੋਣਾ ਆ। ਸੋ ਮੇਰੀ ਇਹ ਸਮੂਹ ਸੰਗਤਾਂ ਨੂੰ ਬੇਨਤੀ ਆ ਕਿ ਜੇ ਤੁਸੀਂ ਅਜੇ ਨਹੀਂ ਸੰਥਿਆ ਵਿਚਾਰ ਸਾਹਿਬ ਪਾਠ ਕੀਤਾ, ਜ਼ਰੂਰ ਸ਼ੁਰੂ ਕਰੋ, ਤਾਂ ਕਿ ਮਨ ਜਿਹੜਾ ਆ ਉਹ ਸਹੀ ਮਾਇਨੇ ਵਿੱਚ ਗੁਰਬਾਣੀ ਦੇ ਜਿਹੜਾ ਹੈਗਾ ਅੰਮ੍ਰਿਤ ਉਹ ਨਾ ਰੰਗਿਆ ਜਾਵੇ, ਉਹ ਨਾ ਭਰਿਆ ਜਾਵੇ। ਨਹੀਂ ਤੇ ਕਈ ਵਾਰੀ ਅਸੀਂ ਕੇਵਲ ਬਾਹਰੋਂ ਹੀ ਦਰਸ਼ਨ ਕਰਦੇ ਆ ਤੇ ਪਾਠ ਸੁਣ ਲੈਣੇ ਠੀਕ ਹੈ ਜੀ, ਤੇ ਫਿਰ ਸਾਡੀ ਜਿਹੜਾ ਸਾਡਾ ਹੈਗਾ ਜਿਹੜੀ ਸਾਡਾ ਸੁਭਾਅ ਆਦਤ ਉਹ ਬਣੀ ਰਹਿੰਦੀ ਜਿਹੜੀ ਪਹਿਲਾਂ ਸੀਗੀ। ਇਹ ਗੁਰੂ ਨਾਨਕ ਦੇ ਬੋਲ ਹਨ, ਇਹ ਦਸਾਂ ਪਾਤਸ਼ਾਹਾਂ ਦੇ ਬੋਲ ਹਨ। ਕਿੰਨੇ ਅਸੀਂ ਭਾਗਾ ਵਾਲੇ ਆ, ਤੇ ਅਸੀਂ ਲੱਭਦੇ ਹਾਂ ਕਿਸੇ ਬਾਬੇ ਦੇ ਬੋਲ, ਕਿਸੇ ਸੰਤ ਦੇ ਬੋਲ, ਕਿਸੇ ਗੁਰਸਿੱਖ ਦੇ ਬੋਲ। ਸਾਡੇ ਕੋਲ ਤਾਂ ਰੱਬੀ ਬੋਲ ਹਨ। ਹਰ ਇੱਕ ਗੁਰਸਿੱਖ ਨਾਲ ਬੋਲਣ ਨਾਲ ਜੁੜੇ, ਤੇ ਮੈਂ ਇਹ ਕਹਿ ਸਕਦਾ ਕਿ ਜ਼ਰੂਰ ਉਹ ਅੰਤ ਵਿੱਚ ਇੱਥੇ ਵੀ ਉੱਥੇ ਵੀ ਸੁਖੀ ਹੋਊਗਾ। ਹਾਂਜੀ ਮੈਂ ਬਸ ਇੱਕ ਡਾਕਟਰ ਸਾਹਿਬ ਮੈਂ ਇੱਕ ਗੱਲ ਐਡ ਕਰ ਦਵਾਂ ਵਿੱਚ ਜੀ, ਫਿਰ ਤੁਸੀਂ ਆਪ ਜੀ ਕੈਰੀ ਔਨ ਕਰ ਦਿਓ। ਇੱਕ ਬਹੁਤ ਹੀ ਹਿੰਦੂ ਵੀਰ, ਬਹੁਤ ਪਿਆਰ ਵਾਲਾ, ਸ਼ਰਧਾ ਭਾਵਨਾ ਵਾਲਾ ਹਿੰਦੂ ਵੀਰ ਸੀ, ਤੇ ਮੈਂ ਇਸ ਟੌਪਿਕ ਦੇ ਉੱਤੇ ਉਹਦੇ ਨਾਲ ਗੱਲ ਚੱਲ ਪਈ, ਉਹਦੇ ਬੋਲ ਦੱਸਣ ਲੱਗਾ ਜੀ ਜਿਹੜੇ ਉਹਨੇ ਬੋਲ ਬੋਲੇ ਆ। ਇੰਨੇ ਪਿਆਰ ਦੇ ਵਿੱਚ ਆ ਕੇ ਉਹਨੇ ਬੋਲ ਬੋਲੇ, ਕਹਿੰਦੇ ਜਦੋਂ ਅਸੀਂ ਪੂਜਾ ਕਰਨੀ ਹੁੰਦੀ ਆ ਨਾ, ਤੇ ਉਹ ਸਾਨੂੰ ਇੱਕ ਲੰਬੀ ਸਾਰੀ ਲਿਸਟ ਲਿਖਾ ਕੇ ਦਿੰਦੇ ਆ ਕਿ ਭਗਵਾਨ ਦੇ ਲਈ ਇੰਨੇ ਕਿਲੋ ਦੁੱਧ ਲੈ ਕੇ ਆਉਣਾ, ਇੰਨੇ ਕਿਲੋ ਆ, ਇੰਨਾ ਕਿਲੋ ਆ, ਇੰਨੇ ਆ। ਕਹਿੰਦੇ ਇੱਥੇ ਤਾਂ ਤੁਹਾਡੇ ਇਦਾਂ ਦੀ ਕੋਈ ਲਿਸਟ ਹੈ ਹੀ ਨਹੀਂ। ਜਦੋਂ ਜੀ ਕਰਦੇ ਆ ਤੁਸੀਂ ਆ ਕੇ ਉਹਦੀ ਅਰਦਾਸ ਕਰਦੇ ਆ, ਜਦੋਂ ਜੀ ਕਰਦੇ ਆ ਤੁਸੀਂ ਬਾਣੀ ਪੜ੍ਹਦੇ ਆ।
ਕਹਿੰਦੇ ਵਾਹਿਗੁਰੂ ਜੀ ਦੇ ਵਿੱਚ ਆਹ ਫਰਕ ਆ ਤੁਹਾਡੇ ਗੁਰੂ ਗ੍ਰੰਥ ਸਾਹਿਬ ਤੇ ਸਾਡੇ ਪੱਥਰ ਦੀ ਮੂਰਤੀ ਦੇ ਵਿੱਚ। ਇਹ ਉਸ ਵੀਰ ਦੇ ਸੀਗੇ ਹੈ ਨਾ ਭਾਵ। ਤੇ ਵਾਕਿਆ ਹੀ ਸਾਨੂੰ ਕਿਸੇ ਦਾ ਨਹੀਂ ਪਤਾ ਕਿ ਉਹ ਕੀ ਕਰਦੇ ਆ ਕੀ ਨਹੀਂ ਕਰਦੇ, ਪਰ ਸਾਡੇ ਲਈ ਗੁਰੂ ਤੁਹਾਡੀ ਆਵਾਜ਼ ਬੰਦ ਹੋ ਗਈ। ਹਾਂਜੀ ਹਾਂਜੀ ਵਾਹਿਗੁਰੂ ਡਾਕਟਰ ਤੁਸੀਂ ਜਦ ਤੱਕ ਕਰ ਲਓ ਜਦ ਤੱਕ ਹਾਂਜੀ 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 ਅੱਛਾ ਵੈਸੇ ਗੱਲ ਤੁਹਾਡੀ ਇਹ ਠੀਕ ਆ ਅਮਰੀਕ ਸਿੰਘ ਜੀ। ਜੇ ਆਪਾਂ ਅਰਦਾਸ ਦੇ ਸ਼ਬਦ ਦੇਖੀਏ ਨਾ, ਜਿਹੜੀ ਆਪਾਂ ਰੋਜ਼ ਅਰਦਾਸ ਕਰਦੇ ਆ, ਉਹਦੇ 'ਚ ਲਿਖਿਆ ਆ ਕਿ 10 ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕਰਕੇ। ਇੱਥੇ ਪਾਠ ਦੀਦਾਰ ਦੀ ਗੱਲ ਕੀਤੀ ਗਈ ਆ ਵੀ ਪਾਠ ਦੀਦਾਰ ਦਾ, ਉਦਾਂ ਦਰਸ਼ਨ ਦੀਦਾਰ ਨਹੀਂ ਇੱਥੇ ਲਿਖਿਆ, ਪਾਠ ਦੀਦਾਰ ਦਾ। ਇਹਦਾ ਮਤਲਬ ਦੀਦਾਰ ਜਿਹੜਾ ਆ ਉਹ ਪਾਠ ਦਾ ਹੀ ਦੀਦਾਰ ਹੁੰਦਾ ਆ ਗੁਰੂ ਸਾਹਿਬ ਦਾ, ਉਦਾਂ ਦੀਦਾਰ ਨਹੀਂ ਹੁੰਦਾ। ਜਿਹੜੀ ਸ਼ਬਦ ਦੀ ਗੱਲ ਕੀਤੀ ਨਾ ਭਾਈ ਸਾਹਿਬ ਨੇ, ਕਿਉਂਕਿ ਧੁਰਕੀ ਬਾਣੀ ਆਈ ਆਏ, ਇਹ ਐਵੇਂ ਨਹੀਂ, ਤਾਂ ਹੀ ਇਹਨੂੰ ਕਿਹਾ ਬਾਣੀ ਗੁਰੂ ਗੁਰੂ ਹੈ ਬਾਣੀ। ਪਰ ਨਾਲ ਆ ਕਿ ਕਿਉਂਕਿ ਬਾਣੀ ਗੁਰੂ ਦੀ ਆ, ਪਰਮਾਤਮਾ ਤੋਂ ਆਈ ਆ, ਧੁਰਕੀ ਆ, ਔਰ ਇਹਦਾ ਸਤਿਕਾਰ ਕਰਨਾ ਸਾਡਾ ਫਰਜ਼ ਆ। ਸਤਿਗੁਰਾਂ ਨੇ ਆਪ ਇਹਦਾ ਸਤਿਕਾਰ ਕਰਨਾ ਸਾਨੂੰ ਦੱਸਿਆ। ਗੁਰੂ ਅਰਜਨ ਸਾਹਿਬ ਜੀ ਨੇ ਜਦੋਂ ਬੀੜ ਬੰਨ੍ਹ ਲਈ, ਬੰਨਣ ਦੇ ਬਾਅਦ ਕੋਠਾ ਸਾਹਿਬ ਦੇ ਵਿੱਚ ਉਹ ਸਵੇਰੇ ਜਦੋਂ ਸ਼ਾਮ ਨੂੰ ਸੁੱਖ ਆਸਣ ਕਰਦੇ, ਮੰਜੇ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਦਾ ਪੋਥੀ ਸਾਹਿਬ ਦਾ ਹੁੰਦਾ ਤੇ ਆਪ ਥੱਲੇ ਚਾਦਰ ਵਿਛਾ ਕੇ ਪੈਂਦੇ, ਜਿਹੜੀ ਅੱਜ ਵੀ ਉਹਨਾਂ ਦੀ ਯਾਦ ਦੇ ਵਿੱਚ ਚਾਦਰ ਮੰਜੇ ਦੇ ਥੱਲੇ ਵਿਛਾਈ ਜਾਂਦੀ ਆ। ਗੁਰੂ ਸਾਹਿਬ ਥੱਲੇ ਉਤਰ ਗਏ, ਇਸੇ ਤਰ੍ਹਾਂ ਪੀੜੇ ਦੇ ਵਿੱਚ ਉਹਨਾਂ ਨੇ ਪੋਥੀ ਸਾਹਿਬ ਨੂੰ ਰੱਖ ਦਿੱਤਾ ਹਰਿਮੰਦਰ ਸਾਹਿਬ, ਤੇ ਆਪ ਥੱਲੇ ਬਹਿ ਗਏ। ਇਹ ਸਾਨੂੰ ਸਤਿਕਾਰ ਉਹ ਆਪ ਦੱਸ ਗਏ ਨੇ, ਗੁਰੂ ਗੋਬਿੰਦ ਸਿੰਘ ਜੀ ਵੀ ਦੱਸ ਗਏ ਨੇ, ਔਰ ਸਿੰਘਾਂ ਨੇ ਵੀ ਇਸੇ ਤਰ੍ਹਾਂ ਦਸਕਾਰੀ ਕੀਤਾ। ਔਰ ਗੁਰਬਾਣੀ ਦਾ ਸਤਿਕਾਰ, ਜੇ ਆਪਾਂ 7ਵੇਂ ਪਾਤਸ਼ਾਹ ਦੀ ਆਪਾਂ ਗੱਲ ਕਰੀਏ ਤੇ ਕੀਰਤਪੁਰ ਸਾਹਿਬ ਬੈਠੇ ਹੋਏ ਤੇ ਸ਼ਬਦ ਪੜ੍ਹਦੇ, ਸੰਗਤ ਆ ਰਹੀ ਤੇ ਸਤਿਗੁਰੂ ਛੇਤੀ ਨਾਲ ਉੱਠੇ ਤੇ ਗੋਡੇ ਤੇ ਸੱਟ ਲੱਗ ਗਈ, ਖੂਨ ਵਗ ਗਿਆ। ਤੇ ਸੰਗਤਾਂ ਨੇ ਕਿਹਾ ਕਿ ਗੁਰੂ ਜੀ ਇਹ ਬਾਣੀ ਤੇ ਤੁਹਾਡੀ ਹੋਈ ਆ, ਤੁਸੀਂ ਕੋਈ ਇਹਨਾਂ ਤਿਲ ਮਿਲਾ ਕੇ ਉੱਠੇ ਆ। ਉਹ ਕਹਿੰਦੇ ਬਾਣੀ ਸਾਡੀ ਨਹੀਂ, ਇਹ ਬਾਣੀ ਧੁਰਕੀ ਆ, ਇਸ ਕਰਕੇ ਇਹਦਾ ਸਤਿਕਾਰ ਕਰਨਾ ਬਣਦਾ ਹੈ। ਦੂਜਾ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸ਼ਬਦ ਆਉਂਦਾ ਆ ਭਗਤ ਰਵਿਦਾਸ ਜੀ ਦਾ, ਉਹਦੇ ਵਿੱਚ ਉਹਨਾਂ ਲਿਖਿਆ ਤਰ ਤਾਰ ਅਪਵਿੱਤਰ ਕਰ ਮਾਨੀਏ ਰੇ ਜੈਸੇ ਕਾਗਰਾ ਕਰਤ ਵਿਚਾਰਨ। ਤਾੜੀ ਦਾ ਦਰਖਤ ਕਹਿੰਦੇ ਆ ਤਰ ਤਾਰ, ਤਰ ਦਾ ਮਤਲਬ ਹੈ ਦਰਖਤ, ਤਾਰ ਦਾ ਮਤਲਬ ਤਾੜੀ ਦਾ ਦਰਖਤ। ਕਹਿੰਦੇ ਤਾੜੀ ਦਾ ਦਰਖਤ ਜਿਹੜਾ ਆ ਉਹਨੂੰ ਅਪਵਿੱਤਰ ਮੰਨਿਆ ਜਾਂਦਾ ਹੈ। ਤੇ ਕਰ ਕਾਗਰਾ ਕਰਤ ਵਿਚਾਰਨ, ਜੇ ਉਹਦਾ ਕਾਗਜ਼ ਵੀ ਬਣਾ ਲਿਆ ਜਾਵੇ, ਉਹਨੂੰ ਪਲਪ ਕੱਢ ਕੇ ਤੇ ਉਹਦੇ ਤੇ ਵੀ ਵਿਚਾਰ ਕਰਦੇ ਕਿ ਮਾੜੀ ਲੱਕੜੀ ਦਾ ਹੈ, ਮਾੜੇ ਦਰਖਤ ਦਾ ਆ। ਪਰ ਅੱਗੇ ਅਗਲੀ ਲਾਈਨ 'ਚ ਕਹਿੰਦੇ ਨੇ ਭਗਤ ਭਾਗਉਤ ਲਿਖੀਏ ਤੇ ਉਪਰੇ ਪੂਜੀਏ ਕਰ ਨਮਸਕਾਰਨ। ਕਹਿੰਦੇ ਜਦੋਂ ਉਹਦੇ ਤੇ ਰਾਮ ਨਾਮ ਲਿਖ ਦਿੱਤਾ ਜਾਵੇ ਨਾ ਉਸੇ ਕਾਗਜ਼ ਦੇ ਉੱਤੇ, ਤੇ ਫਿਰ ਉਹਨੂੰ ਨਮਸਕਾਰ ਕਰਨੀ ਪੈਂਦੀ ਆ, ਉਹਨੂੰ ਪੂਜਣਾ ਪੈਂਦਾ। ਸੋ ਇਹ ਨਮਸਕਾਰ ਇਸ ਕਰਕੇ ਹੋ ਰਿਹਾ ਆ ਕਿਉਂਕਿ ਉਹਦੇ ਤੇ ਪਰਮਾਤਮਾ ਦੇ ਬੋਲ ਨੇ, ਉੱਥੇ ਗੁਰੂ ਦੇ ਬੋਲ ਨੇ। ਉਹ ਬੋਲਾਂ ਨੂੰ ਆਪਾਂ ਨਮਸਕਾਰ ਕਰਦੇ ਆ, ਔਰ ਬੋਲਾਂ ਨੂੰ ਸਾਂਭਣ ਦੇ ਸਾਰੇ ਤਰੀਕੇ ਨੇ। ਉਹ ਕਾਗਜ਼ ਵੀ ਸਾਡੇ ਲਈ ਪਵਿੱਤਰ ਹੋ ਗਿਆ ਜਿਹਦੇ ਉੱਤੇ ਬੋਲ ਲਿਖੇ ਗਏ ਨੇ, ਔਰ ਉਸ ਦਾ ਇੱਜ਼ਤ ਮਾਣ ਕਿੱਦਾਂ ਕਰਨਾ, ਉਹ ਸਾਰੀ ਪਰੰਪਰਾ ਸਾਡੀ ਪੁਰਾਤਨ ਚੱਲੀ ਆ ਰਹੀ ਆ। ਇਹਨੂੰ ਬੁੱਤ ਪੂਜਾ, ਜਿੱਦਾਂ ਤੁਸੀਂ ਪਹਿਲਾਂ ਕਹਿ ਗਏ ਨਾ, ਇਹ ਬੁੱਤ ਵਾਲੀ ਗੱਲ ਨਹੀਂ ਹੈਗੀ। ਮੈਂ ਅੱਗੇ ਇੱਕ ਥੋੜੀ ਜਿਹੀ ਵੇਖ ਰਿਹਾ ਸੀਗਾ, ਕਿਸੇ ਦੀ ਛੋਟੀ ਜਿਹੀ ਕਲਿੱਪ ਆਈ ਸੀ, 3 ਲੜਕੀਆਂ ਸੀਗੀਆਂ ਤੇ ਉਹ ਮੱਥਾ ਟੇਕਣ ਗਈਆਂ ਮਾਤਾ ਦੇ, ਤੇ ਉਹ ਕਹਿੰਦੇ ਆ ਅਸੀਂ 2-2 ਹਜ਼ਾਰ ਸਾਡਾ ਖਰਚ ਹੋ ਗਿਆ, ਕਿ ਹਰ ਥਾਂ ਦੇ ਉੱਤੇ ਪੈਸੇ ਰਖਾਉਂਦੇ ਸੀ, ਇੱਥੇ ਆਹ ਰੱਖਣਾ, ਪੈਸੇ ਰੱਖੋ ਇੱਥੇ। ਕਹਿੰਦੇ ਗੁਰਦੁਆਰੇ ਜਾਈਦੇ, ਨਾਲੇ ਖਾਣਾ ਮਿਲਦਾ ਆ ਤੇ ਨਾਲੇ ਕੋਈ ਪੈਸਾ ਮਰਜ਼ੀ ਟੇਕੋ, ਮੱਥਾ ਮਰਜ਼ੀ ਨਾ ਟੇਕੋ, ਤੇ ਉਹ ਹੀ ਪੈਸਾ ਜਿਹੜਾ ਉਹ ਸੰਗਤਾਂ ਦੇ ਉੱਤੇ ਖਰਚ ਹੁੰਦਾ, ਉਹ ਕਿਸੇ ਪੁਜਾਰੀ ਤੇ ਨਹੀਂ ਹੁੰਦਾ। ਸੋ ਇਹ ਡਿਫਰੈਂਸ ਹੈਗਾ ਆ। ਤੇ ਪਰ ਸਾਨੂੰ ਇਸ ਪੋਥੀ ਸਾਹਿਬ ਨੂੰ ਸਤਿਕਾਰ ਕਰਨਾ ਬਣਦਾ ਹੈ, ਸੋਹਣੇ ਰੁਮਾਲਿਆਂ ਵਿੱਚ ਰੱਖਣਾ ਬਣਦਾ ਹੈ। ਚਬਰ ਤਖਤ ਦਾ ਮਾਲਕ ਆ ਇਹ, ਕਿਉਂਕਿ ਇਹ ਸਾਨੂੰ ਇਸ ਨੇ ਹੀ ਪਾਰ ਲੰਘਾਉਣਾ ਆ। ਪਰ ਇਹਨੂੰ ਬੁੱਤ ਦੇ ਤੌਰ ਤੇ ਨਹੀਂ, ਇਹਨੂੰ ਪਾਠ ਦੀਦਾਰ ਦਾ, ਜਿਹੜਾ ਭਾਈ ਸਾਹਿਬ ਨੇ ਗੱਲ ਕੀਤੀ ਨਾ, ਇਹਦੇ ਦਰਸ਼ਨ ਆਪਾਂ ਕਰਨੇ ਆ ਪਾਠ ਦੀਦਾਰ ਦੇ ਨਾਲ, ਅਰਥਾਂ ਦੇ ਨਾਲ, ਮਨ ਨੂੰ ਟਿਕਾ ਕੇ ਸਾਵਧਾਨ ਇਕਾਗਰਚੀਤ ਹੋ ਕੇ ਇਸ ਦਾ, ਇਹ ਗੁਰੂ ਦੇ ਨਾਲ ਗੱਲ ਜੇ ਆਪਾਂ ਕਰਨੀ ਆ ਨਾ, ਤੇ ਗੱਲ ਕਰਨ ਦਾ ਤਰੀਕਾ ਗੁਰੂ ਬੋਲਦਾ ਕਿੱਦਾਂ ਆ, ਗੁਰੂ ਦਾ ਪਾਠ ਕਰਕੇ, ਉਹਦੇ ਨਾਲ ਗੱਲਾਂ ਕਰਕੇ, ਬਾਣੀ ਪੜ੍ਹ ਕੇ, ਔਰ ਉਹਨੂੰ ਸਮਝ ਕੇ, ਉਹ ਗੱਲ ਉਹਨੂੰ ਸਮਝੋ ਤੇ ਉਹਨੂੰ ਮਨ ਵਿੱਚ ਵਸਾ ਕੇ ਆਪਣਾ ਜੀਵਨ ਨੂੰ ਚੇਂਜ ਕਰਨਾ। ਬਾਕੀ ਜਿਹੜੀਆਂ ਕਰਮ ਕਾਂਡ ਆ ਨਾ, ਉਹ ਸਾਨੂੰ ਮਨੇ ਕੀਤਾ ਆ। ਜਿਹੜੇ ਕਰਮ ਕਾਂਡ ਸ਼ੁਰੂ ਹੋ ਗਏ ਆ, ਬਾਕੀ ਜਿਹੜੇ ਬੀਬੀ ਜੀ ਨੇ ਗੱਲ ਕੀਤੀ ਆ, ਕਰਮ ਕਾਂਡ ਦੇ ਤੌਰ ਦੇ ਉੱਤੇ ਨਾ ਅਸੀਂ ਮੱਥਾ ਟੇਕਿਆ ਸਾਡਾ ਮਨਜ਼ੂਰ ਹੋਣਾ, ਨਾ ਸਾਡਾ ਕੋਈ ਉੱਥੇ ਬੱਤੀਆਂ ਜਗਾਈਆਂ ਹੋਣੀਆਂ, ਨਾ ਉੱਥੇ ਸਾਡੀਆਂ ਜੋਤਾਂ ਜਗਾਈਆਂ, ਜਾਂ ਕੋਈ ਹੋਰ ਚੀਜ਼ ਕੀਤੀ ਉਹ ਨਹੀਂ ਕਾਮਯਾਬ ਹੋਣੀ। ਦੇਖੋ ਰੁਮਾਲਾ ਜਿਹੜਾ ਨਾ, ਇਹ ਵੀ ਬੜੀ ਜੇ ਤੁਸੀਂ ਰਹਿਤ ਮਰਾਦਾ ਪੜ੍ਹੋ ਨਾ, ਉਹਦੇ ਵਿੱਚ ਲਿਖਿਆ ਹੈ ਕਿ ਜਦੋਂ ਤੁਸੀਂ ਪਾਠ ਦਾ ਭੋਗ ਪਾਉਂਦੇ, ਅਰਦਾਸ ਕਰਦੇ ਆ,
ਤੇ ਉੱਥੇ ਕੋਈ ਬੰਦਸ਼ ਨਹੀਂ ਹੈਗੀ ਕਿ ਤੁਸੀਂ ਰੁਮਾਲਾ ਹੀ ਚੜਾਉਣਾ ਆ। ਉੱਥੇ ਇਹ ਆ ਗਿਆ ਕਿ ਜਿਹੜੀ ਜਿਹੜੀ ਚੀਜ਼ ਦੀ ਜ਼ਰੂਰਤ ਗੁਰੂ ਘਰ ਵਿੱਚ ਹੋਵੇ ਉਹ ਚੀਜ਼ ਚੜਾ ਦਿਓ। ਜਿਹੜੀ ਚੀਜ਼ ਚਾਹੀਦੀ ਹੈ ਰੁਮਾਲੇ, ਇਹ ਇੱਕ ਸਾਡਾ ਹੁਣ ਇਹ ਕਰਮਕਾਂਡ ਬਣ ਗਿਆ। ਜਿਹੜੀ ਕਰਮਕਾਂਡ ਬੀਬੀ ਕਹਿੰਦੀ ਹੈ ਨਾ ਵੀ ਆਪਾਂ ਕਰਮਕਾਂਡ ਇਹ ਕਰਨਾ ਹੀ ਕਰਨਾ, ਕਿ ਰੁਮਾਲਾ ਚੜਾਏ ਬਿਨਾਂ ਸਾਡਾ ਪਾਠ ਨਹੀਂ ਪੂਰਾ ਹੋਣਾ। ਇਹ ਨਹੀਂ ਗੱਲ ਹੈਗੀ। ਰੁਮਾਲਾ ਨਹੀਂ, ਹਾਂ ਤੁਸੀਂ ਯਥਾ ਸ਼ਕਤ ਆਪਣੀ ਕੋਈ ਪੁੰਨਦਾਨ ਮੰਗੂ, ਕੋਈ ਤੁਸੀਂ ਗੁਰੂ ਲੇਖੇ ਕੁਝ ਪੈਸਾ ਕੱਢੋ, ਕੋਈ ਆਪਣਾ ਦਸਵੰਧ ਕੱਢੋ, ਉਹ ਮਨਜ਼ੂਰ ਆ। ਪਰ ਇਹ ਜ਼ਰੂਰੀ ਨਹੀਂ ਕਿ ਆਪਾਂ ਉੱਥੇ ਰੁਮਾਲਾ ਹੀ ਚੜਾਉਣਾ। ਤੁਸੀਂ ਚੌਰ ਵੀ ਚੜਾ ਸਕਦੇ ਆ, ਜਾਂ ਗੁਰਦੁਆਰਾ ਸਾਹਿਬ ਜਿਹੜੀ ਚੀਜ਼ ਦੀ ਜ਼ਰੂਰਤ ਹੈ ਉਹ ਚੜਾ ਸਕਦੇ ਆ, ਉਹ ਲੈ ਕੇ ਦੇ ਸਕਦੇ ਆ, ਮਾਇਆ ਦੇ ਸਕਦੇ ਆ। ਇਹ ਤੁਸੀਂ ਉਸ ਵੇਲੇ ਮੌਕੇ ਤੇ ਦੇਖਣਾ। ਹੁਣ ਇਹ ਨਹੀਂ ਹੋਵੇ ਕਿ ਰੀਸਾਈਕਲ ਹੀ ਹੋਈ ਜਾਣ, ਉਹ ਫਿਰ ਇੱਕ ਕਰਮਕਾਂਡ ਬਣ ਜਾਂਦਾ ਜਿਹੜਾ ਬੀਬੀ ਜੀ ਕਹਿ ਰਹੇ ਨੇ। ਜੀ ਡਾਕਟਰ ਸਾਹਿਬ, ਪ੍ਰਿਵਲ ਸਾਹਿਬ ਆਪਣੇ ਕੋਲ ਨਾ ਸਮਾਂ ਸਿਰਫ ਹੁਣ 7 ਮਿੰਟ ਬਾਕੀ ਹੈ ਜੀ। ਆਪ ਜੀ ਕੋਈ ਇਸ ਦੇ ਵਿੱਚ ਹੋਰ ਮੈਸੇਜ ਦੇਣਾ ਚਾਹੁੰਦੇ ਆ ਜੀ? ਮੈਸੇਜ ਵਿੱਚ ਸਾਂਝਾ ਕਰਦੇ ਆ ਬਈ, ਜਿੱਦਾਂ ਡਾਕਟਰ ਸਾਹਿਬ ਰੁਮਾਲਿਆਂ ਦੀ ਗੱਲ ਕੀਤੀ ਹੈ ਨਾ, ਹੁਣ ਮੈਂ ਸਿੰਘ ਸਭਾ ਤੁਸੀਂ ਵੀ ਸਾਰੇ ਸੇਵਾ ਕਰਦੇ ਵਿੱਚ ਉੱਥੇ, ਤੇ ਅਸੀਂ ਪਹਿਲਾਂ ਤੋਂ ਕੋਸ਼ਿਸ਼ ਕੀਤੀ ਵੀ ਰੁਮਾਲੇ ਲੋੜ ਨਾਲੋਂ ਜ਼ਿਆਦਾ ਗੁਰੂ ਘਰਾਂ 'ਚ ਆ ਰਹੇ ਹੈਗੇ ਆ। ਬਾਅਦ 'ਚ ਫਿਰ ਉਹਨਾਂ ਨੂੰ ਨਾ ਤਾਂ ਆਪਾਂ ਕਿਸੇ ਨੂੰ ਦੇ ਸਕਦੇ, ਅਗਰ ਕੱਪੜੇ ਇੰਨੇ ਜ਼ਿਆਦਾ ਮਹਿੰਗੇ ਜਾਂ ਇੰਨੇ ਹੁੰਦੇ ਆ ਵੀ ਉਹਨਾਂ ਦੀ ਕੋਈ ਚੀਜ਼ ਬਣਨੀ ਨਹੀਂ ਹੁੰਦੀ ਹੈਗੀ। ਕਈ ਥਾਂ ਉਹਨੂੰ ਅਗਰ ਭੇਟ ਕਰਦੇ ਆ, ਉਹ ਲੱਗਦੀ ਆ ਵੀ ਮਾਇਆ ਜਿਹੜੀ ਆ ਇਹ ਸੰਗਤਾਂ ਦੀ ਨਾ ਪੂਰੀ ਉਹਦੀ ਸਹੀ ਵਰਤੋਂ ਨਹੀਂ ਹੋ ਰਹੀ। ਸਾਡੇ ਤਾਂ ਜ਼ਿਆਦਾ ਕਦਰ ਖੁੱਲ੍ਹਾ ਹੈਗਾ ਇੱਥੇ। ਰੁਮਾਲੇ ਪਹਿਲਾਂ ਜਿੰਨੇ ਆ ਗਿਆ ਸੀ ਤੇ ਸੰਗਤ ਨੇ ਕਹਿੰਦੇ ਰੁਮਾਲੇ ਲੈ ਕੇ ਨਹੀਂ ਆਉਣੇ। ਰੁਮਾਲੇ ਲੱਗ ਗਏ, ਉੱਥੇ ਹਲਵਾਰੀ ਲੱਗੀ ਆ ਬਾਹਰਲੇ ਪਾਸੇ, ਮਰੀਕਸਰ ਨੂੰ ਪਤਾ, ਡਾਕਟਰਾਂ ਨੂੰ ਪਤਾ ਹੈਗਾ ਵੀ ਉੱਥੋਂ ਰੁਮਾਲੇ ਦੀ ਕੋਈ ਕੀਮਤ ਨਹੀਂ ਲਈ ਜਾਂਦੀ। ਰੁਮਾਲਾ ਲੈ ਲਓ ਤੁਸੀਂ ਆਪਣਾ, ਜਾਂ ਜਿਹੜੀ ਨਾਲ ਭੇਟਾ ਪਾਉਣ 2 ਪਾਉਣ 5 ਪਾਉਣ ਪਾਉਣੇ ਆ ਉਹ ਰੱਖ ਦਿਓ। ਮੁੜ ਕੇ ਰੁਮਾਲੇ ਉਹੀ ਫਿਰ ਉੱਥੇ ਹੀ ਫੇਰ ਰਸਤੇ ਜਾਂਦੇ ਰਹਿੰਦੇ ਆ। ਮੇਰੇ ਖਿਆਲ ਬਾਕੀ ਗੁਰਦੁਆਰਾ ਸਾਹਿਬ ਨੂੰ ਵੀ ਇਦਾਂ ਹੀ ਚਾਹੀਦੀ ਹੈ ਕਿ ਮੇਰੇ ਖਿਆਲ ਆਪਾਂ ਰੁਮਾਲਿਆਂ ਦੇ ਕਈ ਥਾਈਂ ਬਹੁਤ ਜ਼ਿਆਦਾ ਖਰਚ ਕੀਤਾ ਜਾਂਦਾ, ਬਾਅਦ ਦੇ ਵਿੱਚ ਉਹਨਾਂ ਦੀ ਬੇਅਦਬੀ ਹੁੰਦੀ ਹੈ। ਕਈ ਵਾਰੀ ਮੀਡੀਆ 'ਚ ਵੀ ਇਹੋ ਜਿਹੀਆਂ ਚੀਜ਼ਾਂ ਆ ਚੁੱਕੀਆਂ, ਅਗਰ ਭੇਟ ਕਰਦੇ ਕਈ ਥਾਂ ਲੋਕ ਸੈੱਟ ਵੀ ਦਿੰਦੇ ਹੈਗੇ ਆ। ਤੇ ਆਪਾਂ ਕੋਸ਼ਿਸ਼ ਕਰੀਏ ਵੀ ਜਿੱਦਾਂ ਡਾਕਟਰ ਸਾਹਿਬ ਨੇ ਬੇਨਤੀ ਕੀਤੀ ਨਾ ਵੀ ਜਿਹੜੀ ਚੀਜ਼ ਸਾਨੂੰ ਲੱਗਦਾ ਗੁਰਦੁਆਰੇ ਘਾਟ ਆ, ਇਹ ਚੀਜ਼ਾਂ ਵਰਤਣੀਆਂ ਤਾਂ ਆਪਾਂ ਹੀ ਆ ਨਾ, ਗੁਰੂ ਸਾਹਿਬ ਤਾਂ ਵਰਤਣੀਆਂ ਨਹੀਂ ਗੀਆਂ, ਆਪਣੇ ਹੀ ਵਰਤਣੀਆਂ। ਜੇ ਵਰਤਣ ਦੀ ਲੋੜ ਆ, ਪਤੀਲਿਆਂ ਦੀ ਲੋੜ ਆ, ਲੱਗਦਾ ਕੋਈ ਹੁਣ ਇੱਥੇ ਹੋਰ ਕੋਈ ਸੇਵਾ ਚੱਲ ਰਹੀ ਹੈ ਉਹਦੇ 'ਚ ਪੈਸੇ ਪਾ ਦਿਓ, ਜਾਂ ਜੀ ਆਹ ਸੇਵਾ ਦੇ ਜੇ ਇੱਥੇ ਕੋਈ ਏਅਰ ਕੰਡੀਸ਼ਨ ਅੱਜ ਕੱਲ੍ਹ ਦੀ ਲੋੜ ਪੈਣ ਲੱਗ ਪਈ ਹੈਗੀ ਆ, ਜਾਂ ਕਾਰਪੇਟ ਲੱਗਦਾ ਚੇਂਜ ਕਰਨ ਵਾਲੀ, ਉਹ ਕਹਿੰਦੀ ਮੇਰਾ ਜੀ ਇਹ 'ਚ ਦਸਵੰਧ ਪਾ ਦਿਓ, ਮੇਰੇ 'ਚ ਦਸਵੰਧ ਪਾ ਦਿਓ। ਤੇ ਜਾਂ ਕੁਛ ਹੋਣੀ ਚਾਹੀਦੀ, ਕੁਛ ਨਾ ਕੁਛ ਆਪਾਂ ਜਿਹੜੇ ਸਾਡੇ ਸਿੰਘ ਸ਼ਹੀਦ ਹੋ ਗਏ ਆ, ਪੁਰਾਤਨ ਇਤਿਹਾਸਕ ਚੀਜ਼ਾਂ ਹੈਗੀਆਂ, ਕਈ ਵਾਰੀ ਉਹ ਔਕਸ਼ਨਾਂ ਜਾਂਦੀਆਂ, ਉਹਲੇ ਵੀ ਕੋਈ ਨਾ ਕੋਈ ਲੋਕਾਂ ਨੂੰ ਯੋਗਦਾਨ ਪਾ ਕੇ ਗੁਰਦੁਆਰਾ ਸਾਹਿਬ ਨੂੰ ਮਿਊਜ਼ੀਅਮ ਲਿਆ ਕੇ ਦੇਣੀ ਚਾਹੀਦੀ ਹੈਗੀਆਂ। ਆਪਾਂ ਕੋਸ਼ਿਸ਼ ਕਰੀਏ ਵੀ ਮਾਇਆ ਦੀ ਸਹੀ ਵਰਤੋਂ ਕਰੀਏ। ਤੁਸੀਂ ਬਹੁਤ ਮਿਹਨਤ ਕਰਕੇ ਕਮਾਈ ਹੁੰਦੀ ਆ, ਆਪਾਂ ਉਹੀ ਚੀਜ਼ ਹੀ ਗੁਰੂ ਘਰ ਲੈ ਕੇ ਆਈਏ ਜਿਹਦੇ ਨਾਲ ਆਪਾਂ ਸਾਰੀ ਕਮਿਊਨਿਟੀ, ਸਿੱਖ ਕਮਿਊਨਿਟੀ ਜਿਹੜੀ ਆ ਉਹਨੂੰ ਉਹਦੀ ਵਰਤੋਂ ਕਰ ਸਕੇ, ਤਾਂ ਜੋ ਯੋਗ ਵਰਤੋਂ ਹੋਣ ਦੇ ਨਾਲ ਜਿਹੜੀ ਮਾਇਆ ਤੁਹਾਡੀ ਦਿੱਤੀ ਆ ਨਾ, ਤੁਹਾਡੀ ਜਿਹੜੀ ਅਰਦਾਸ ਕੀਤੀ ਆ, ਮੈਨੂੰ ਲੱਗਦਾ ਫੇਰ ਹੀ ਉਹ ਜਿਹੜੀ ਆ ਸਤਿਗੁਰ ਨੇ ਸੁਣਨੀ ਹੈਗੀ ਆ। ਆਪਾਂ ਕਰਮਕਾਂਡ ਨਹੀਂ ਕਰਨੇ ਹੈਗੇ। ਗੁਰਦੁਆਰਾ ਪ੍ਰਬੰਧਕਾਂ ਨੂੰ ਪੁੱਛ ਲਓ ਵੀ ਕਿਹੜੀ ਚੀਜ਼ ਦੀ ਘਾਟ ਆ, ਅਸੀਂ ਕੋਈ ਨਾ ਕੋਈ ਸੇਵਾ ਕਰਨੀ ਚਾਹੁੰਦੇ ਆ, ਤੇ ਉਹਦੇ ਵਿੱਚ ਹੀ ਮੇਰੇ ਖਿਆਲ ਜਿੱਥੇ ਵੀ ਕਿਤੇ ਵੀ ਹੈਗੇ ਆ ਉਹ ਸੇਵਾ ਕਰ ਦੇਣੀ ਚਾਹੀਦੀ ਹੈਗੀ ਆ। ਧੰਨਵਾਦ। ਠੀਕ ਹੈ ਜੀ, ਧੰਨਵਾਦ ਜੀ ਬਹੁਤ ਬਹੁਤ। ਭਾਈ ਸਾਹਿਬ ਆਪਣੇ ਕੋਲ ਸਿਰਫ 5 ਮਿੰਟ ਬਾਕੀ ਆ, ਤੇ ਭਾਈ ਜੋਗਿੰਦਰ ਸਿੰਘ ਜੀ ਇੱਕ ਸਵਾਲ ਸੀਗਾ ਕਿ ਜਦੋਂ ਆਪਾਂ ਬਾਣੀ ਪੜ੍ਹਦੇ ਹਾਂ ਤੇ ਉਹਦੇ ਵਿੱਚ ਸਿਰਲੇਖ ਆਉਂਦੇ ਆ, ਭਗਤ ਰਵਿਦਾਸ ਜੀ, ਭਗਤ ਧੰਨਾ ਜੀ, ਜਾਂ ਜਿਹੜੇ ਬਾਬਾ ਨਾਮਦੇਵ ਜੀ ਦਾ ਆਉਂਦੇ ਆ, ਭਗਤ ਨਾਮਦੇਵ ਜੀ ਦੇ ਆਉਂਦੇ ਆ। ਉਹ ਕਹਿੰਦੇ ਬਹੁਤ ਵਾਰੀ ਹੁਣ ਇਹ ਜਿਹੜਾ ਇੱਥੇ ਤੱਕ ਆ ਗਿਆ ਕਿ ਇੱਕ ਧਿਰ ਜਿਹੜੀ ਹੈਗੀ ਉਹ ਕਹਿੰਦੀ ਨਹੀਂ ਜੀ, ਜੇ ਤੁਸੀਂ ਇਹ ਭਗਤ ਲਾਓਗੇ ਤੇ ਅਸੀਂ ਤੁਹਾਨੂੰ ਸਟੇਜ ਤੋਂ ਥੱਲੇ ਲਾ ਦਾਂਗੇ ਜਾਂ ਏਦਾਂ ਹੋ ਜਾਊਗਾ। ਤੇ ਉਹ ਕਹਿੰਦੇ ਵੀ ਇਹਦੇ ਨਾਲ ਫਿਰ ਹੁਣ ਕੀ ਹੋਇਆ, ਆਪਾਂ ਬਾਬਾ ਸ਼ਬਦ ਵਰਤਣਾ ਸ਼ੁਰੂ ਕਰ ਲਿਆ। ਪਰ ਹੁਣ ਜਦ ਲਿਖਿਆ ਹੀ ਭਗਤ ਆ ਤੇ ਉਹਨੂੰ ਭਗਤ ਹੀ ਪੜਾਂਗੇ, ਤੇ ਇਹਦੇ ਨਾਲ ਜੇ ਕਿਸੇ ਦੀ ਭਾਵਨਾ ਨੂੰ ਠੇਸ ਲੱਗਦੀ ਆ ਤੇ ਆਪਾਂ ਉਹਨੂੰ ਕਿੱਦਾਂ ਕਵਰ ਕਰ ਸਕਦੇ ਆ? ਉਹਦੇ ਕਿਹੜੀ ਸਹੀ ਸ਼ਬਦਾਵਲੀ ਆਪਾਂ ਵਰਤੀਏ? ਦੇਖੋ, ਇਹ ਜਿਹੜੀ ਸੋਚ ਆ, ਇਹ ਮੈਂ ਤੇ ਕਹਿ ਸਕਦਾ ਕਿ ਅਸੀਂ ਆਪਣੇ ਆਪ ਨੂੰ ਜ਼ਿਆਦਾ ਸਿਆਣਾ ਬਣਾ ਲਿਆ। ਜੋ ਪੰਜੇ ਪਾਤਸ਼ਾਹ ਨੇ ਲਫ਼ਜ਼ ਵਰਤੇ ਹਨ ਬਹੁਤ ਸਤਿਕਾਰਯੋਗ ਹਨ। ਉਹਨਾਂ ਭਗਤਾਂ ਨੂੰ ਮਹਾਰਾਜ ਉਹ ਜਗ੍ਹਾ ਦਿੱਤੀ ਆ ਜਿਹੜਾ ਕੋਈ ਵੀ ਨਹੀਂ ਦੇ ਸਕਦਾ ਸੀਗਾ। ਆਪਣੇ ਬਰਾਬਰਾਂ ਨੂੰ ਬਿਠਾ ਲਿਆ ਹਰ ਭਗਤਾਂ ਨੂੰ, ਉਹਨਾਂ ਨੂੰ ਦੁਨੀਆ ਦੇ ਉਪਦੇਸ਼ ਲਈ ਉਹਨਾਂ ਨੂੰ ਨਾਲ ਬਿਠਾ ਲਿਆ, ਤੇ ਇਹ ਦਰਸਾਇਆ ਕਿ ਇਹ ਭਗਤ ਅਕਾਲ ਪੁਰਖ ਦੇ ਪੁਜਾਰੀ ਹਨ ਤੇ ਪੂਜਾ ਕਰਕੇ ਇਹ ਜੀਵਨ ਮੁਕਤ ਹੋਏ ਹਨ। ਜਿਹੜੇ ਸ਼ਰਧਾਲੂ ਭਗਤਾਂ ਨੂੰ ਮੰਨਦੇ ਹਨ ਉਹਦੇ ਮਨ ਵਿੱਚ ਕੋਈ ਇਹੋ ਜਿਹਾ ਖਿਆਲ ਨਹੀਂ ਹੋਣਾ ਚਾਹੀਦਾ ਕਿ ਭਗਤ ਲਈ ਕੋਈ ਹੋਰ ਨਾ ਵਰਤੋ। ਭਗਤ ਜਿਸ ਤਰ੍ਹਾਂ ਗੁਰਬਾਣੀ ਵਿੱਚ ਲਿਖਿਆ ਗਿਆ ਉਸ ਤਰ੍ਹਾਂ ਹੀ ਵਰਤਣਾ ਚਾਹੀਦਾ ਹੈ। ਪੂਰਾ ਸਤਿਕਾਰ ਮਾਨ ਦਿੱਤਾ ਹੈ ਉਸ ਗੁਰਬਾਣੀ ਵਿੱਚ ਭਗਤਾਂ ਨੂੰ, ਤੇ ਅਸੀਂ ਕੋਈ ਜ਼ਿਆਦਾ ਸਿਆਣੇ ਨਹੀਂ ਬਣ ਗਏ ਕਿ ਅਸੀਂ ਕੋਈ ਜ਼ਿਆਦਾ ਸਤਿਕਾਰ ਦੇ ਸਕਦੇ, ਬਾਬਾ ਕਹਿ ਕੇ ਜਾਂ ਹੋਰ ਕੁਛ ਕਹਿ ਕੇ। ਭਗਤਾਂ ਨੇ ਜੋ ਸਾਨੂੰ ਦੱਸਿਆ ਉਹ ਇਹ ਆ ਕਿ ਮੈਂ ਨੀਵੀਂ ਜਦ ਹੁੰਦਿਆਂ ਹੋਈ ਮੈਂ ਵਿੱਚ ਕਿਰਪਾ ਹੋਈ ਵਾਹਿਗੁਰੂ ਦੀ, ਤੇ ਮੈਂ ਉਹਦੇ ਦਰਸ਼ਨ ਨਜ਼ਾਰੇ ਕਰ ਲਏ ਆ, ਤੇ ਮੈਂ ਉਹਦੇ ਵਿੱਚ ਆਪਣੇ ਆਪ ਨੂੰ ਮੈਚ ਕਰ ਲਿਆ ਕਹਿ ਲਓ। ਭਗਤ ਨੇ ਆਪਣੀ ਜਾਤ ਕੇ ਦੱਸੀ ਆ ਕਿ ਮੇਰੀ ਜਾਤ ਆ ਆ, ਪਰ ਇਹਨਾਂ ਨੇ ਵੀ ਦੱਸਿਆ ਕਿ ਨੀਵੀਂ ਜਦ ਹੁੰਦਿਆਂ ਹੋਇਆਂ ਵੀ ਮੇਰੇ ਕਿਰਪਾ ਹੋਈ ਵਾਹਿਗੁਰੂ ਦੀ। ਉਹ ਸਾਰੇ ਲਈ ਉਤਸ਼ਾਹਜਨਕ ਬਚਨ ਹਨ। ਜਿਹੜੇ ਵੀ ਆਪਣੇ ਨੀਵਾਂ
ਹਨ ਉਹ ਉੱਚੇ ਹੋ ਸਕਦੇ ਹਨ। ਸੋ ਸਾਨੂੰ ਤਾਂ ਚਾਹੀਦਾ ਕਿ ਖੁਸ਼ ਹੋਣਾ ਚਾਹੀਦਾ ਕਿ ਭਗਤਾਂ ਨੇ ਇਹੋ ਜਿਹੇ ਬਜਟ ਕਹੇ ਹਨ, ਤੇ ਪਰ ਲੇਕਿਨ ਉਹਨਾਂ ਸਤਿਕਾਰ ਵਜੋਂ ਜੇ ਅਸੀਂ ਭਗਤ ਕਹਿੰਦੇ ਆ ਤੇ ਭਗਤ ਬਹੁਤ ਉੱਚਾ ਲਫ਼ਜ਼ ਆ, ਕੋਈ ਨਿੱਕਾ ਜਿਹਾ ਲਫ਼ਜ਼ ਨਹੀਂ ਭਗਤ। ਭਗਤ ਉਹਨਾਂ ਦੇ ਵਰਗੇ ਜਿਹੜੇ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ। ਦੁੱਖ ਕਹਿੰਦੇ ਇਹ ਪਾਪ ਅਵਸਥਾ ਮਿਲਦੀ ਆ ਜਿਹੜੇ ਨਾਮ ਨੂੰ ਸੁਣਦੇ ਆ ਮਨ ਚਿੱਤ ਲਾ ਕੇ, ਜਿਹੜੇ ਅੰਦਰ ਖੇੜਾ ਆ ਉਹਨਾਂ ਨੂੰ ਭਗਤ ਨਾਮ ਮਿਲਦਾ ਆ। ਤੇ ਅਸੀਂ ਭਗਤ ਨੂੰ ਛੋਟੇ ਨਾਮ ਸਮਝੀਏ, ਬਾਬਾ ਜੀ ਵੱਡਾ ਬਣ ਗਿਆ, ਨਹੀਂ, ਇਹ ਸਾਡੀ ਆਪਣੀ ਹੀ ਛੋਟੀ ਸੋਚ ਆ। ਸਤਿਗੁਰੂ ਮਿਹਰ ਕਰ ਸਾਨੂੰ ਸਮੱਤ ਬਖਸ਼ੇ, ਜਿਸ ਤਰ੍ਹਾਂ ਗੁਰਬਾਣੀ ਚ ਮਹਾਰਾਜ ਲਿਖਦੇ ਆ ਉਸ ਤਰ੍ਹਾਂ ਸਾਨੂੰ ਕਹਿਣਾ ਚਾਹੀਦਾ ਹੈ। ਹਾਂਜੀ ਹਾਂਜੀ ਧੰਨਵਾਦ ਜੀ, ਆਪਣਾ ਸਮਾਂ ਸਮਾਪਤ ਹੈ। ਡਾਕਟਰ ਸਾਹਿਬ ਮੈਂ ਹਾਂਜੀ ਗਰੇਵਾਲ ਸਾਹਿਬ, ਸਮਾਂ ਆਪਣਾ ਸਮਾਪਤ ਹੋ ਗਿਆ। ਤੁਸੀਂ 1 ਮਿੰਟ ਜੇ ਕਰਨਾ ਕਰ ਲਓ ਜੀ, ਪਰ ਸਮਾਂ ਸਮਾਪਤ ਹੈ ਆਪਣਾ ਜੀ। ਜੀ ਗਰੇਵਾਲ ਸਾਹਿਬ 1 ਮਿੰਟ ਆ। ਅੱਧੇ ਮਿੰਟ ਦੀ ਗੱਲ ਕਰਦਾ ਕਿ ਜਦੋਂ ਪਾਠ ਕਰਨਾ ਆ, ਪਾਠ ਵਿੱਚ ਅਸੀਂ ਚੇਂਜ ਨਹੀਂ ਕਰ ਸਕਦੇ। ਉਹ ਜਿੱਦਾਂ ਗੁਰੂ ਸਾਹਿਬ ਨੇ ਲਿਖਿਆ ਉਸੇ ਤਰ੍ਹਾਂ ਹੀ ਪੜ੍ਹਨਾ ਪਊਗਾ। ਪਾਠ ਦੇ ਵਿੱਚ ਕੋਈ ਚੇਂਜ ਨਹੀਂ ਹੋ ਸਕਦੀ। ਦੂਜਾ, ਜੇ ਤੁਸੀਂ ਰੋਜ਼ਮਰਾ ਦੀ ਜ਼ਿੰਦਗੀ ਵਿੱਚ ਕਿਸੇ ਨੂੰ ਐਡਰੈਸ ਕਰਨਾ, ਉਹਦੇ ਵਿੱਚ ਥੋੜੀ ਬਹੁਤੀ ਅਦਰ ਬਦਰ ਹੋ ਸਕਦੀ ਆ, ਕਿਉਂਕਿ ਕਿਸੇ ਦਾ ਬਾਪ ਆ ਤੇ ਕਿਸੇ ਦਾ ਚਾਚਾ, ਚਾਚੇ ਵਾਲੇ ਨੇ ਚਾਚਾ ਕਹਿਣਾ ਤੇ ਬਾਪ ਨੇ ਬਾਪ ਕਹਿਣਾ। ਇਸ ਕਰਕੇ ਉਹਨਾਂ ਲਈ ਉਹ ਗੁਰੂ ਕਹਿ ਸਕਦੇ ਨੇ। ਤੁਹਾਡੇ ਲਈ ਚਾਚਾ ਆ ਤੇ ਚਾਚੇ ਵਾਂਗੂ ਤੁਸੀਂ ਆਪਣਾ ਐਡਰੈਸ ਰਿਸਪੈਕਟਫੁਲੀ ਡਿਫਰੈਂਟ ਤਰੀਕੇ ਨਾਲ ਕਰ ਸਕਦੇ। ਮੈਂ ਸਿਰਫ ਇੰਨੀ ਬੇਨਤੀ ਕਰਨਾ ਚਾਹੁੰਦਾ ਜੀ। ਪਰਿਵਾਲ ਸਾਹਿਬ ਅੱਧਾ ਮਿੰਟ ਜੀ। ਇੱਕ ਵਾਰੀ ਨਾ ਬਰਿੰਘਮ ਗੁਰਦੁਆਰਾ ਸਾਹਿਬ, ਗੁਰੂ ਰਵਿਦਾਸ ਗੁਰਦੁਆਰਾ ਬਰਿੰਘਮ ਵਿਖੇ ਮੀਟਿੰਗ ਹੋਈ ਸੀ। ਮੇਰੇ ਹਮਦੰਤੀ ਹੁਣ ਵੀ ਨਾਲ ਸੀ ਤੇ 25-30 ਗੁਰਸਿੱਖ ਸੀਗੇ ਤੇ ਉਹਨੇ ਇੱਕ ਮੁੰਡੇ 25-30 ਬੰਦੇ ਸੀ ਕੁਝ ਗੁਰਦੁਆਰੇ ਉਹਨਾਂ ਦੇ। ਉੱਥੇ ਐਂਡ ਤੇ ਇਹੀ ਫੈਸਲਾ ਹੋਇਆ ਸੀਗਾ ਤੇ ਤੁਸੀਂ ਆਪਣੇ ਗੁਰਦੁਆਰਾ ਸਾਹਿਬ ਦੇ ਵਿੱਚ ਤੁਸੀਂ ਜਿਹੜਾ ਵੀ ਸਤਿਕਾਰ ਲੈਣ ਵਰਤ ਲਓ, ਗੁਰੂ ਸਾਹਿਬ ਵਰਤ ਲਓ, ਉਹਨਾਂ ਲਈ ਭਗਤ ਵਰਤ ਲਓ। ਜਿਹੜੇ ਪੰਥ ਦੇ ਗੁਰਦੁਆਰੇ ਕਾਲਤਾਂ ਨਾਲ ਜੁੜੇ ਆ, ਉੱਥੇ ਉਹਨਾਂ ਨੂੰ ਭਗਤ ਆ ਕੇ ਯਾਦ ਕੀਤਾ ਜਾਣਾ। ਆਪਾਂ ਤੁਸੀਂ ਉੱਥੇ ਰੋਸ ਨਾ ਕਰੋ, ਅਸੀਂ ਇੱਥੇ ਰੋਸ ਨਹੀਂ ਕਰਦੇ ਹੈਗੇ। ਜਿੱਦਾਂ ਡਾਕਟਰ ਸਾਹਿਬ ਨੇ ਗੱਲ ਕੀਤੀ ਉਹੀ ਗੱਲ ਹੈਗੀ ਆ। ਇਹ ਸਮਝੌਤਾ ਹੈ ਜੀ ਆਪਣਾ। ਉਹ ਬਹੁਤ ਮਹਾਨ ਸ਼ਖਸੀਅਤਾਂ ਹੋਈਆਂ, ਉਹਨਾਂ ਦਾ ਸਤਿਕਾਰ ਗੁਰੂ ਜਿੰਨਾ ਹੀ ਹੈਗਾ ਆ। ਪਰ ਆਪਾਂ ਇੱਦਾਂ ਨਹੀਂ ਕਰਨੀ ਵੀ ਜਿਹੜੀ ਮਰਿਆਦਾ ਪੰਥ ਦੀ ਆ ਸਾਰੇ ਗੁਰਦੁਆਰੇ ਚੇਂਜ ਕਰ ਲਈਏ। ਉਹ ਜਿੱਦਾਂ ਵੀ ਅਰਦਾਸ ਬਣੀ, ਜਿੱਦਾਂ ਗੁਰਬਾਣੀ ਹੈ ਉਦਾਂ ਹੀ ਕੀਤੀ ਜਾਣੀ ਹੈ। ਤੁਸੀਂ ਆਪਣੇ ਗੁਰਦੁਆਰੇ ਵਿੱਚ ਆਪਣੀ ਕਮਿਊਨਿਟੀ ਦੇ ਤੌਰ ਤੇ ਉਹਨਾਂ ਤੁਸੀਂ ਗੁਰੂ ਸਾਹਿਬ ਕਹਿ ਲਓ, ਉਹਨਾਂ ਤੁਸੀਂ ਭਗਤ ਸਾਹਿਬ ਕਹਿ ਲਓ, ਸਾਨੂੰ ਕੋਈ ਇਤਰਾਜ਼ ਨਹੀਂ ਕਰਦੇ। ਈਵਨ ਸਾਰਿਆਂ ਨੇ 100% ਫੈਸਲਾ ਸਵਾਰ ਕੀਤਾ ਸੀਗਾ ਵੀ ਜਿਹੜੇ ਵੀ ਗੁਰੂ ਘਰ ਪੰਥ ਨਾਲ ਕਾਲਤ ਨਾਲ ਜੁੜੇ ਆ, ਉੱਥੇ ਉਹਨਾਂ ਨੂੰ ਭਗਤੀ ਹੀ ਕਹਿ ਕੇ ਯਾਦ ਉਹਨਾਂ ਦੇ ਬਣਾਏ ਜਾਣਗੇ। ਜਿੰਨੇ ਗੁਰਪੁਰਬ 300 ਆਉਣਗੇ ਤੇ ਜਿੱਥੇ ਗੁਰਦੁਆਰਾ ਸਾਹਿਬ ਉਹਨਾਂ ਦੇ ਨਾਂ ਤੇ ਹੀ ਬਣੇ ਹੈਗੇ ਆ ਉਹ ਕਮਿਊਨਿਟੀ, ਜੇ ਕੋਈ ਨਾ ਵਰਦੀ ਸਾਨੂੰ ਕੋਈ ਇਤਰਾਜ਼ ਨਹੀਂ ਹੋਊ। ਧੰਨਵਾਦ ਜੀ, ਬਹੁਤ ਬਹੁਤ। ਆਪਾਂ ਸਮੇਂ ਦੀ ਸਮਾਪਤੀ ਹੈ ਜੀ। ਭਾਈ ਜੋਗਿੰਦਰ ਸਿੰਘ ਹੁਣਾਂ ਨੇ ਸਿਰੇ ਦੀ ਗੱਲ ਕਰ ਦਿੱਤੀ ਆ ਕਿ ਭਗਤ ਸ਼ਬਦ ਬਹੁਤ ਉੱਚਾ ਆ। ਗੁਰੂ ਸਾਹਿਬ ਜੀ ਨੇ ਆਪਣੇ ਹਿਰਦੇ ਦੇ ਵਿੱਚ ਜਗ੍ਹਾ ਦਿੱਤੀ ਆ, ਜਦੋਂ ਕਿ ਉਸ ਟਾਈਮ ਦੇ ਉੱਤੇ ਇੱਕ ਬਹੁਤ ਵੱਡੀ ਕੀਮਤ ਚੁਕਾਉਣੀ ਪਈ ਉਸ ਬਾਣੀ ਨੂੰ ਇਕੱਠੇ ਕਰਨ ਦੀ। ਸੋ ਮੇਰੀ ਬੇਨਤੀ ਆ ਉਹਨਾਂ ਵੀਰਾਂ ਨੂੰ ਵੀ ਜਿਹੜੇ ਇਹ ਥੋੜਾ ਜਿਹਾ ਫਰਕ ਪਾਉਂਦੇ ਆ ਜਾਂ ਸੋਚਦੇ ਆ, ਦਿਲਾਂ ਦੇ ਵਿੱਚ ਬਹੁਤ ਸਤਿਕਾਰ ਆ। ਗੁਰੂ ਜੀ ਸਾਡੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਆ ਉਹ, ਹਨਾ। ਸੋ ਇਹ ਭਗਤ ਜਾਂ ਇਹ ਛੋਟੀਆਂ ਮੋਟੀਆਂ ਸ਼ਬਦਾਵਲੀਆਂ ਫਰਕ ਪੈਣ ਲੱਗਾ। ਸੋ ਸਾਰੀਆਂ ਸੰਗਤਾਂ ਕੋਲੋਂ ਮਾਫੀ ਚਾਹੁੰਦੇ ਆ ਜੇ ਕਿਸੇ ਕੋਲੋਂ ਮੂੰਹ ਦੇ ਵਿੱਚੋਂ ਕੋਈ ਇੱਦਾਂ ਦਾ ਸ਼ਬਦ ਜਿਹੜੇ ਕਿਸੇ ਨੂੰ ਹਰਟ ਕੀਤਾ ਹੋਵੇ, ਕਿਉਂਕਿ ਭੁੱਲਣ ਅੰਦਰ ਸਭ ਕੋ ਭੁੱਲ ਗੁਰੂ ਕਰਤਾਰ। ਸੱਚੇ ਪਾਤਸ਼ਾਹ ਬਖਸ਼ਣਯੋਗ ਆ, ਸੰਗਤ ਬਖਸ਼ਣਯੋਗ ਆ। ਬਹੁਤ ਸਵਾਲ ਰਹਿ ਗਏ ਆ ਜੀ, ਕਿਉਂਕਿ ਅੱਜ ਸਮਾਂ ਸਾਡੇ ਕੋਲ 1 ਘੰਟਾ ਸੀ ਤੇ 1.5 ਘੰਟਾ ਨਾਰਮਲੀ ਹੁੰਦਾ। ਅਗਲੀ ਵੀਕ ਆਪ ਜੀ ਦੇ ਸਵਾਲਾਂ ਦੇ ਜਵਾਬ ਜਿਹੜੇ ਇਸ ਵੀਕ ਰਹਿ ਗਏ ਪਹਿਲਾਂ ਉਹ ਦੇਵਾਂਗੇ, ਫਿਰ ਅਗਲੀ ਵੀਕ ਨਵੇਂ ਸਵਾਲ ਲਵਾਂਗੇ ਜੀ। ਇਹ ਇਜਾਜ਼ਤ ਦਿਓ ਜੀ ਸਾਨੂੰ। ਅਗਲੀ ਵੀਕ ਫਿਰ ਆਪ ਜੀ ਦੇ ਰੂਬਰੂ ਹੋਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।